जो जज्बात साडे साडी मां बोली नाल जुड़े ने ते किस्से कहानियां ओ होर किते भी नहीं है। देखो हर नवी फिल्म ते वेब सीरीज पंजाब दे सब तो वड्डे OTT ऐप चौपाल ते। डाउनलोड दी ऐप। ਲੋਕ ਕਹਿੰਦੇ ਨੇ ਸਰਕਾਰੀ ਕੰਮ 'ਚ ਮੌਜਾਂ ਹੀ ਮੌਜਾਂ। ਪਰ ਇੱਥੇ ਆ ਕੇ ਪਤਾ ਲੱਗਦਾ ਪਤੰਦਰ ਕੰਮ ਨੂੰ ਵੀ ਮੌਜਾਂ ਕਹਿੰਦੇ ਨੇ। ਹਾਂ ਪਿੱਠ ਦੂਰੀ ਹੋ ਜਾਂਦੀ ਕੰਮ ਕਰ ਕਰਕੇ। ਉਹ ਪਿਛਲੇ ਕੰਮ ਤਾਂ ਮੁੱਕ ਲੈਣ ਦੇ, ਨਵੇਂ ਕੰਮ ਪਹਿਲਾਂ ਲਿਆਂਦਾ। ਸਰ ਗੱਲ ਸੁਣਿਓ ਜੀ। ਹਾਂ ਵੀ ਦੱਸੋ ਜੀ ਮੇਰਾ ਨਾਂ ਸਤਗੁਰ ਹੈ। ਮੇਰੇ ਬਾਪੂ ਦੇ ਦਿਲ 'ਚ ਸਟੰਟ ਪੈਣਾ ਜੀ ਤੇ ਅਸੀਂ ਮਦਦ ਲਈ ਆਏ ਹਾਂ। ਕਾਕਾ ਜੀ ਤੁਸੀਂ ਗਲਤ ਥਾਂ ਤੇ ਆ ਗਏ। ਸਾਹਮਣੇ PGI ਹਸਪੀਟਲ ਹੈ, ਉੱਥੇ ਜਾ ਕੇ ਇਲਾਜ ਕਰਵਾਓ। ਨਹੀਂ ਸਰ ਤੁਸੀਂ ਗਲਤ ਸਮਝ ਗਏ ਜੀ। ਲੱਗਦਾ ਤੁਸੀਂ ਨਵੇਂ ਆਏ ਹੋ। ਤੁਸੀਂ ਜਾਣਦੇ ਨਹੀਂ ਮੈਂ ਪਦਮ ਸ਼੍ਰੀ ਕੌਰ ਸਿੰਘ ਦਾ ਬੇਟਾ ਜੀ। ਫੇਰ ਤੈਨੂੰ ਸਨਮਾਨਿਤ ਕਰਾਂ ਜਾਂ ਤੇਰੇ ਗਲ 'ਚ ਫੁੱਲਾਂ ਦਾ ਹਾਰ ਪਾਵਾਂ, ਸਲੂਟ ਮਾਰਦਾ ਤੈਨੂੰ। ਸਰ ਅਸੀਂ ਇੱਥੇ ਮਦਦ ਲਈ ਨਹੀਂ ਆਏ, ਆਪਦਾ ਹੱਕ ਲੈਣਾ ਹੈ। ਸਰਕਾਰ ਨੇ 37 ਸਾਲ ਪਹਿਲਾਂ ਐਲਾਨ ਕੀਤਾ ਸੀਗਾ ਕਿ ਪਦਮ ਸ਼੍ਰੀ ਕੌਰ ਸਿੰਘ ਨੂੰ 1 ਲੱਖ ਰੁਪਏ ਨਾਂ ਵਜੋਂ ਦਿੱਤਾ ਜਾਏ। ਮੈਂ ਉਹਨਾਂ ਪੈਸਿਆਂ ਦੀ ਗੱਲ ਕਰ ਰਿਹਾ ਸੀ। ਜੇ ਇੰਨਾ ਇੰਤਜ਼ਾਰ ਕਰ ਲਿਆ ਤਾਂ ਥੋੜਾ ਜਿਹਾ ਹੋਰ ਕਰ ਲਓ। ਆਪਣਾ ਨਾਂ ਲਿਖਵਾ ਦਿਓ, ਨੈਕਸਟ ਮੰਥ ਆ ਕੇ ਪਤਾ ਕਰ ਲਿਓ। ਨਾ ਨਾ ਪੁੱਤ, ਬੇਬੇ ਹੋਰ ਕਿੰਨਾ ਕੁ ਇੰਤਜ਼ਾਰ ਕਰੀਏ ਅਸੀਂ? ਹੈ ਇਹ ਕੁਝ ਕਹਿੰਦੇ ਨੂੰ ਤੁਸੀਂ 37 ਸਾਲ ਲੰਘਾਤੇ। ਪੁੱਤ ਇੰਨਾ ਗੁੱਸਾ ਨਾ ਕਰ। ਸ਼ਰਮ ਆ ਹੈ ਨਹੀਂ ਇਹਨਾਂ ਨੂੰ। ਬੀਬੀ ਆਪਣੇ ਮੁੰਡੇ ਨੂੰ ਸਮਝਾ, ਜਵਾਨੀ 'ਚ ਗਰਮ ਖੂਨ ਹੈ। ਇੰਨਾ ਗੁੱਸਾ ਸਿਹਤ ਲਈ ਚੰਗਾ ਨਹੀਂ ਹੁੰਦਾ। ਪੁੱਤ ਧੀਰਜ ਰੱਖ, ਤੂੰ ਆਪਦੇ ਬਾਪੂ ਵੱਲ ਦੇਖ। ਉਹਨਾਂ ਨੇ ਆਪਦੀ ਜ਼ਿੰਦਗੀ ਦੀ ਖੇਡ ਕਿੰਨੀ ਹਿੰਮਤ ਨਾਲ ਖੇਡੀ ਤੇ ਅੱਜ ਵੀ ਖੇਡ ਰਹੇ ਨੇ। ਲਓ ਵੀ ਹਰ ਵਾਰ ਦੀ ਤਰ੍ਹਾਂ ਮੁਕਾਬਲਾ ਸ਼ੁਰੂ ਹੋ ਚੁੱਕਾ ਰੱਸਾ ਕਸੀ ਦਾ। ਓ ਮਾਰੋ ਤਾੜੀ ਬਾਪੂ, ਮਾਰ ਲਾ ਤਾੜੀ ਓਏ। ਓ ਲਓ ਵੀ ਕੁੰਡੀਆਂ ਦੇ ਸਿੰਘ ਫਸ ਗਏ। ਕੋਈ ਨਿੱਤਰੂ ਪੜੇਵੇਂ ਖਾਣੀ, ਓ ਪੜੇਵੇਂ ਖਾਣੀ ਤਾਂ ਨਿੱਤਰ ਚੁੱਕੀ ਆ ਕਿਉਂਕਿ ਖਨਲ ਖੁਰਦ ਲਗਭਗ ਹਾਰ ਚੁੱਕੇ। ਮਾਰੋ ਤਾੜੀ ਉੱਚੇ ਪਿੰਡ ਵਾਲਿਆਂ ਲਈ ਓਏ। ਲੱਗਦਾ ਖਨਲ ਖੁਰਦੀਆਂ ਮੱਝਾਂ ਨੇ ਦੁੱਧ ਦੇਣਾ ਬੰਦ ਕਰਤਾ ਜਾਂ ਤਾਂ ਉਹਨਾਂ ਦੇ ਗੱਭਰੂ ਦੁੱਧ ਪੀਣਾ ਛੱਡ ਗਏ ਓਏ। ਉਹ ਕਹਿੰਦੇ ਚੱਲ ਚੱਲੀਏ ਮੇਲੇ ਨੂੰ, ਪਿਛੜੀਆਂ ਮੁੰਡਾ ਤੇਰਾ ਮੈਂ ਚੱਕ ਲੂ ਓਏ। ਓਏ ਓਏ ਸ਼ੌਂਕੀਆ, ਪੈਸੇ ਤਾਂ ਬਣੇ ਨਹੀਂ ਅੱਜ। ਕੋਈ ਦਿਮਾਗ ਲੜਾਉਣਾ ਪੈਣਾ। ਉਹ ਕਹਿੰਦਾ ਲੈ ਪੈ ਲਿਆ। ਉਹ ਉੱਚਾ ਪਿੰਡ ਜਿੱਤੂ, ਉੱਚਾ ਪਿੰਡ। ਉਹ ਖੰਨਣ ਖੁਰਦ ਵਾਲਿਓ, ਉਹ ਹੈ ਕੋਈ ਨਹੀਂ ਹੈ। ਉਹ ਕੋਈ ਤਾਂ ਹੋਊਗਾ, ਕੌੜਾ ਖੱਟਾ ਮਿੱਠਾ ਚਟੋਰਾ ਸਲੂਣਾ ਭੂਰਾ ਨੀਲਾ, ਜਿਹੜਾ ਖੰਨਣ ਖੁਰਦ ਨੂੰ ਬਚਾ ਲਵੇ ਓਏ। ਆਜਾ ਓਏ, ਪੈਸੇ ਆਪਾਂ ਉੱਚੇ ਪਿੰਡ ਵਾਲਿਆਂ ਤੋਂ ਲੈ ਲੈ, ਜਿਤਾਉਣਾ ਆਪਾਂ ਖਨਲ ਖੁਰਦ ਹੈ। ਜਾ ਕੋਰੇ ਨੂੰ ਬੁਲਾ ਕੇ ਲਿਆ। ਉੱਚੇ ਪਿੰਡ ਦੇ ਗੱਭਰੂਆਂ ਨੇ ਖਨਲ ਖੁਰਦ ਦੇ ਗੱਭਰੂਆਂ ਨੂੰ ਐ ਖਿੱਚ ਲਿਆ ਉਹ ਜਿਵੇਂ ਰੇਲ ਗੱਡੀ ਦੇ ਡੱਬੇ ਨੂੰ ਇੰਜਣ ਖਿੱਚਦਾ ਹੁੰਦਾ। ਚੱਕਦੇ ਓਏ ਖਨਲ ਖੁਰਦ ਵਾਲਿਓ, ਓਏ ਹੈ ਕੋਈ ਜੋ ਥੋੜੀ ਡੁੱਬਦੀ ਕਿਸ਼ਤੀ ਨੂੰ ਬਚਾ ਲਵੇ ਓਏ। ਓਏ ਲੜਾ ਲਓ ਦਿਮਾਗ ਓਏ। ਉਹ ਕਹਿੰਦੇ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਚੌਰਾ ਕਿਹੜਾ ਓਏ। ਉਹ ਪਾਸੇ ਹੋ ਜੋ ਆ ਗਿਆ ਖਨਲ ਖੁਰਦ ਦਾ ਕਾਰਾ ਓਏ।
ਲੈ ਵੀ ਕੋਰਿਆ ਆ ਨਵੇਂ ਜੇ ਤੂੰ ਰੱਖ ਲੈ। ਓਏ ਤੂੰ ਹਟ ਜਾ, ਮੈਂ ਤੈਨੂੰ 100 ਵਾਰੀ ਕਿਹਾ ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਮੈਨੂੰ ਪਸੰਦ ਨਹੀਂ ਹੈਗੀਆਂ ਇਹ। ਉਹ ਨਹੀਂ ਪਸੰਦ ਫਿਰ ਨਾ ਰੱਖ, ਆਪਾਂ ਨੂੰ ਤਾਂ ਵੀਰੇ ਆਹੀ ਪਸੰਦ ਹੈ। ਵੈ ਕਮਾਲ ਕਰਤੀ ਤੂੰ, ਓ ਪਿੰਡ ਦੀ ਸਾਡੇ ਪਿੰਡ ਦੀ ਸ਼ਾਨ ਹੈ ਤੂੰ ਕੋਰਿਆ। ਲੈ ਆ ਗਿਆ ਤੇਰਾ ਵਿਹਲੜ ਪੁੱਤ। ਯਾਦ ਰੱਖ ਕਰਨੈਲ, ਤੂੰ ਗੁੱਸੇ ਵਿੱਚ ਆ। ਹਾਂ ਮੈਨੂੰ ਯਾਦ ਹੈ, ਮੈਂ ਗੁੱਸੇ 'ਚ ਹਾਂ। ਪਰ ਮੈਂ ਗੁੱਸੇ 'ਚ ਕਿਉਂ ਆ? ਓਏ ਓਏ ਉਹ ਫੇਰ ਭੁੱਲ ਗਿਆ ਯਾਰ। ਮੋਟਰ ਖੋਲ ਕੇ ਪਤੰਦਰ ਪਤਾ ਨਹੀਂ ਕਿੱਥੇ ਭੱਜ ਗਿਆ। ਕੋਈ ਪਰਵਾਹ ਨਹੀਂ ਵੀ ਮੋਟਰ ਬੰਦ ਵੀ ਕਰਨੀ ਆ। ਸਾਰਾ ਖੇਤ ਪਾਣੀ ਪਾਣੀ ਹੋਇਆ ਪਿਆ ਸੀ। ਓ ਕੋੜਿਆ, ਉਹ ਮੋਟਰ ਬੰਦ ਕਰੋ ਕੋੜਿਆ। ਆ ਦੇਖ ਤੇਰੇ ਪਾਣੀ ਨੇ ਮੇਰੀ ਫਸਲ ਬਰਬਾਦ ਕਰਕੇ ਰੱਖਤੀ। ਬੇੜਾ ਬਹਿ ਜੇ ਤੇਰਾ ਕੱਖ ਨਾ ਰਹੇ। ਉਹ ਜੇ ਤੂੰ ਮੇਰੇ ਹੱਥੀਂ ਆ ਗਿਆ ਨਾ, ਦੇਖੀ ਤੇਰੇ ਦੰਦ ਤੋੜਨਾ ਮੈਂ। ਹਾਂ ਯਾਦ ਆ ਗਿਆ, ਮੈਂ ਗੁੱਸੇ 'ਚ ਆ। ਹੋ ਗਿਆ ਵੇਲੇ ਰੋਟੀ ਦਾ। ਪੂਰਾ ਦਿਨ ਪਿੰਡ 'ਚ ਕੁੱਤੇ ਪਕਾਈ ਕਰਦਾ ਫਿਰਦਾ, ਨਾ ਘਰ ਦਾ ਕੰਮ ਨਾ ਖੇਤਾਂ 'ਚ ਕੰਮ। ਕੋਈ ਸ਼ਰਮ ਹੈ ਤੈਨੂੰ ਬਗੈਰਤ ਨੂੰ? ਆ ਲੀੜਿਆਂ ਦਾ ਕੀ ਹਾਲ ਬਣਾਇਆ ਹੈ? ਕੰਮ ਕਰਦੇ ਨੂੰ ਕੋਈ ਹੈ ਨਹੀਂ, ਫਿਰ ਆ ਮਿੱਟੀ ਕਿੱਥੋਂ ਗਿਆ ਹੋਣਾ? ਮਿੱਟੀ ਨਾਲ ਮਿੱਟੀ ਦਾ ਤਾਇਆ ਚ ਪਿੰਡ ਦੀ ਇੱਜ਼ਤ ਹੋ ਜਾਂਦੀ ਜੇਕਰ ਕੋਰਾ ਨਾ ਹੁੰਦਾ। 25 ਪਿੰਡ ਇਕੱਠੇ ਹੋ ਗਏ ਸੀ ਮੇਲੇ 'ਚ ਤੇ ਸਾਰਿਆਂ ਦਾ ਦਿਲ ਕਰ ਰਿਹਾ ਸੀ ਵੀ ਉੱਚਾ ਪਿੰਡ ਜਿੱਤ ਜਾਵੇ। ਬਈ ਉਹਨਾਂ ਦੀ ਅਰਦਾਸ ਪੂਰੀ ਹੋਣ ਲੱਗੀ ਸੀ। ਫਿਰ ਪਤਾ ਕੀ ਹੋਇਆ? ਫਿਰ ਐਨ ਮੌਕੇ ਤੇ ਕੌਰਾ ਆ ਗਿਆ। ਹਾਂ। ਬਸ ਫਿਰ ਇੱਕ ਪਾਸੇ ਪਿੰਡ ਦੇ 25 ਗੱਭਰੂ ਤੇ ਦੂਜੇ ਪਾਸੇ ਆਪਣਾ ਕੌਰਾ ਐ ਕਲੀਸ ਕੇ ਸਾਣ ਵਾਂਗ ਮਾਰਿਆ ਪਰੇ ਸਾਰਿਆਂ ਨੂੰ। ਹਾਂ ਫਿਰ ਬਸ ਫਿਰ ਜਿੱਤ ਗਿਆ ਆਪਾਂ। ਤਾਈ ਤੂੰ ਸਹੀ ਕਹਿੰਦੀ ਸੀ, ਤੇਰਾ ਪੁੱਤ ਕੌਰਾ ਉਹਦਾ ਹੱਥ ਨਹੀਂ ਥੋੜਾ। ਲਾਹੌਰ ਪੁੱਤ, ਮੈਂ ਤਾਂ ਪਹਿਲਾਂ ਤੇ ਕਹਿੰਦੀ ਆਈ ਆ ਵੀ ਮੇਰਾ ਪੁੱਤ ਤਾਂ ਬਾਹਲਾ ਹੀ ਗੁਣੀ ਆ। ਪੀ ਦੁੱਧ ਪੁੱਤ। ਪੀਲਾ ਕੌਰਿਆ ਪੀਲਾ। ਤੂੰ ਹੁਣ ਐਂ ਕਰ, ਸਾਡੇ ਦੋਵਾਂ ਪਿਓ ਪੁੱਤਾਂ ਵਾਸਤੇ ਨਾ ਵਧੀਆ ਜੇ ਪਰੌਂਠੇ ਬਣਾ ਕੇ ਲਿਆ ਹੈ। ਤਾਇਆ ਪਿਓ ਪੁੱਤਾਂ ਲਈ ਮੈਂ ਲੈ ਤੈਨੂੰ ਦੁਨੀਆ ਵਿੱਚ ਚੋਰੀ ਕੁੱਟ ਕੇ। ਤਾਈ ਐ ਕਦੋਂ ਕਰਦੀ ਹੁੰਨੀ ਆ? ਉਹ ਚੱਲ ਕੋਈ ਨਹੀਂ, ਤੂੰ ਸਾਡੇ ਪਰੌਂਠੇ ਦੇ 2 ਬੁਰਕੇ ਖਾ ਲਿਆ। ਹਾਂ ਗੱਲ ਵਧੀਆ ਤਾਇਆ। ਲੈ ਫਿਰ ਤੂੰ ਵੀ ਪੀ ਲੈ। ਮੈਂ ਜਾਵਾਂ ਫਿਰ ਰੋਟੀ ਖਾਣ? ਹਾਂ ਜਾ ਬਦਾਮਾਂ ਵਾਲੀ ਖੀਰ ਖਾ ਤੇ ਸਿਹਤ ਬਣਾ, ਤਾਂ ਹੀ ਤਾਂ ਲੱਗੇਗਾ ਜੱਟ ਦਾ ਪੁੱਤ। ਚੱਲ ਨਿਕਲੇ ਤੋਂ ਪਹਿਲਾਂ ਯਾਦ ਆ ਜਾਵੇ। ਦੇਖਿਆ ਆਪਣੇ ਕੌਰੇ ਨੂੰ ਐ। ਮੱਖਣ ਸਿਆ ਕਿਵੇਂ ਆਉਣਾ ਹੋਇਆ? ਉਹ ਕਰਨੈਲਿਆ, ਉਹ ਐਸੀ ਤਾਂ ਆ ਕੇ ਕੋੜੇ ਦੀ ਕਰਤੂਤ ਦਸੀਏ। ਤੂੰ ਉਹਨੂੰ ਬਦਾਮਾਂ ਦੀ ਖੀਰ ਖਵਾਉਣ ਲੱਗਿਆ। ਹੈ ਕਰਤੂਤ? ਕਿਹੜੀ ਕਰਤੂਤ? ਉਹ ਭਲਕੜਾ, ਖੇਤ ਮੋਟਰ ਪਾਣੀ ਆਇਆ ਕੋਈ ਸੰਗ? ਕੌਰਾ, ਖੇਤ, ਮੋਟਰ, ਇਹਨਾਂ ਦਾ ਆਪਸ 'ਚ ਕੀ ਲੈਣ ਦੇਣ ਆ? ਕੌਰਿਆ! ਮੋਟਰ ਸਵੇਰੇ ਤੂੰ ਛੱਡੀ ਸੀ? ਹੈ ਧਾਰਾਂ ਵਿੱਚ ਹੋ ਗਈਆਂ। ਹੁਣ ਸਾਰਾ ਕੰਮ ਨਿਬੇੜ ਕੇ ਆਰਾਮ ਨਾਲ ਜਾ ਕੇ ਮੰਗੇ ਦੇ ਘਰ ਦੇਖੂਗੀ। ਲੈ ਅੱਧੀ ਰਾਤ ਤੱਕ ਤਾਂ ਦਿਮਾਗ ਖਾਦਾ ਸੀ ਅਕੇ ਆਥਣੇ ਜਲਦੀ ਜਾਣਾ। ਲੈ ਆ ਬੈਠਾ ਮੂਰਤੀ ਬਣਿਆ। ਵੇ ਤੈਨੂੰ ਕਹਿਨੀ ਆ ਸਰਦਾਰ ਜੀ, ਤੇ ਮੰਗੇ ਦੀ ਜੰਨ 'ਚ ਜਾਣਾ ਕਿ ਨਹੀਂ? ਕੌਣ ਮੰਗਾ? ਮੇਰਾ ਪਿਓ। ਲੈ ਦੱਸ, ਹੁਣ ਵਿਆਹ ਕਰ ਲਿਆ, ਮੈਨੂੰ ਸੱਦਿਆ ਹੀ ਨਹੀਂ। ਆਹੋ ਮਾੜੀ ਗੱਲ ਕੀਤੀ ਮੇਰੇ ਪਿਓ ਨੇ ਮੇਰਾ ਵਿਆਹ ਰੱਖ ਕੇ ਤੇ ਤੈਨੂੰ ਸੱਦ ਲਿਆ। ਵੇ ਗੁਆਂਢੀਆਂ ਦੇ ਮੁੰਡੇ ਦੀ ਜੰਨ 'ਚ ਮਰਨਾ ਆਪਾਂ। ਉਹ ਤਾਂ ਤੜਕੇ ਆ ਨਾ। ਉਧਰ ਸੂਰਜ ਵੱਲ ਦੇਖ, ਤੜਕਾ ਹੋ ਗਿਆ ਕਿ ਨਾ? ਨਾ ਹੁਣ ਚਾਨਣ ਕਰ ਲਈ ਦੂਜਾ ਸੂਰਜ ਗਾਵਾਂ। ਹਾਂ ਤੜਕਾ ਤਾਂ ਹੋ ਗਿਆ। ਚੰਗਾ ਕੀਤਾ ਤੂੰ ਮੈਨੂੰ ਚੇਤੇ ਕਰਾਤਾ। ਅੱਛਾ ਗੱਲ ਸੁਣ, ਆਪਣਾ ਕੋਰਸੋਂ ਉੱਠ ਗਿਆ? ਉਹ ਤਾਂ ਸਵੇਰ ਦਾ ਨਿਕਲ ਗਿਆ ਤਿਆਰ ਹੋ ਕੇ ਸ਼ੌਂਕੀ ਨਾਲ। ਸ਼ੌਂਕੀ ਆਪ 40 ਸਾਲ ਦਾ ਹੋ ਗਿਆ, ਨਾ ਆਪ ਕੁਛ ਕਰਦਾ ਨਾ ਮੇਰੇ ਮੁੰਡੇ ਨੂੰ ਕੁਛ ਕਰਨ ਦਿੰਦਾ। ਜੇ ਮੇਰੇ ਉਹ ਸਾਹਮਣੇ ਆ ਗਿਆ ਨਾ ਤਾਂ ਮੈਂ ਉਹਨੂੰ ਉਹ ਮਾਰ ਦੇਣੀ ਆ। ਅਬ ਕੀ ਆਂਦੇ ਉਹਨੂੰ? ਠਾਠਾ। ਕੀ ਹੋਇਆ ਸ਼ੌਂਕੀ? ਉਹ ਜੰਗ ਲੱਗੀ ਹੈ ਬੰਦੂਕ। ਤੁਸੀਂ ਗਲਤ ਬੰਦੇ ਨੂੰ ਫੜਾਤੀ ਬੰਦੂਕ। ਬਾਪੂ ਕੋਈ ਹੋਰ ਨਹੀਂ ਸੀ ਮਿਲਦਾ? ਹੋ ਠਹਿਰ ਜਾ ਸ਼ੌਂਕੀ। ਉਹ ਛੱਡ ਚੱਲ ਚੱਲੀਏ। ਐ ਕਿਵੇਂ ਚੱਲੀਏ? ਉਹ ਮੇਰੇ ਯਾਰ ਦਾ ਵਿਆਹ ਹੈ, ਵਾਰ-ਵਾਰ ਥੋੜਾ ਹੋਣਾ। ਜਿਸ ਹਿਸਾਬ ਨਾਲ ਤੂੰ ਦੇਰ ਕਰਨ ਲੱਗਾ ਨਾ, ਤੇ ਮੈਨੂੰ ਲੱਗਦਾ ਇੱਕ ਵਾਰ ਵੀ ਨਹੀਂ ਹੋਣਾ। ਉਹ ਤਾਇਆ ਤੂੰ ਰਹਿਣ ਦੇ, ਇੱਕ ਦੇ ਜ਼ੋਰ ਨਾਲ ਲੈ ਕੇ ਜਾਵਾਂਗੇ ਜੱਟੀ ਨੂੰ। ਕਿਉਂ ਮੰਗਿਆ? ਓਏ ਸ਼ਰਮ ਕਰ ਸ਼ੌਂਕੀਆ, ਅਸੀਂ ਨੋ ਲੈਣ ਚੱਲੇ ਆ, ਕਬਜ਼ਾ ਨਹੀਂ। ਹੁਣ ਦੇਖੋ ਤੂੰ। ਕਰਦਾ ਨਹੀਂ ਤੂੰ, ਓਏ ਟਲ ਜਾ।
ਲੈ ਜਾ ਓਏ ਹੁਣ ਵੀ ਨਹੀਂ ਚੱਲੀ ਤੇਰੇ ਤੋਂ ਭਾਈ ਰੋਣ ਤਾਂ ਇੱਥੇ ਹੈ ਤੂੰ ਖਾਲੀਓ ਚਲਾਈ ਜਾਂਦਾ ਸਵਾਹ ਚੱਲਣੀ ਹੈ ਹੱਦ ਹੋ ਗਈ ਆਜੋ ਭਾਈ ਜਾ ਓਏ ਜੋਗਿਆ ਕਿੱਥੇ ਮਰ ਗਏ ਸਾਰੇ ਤੇ ਸਾਲੀ ਗਰਮੀ ਇੰਨੀ ਆ ਮੈਂ ਲਾਣਾ ਕਿ ਕੈਦੀਆਂ ਹੋਰ ਬਾਈ ਕਿਵੇਂ ਉਹ ਆ ਕਿਵੇਂ ਪਸੀਨੋ ਪਸੀਨੀ ਹੋਇਆ ਪਿਆ ਆ ਕੋਟ ਕਿਉਂ ਪਿਆ ਗਰਮੀ ਚ ਨਹੀਂ ਹੈ ਨਾਲੇ ਆ ਕਿਉਂ ਪਟਾ ਜੇ ਹੈ ਉਹ ਬਿੱਜੂ ਜਿਆ ਆ ਪਟਾ ਨਹੀਂ ਟਾਈ ਹੈ ਟਾਈ ਤਾਈ ਉਹ ਅੰਗਰੇਜ਼ੀ ਵਾਲੀ ਟਾਈ ਉਹ ਪੜਨ ਲਿਖਣ ਦਾ ਆਹੀ ਫਾਇਦਾ ਹੁੰਦਾ ਉਹ ਨਾਲੇ ਕੋੜੇ ਤੂੰ ਪਤਾ ਕਰਕੇ ਆ ਯਾਰ ਬ੍ਰੇਕਫਾਸਟ ਕਰਾਉਣਗੇ ਕਿ ਸਿੱਧਾ ਲੰਚ ਹੀ ਇੱਕ ਤਾਂ এনवायरमेंट ਇੰਨਾ ਤੱਤਾ ਹੋਇਆ ਪਿਆ ਪਹਿਲਾਂ ਹੀ ਪਤਾ ਹੁੰਦਾ ਨਾ ਮੈਂ ਤਾਂ ਘਰੋਂ ਹੀ ਰੋਟੀ ਬਣਵਾ ਲਿਆਣੀ ਸੀ ਜਾ ਪੁੱਛ ਕੇ ਆ ਫੂਡ ਰੈਡੀ ਫੂਡ ਰੈਡੀ ਉਹ ਕੀ ਹੁੰਦਾ ਉਹ ਮਾਮਾ ਫੂਡ ਰੈਡੀ ਉਹ ਮਤਲਬ ਖਾਣਾ ਤਿਆਰ ਹੈ ਜਾਂ ਪੁੱਛ ਕਿਸੇ ਨੂੰ ਮਤਲਬ ਵਾਟ ਇਜ਼ ਦਿਸ ਬ੍ਰਦਰ ਮੈਂ ਇੱਥੇ ਆਪਣੇ ਵਿਆਹ ਤੇ ਆਇਆ ਯਾਰ ਕਿ ਭੁੱਖ ਹੜਤਾਲ ਤੇ ਸ਼ਾਂਤੀ ਰੱਖ ਪਤਾ ਕਰਕੇ ਆਉਂ ਵੈਸੇ ਸਾਰੇ ਮੈਨੂੰ ਤੇਰੇ ਨੰਗ ਹੀ ਲੱਗਦੇ ਆ ਆ ਨਹੀਂ ਜੀ ਸਾਡੇ ਉੱਚੇ ਪਿੰਡ ਤੋਂ ਸਰਪੰਚ ਸਾਹਿਬ ਅਤੇ ਆ ਸਾਡੀ ਸਰਪੰਚਨੀ ਸਾਹਿਬਾ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਧੰਨ ਭਾਗ ਸਵਾਗਤ ਹੈ ਤੁਹਾਡਾ ਬਲਜੀਤ ਪੁੱਤ ਆ ਜਾ ਹਾਂਜੀ ਬੇਬੇ ਸਤਿ ਸ਼੍ਰੀ ਅਕਾਲ ਜੀ ਬਲਜੀਤ ਪੁੱਤ ਆਪਣਾ ਗੁਰਪ੍ਰੀਤ ਹੋ ਗਈ ਤਿਆਰ ਕਿ ਨਹੀਂ ਪੁੱਤ ਦੇਖ ਖਾਣ ਪੀਣ ਦੀਆਂ ਸਾਰੀਆਂ ਤਿਆਰੀਆਂ ਨੇ ਨਾ ਆਪਾਂ ਬਰਾਤੀਆਂ ਦੀ ਸੇਵਾ 'ਚ ਕੋਈ ਕਮੀ ਨਹੀਂ ਰੱਖਣੀ ਨਾ ਕਰੋ ਜੀ ਕਿਉਂ ਭੈਣ ਜੀ ਨਾ ਬਿਲਕੁਲ ਜਾ ਪੁੱਤ ਜਾ ਹਾਂਜੀ ਆ ਲਓ ਜੀ ਤੁਸੀਂ ਤਾਂ ਲਓ ਪਕੌੜੇ ਜਮੇ ਹੀ ਕੱਚੇ ਨੇ ਕਦ ਤਿਆਰ ਕਰੋਗੇ ਜਦ ਬਰਾਤ ਵਾਪਸ ਚਲੇਗੀ ਆ ਜਲੇਬੀਆਂ ਨੇ ਹਾਏ ਹਾਏ ਜਮਾ ਸੁੱਕੀਆਂ ਪਈਆਂ ਇਹਦੇ ਚ ਪੂਰਾ ਚਾਸ਼ਨੀ ਪਾ ਦੇ ਨਾ ਗੋਭੀ ਤਰੀ ਵਾਲੀ ਬਣਾਈ ਬੈਠੇ ਹੋ ਭੈਣ ਜੀ ਗੋਭੀ ਦਾ ਫੁੱਲ ਤਾਂ ਗਲਤੀ ਨਾਲ ਗਿਰ ਗਿਆ ਜੀ ਵੈਸੇ ਤੇ ਮਟਰ ਪਨੀਰ ਹੈ ਪਨੀਰ ਦੇਖਦਾ ਤਾਂ ਹੈ ਨਹੀਂ ਕਿਤੇ ਲੱਗਦਾ ਬਰਾਤੀਆਂ ਨੂੰ ਨਾ ਚੁੱਭੀਆਂ ਮਾਰ ਕੇ ਪਨੀਰ ਲੱਭਣਾ ਪੈਣਾ ਨਾ ਇੱਕ ਕੰਮ ਕਰਿਓ ਨਾਲ ਇੱਕ ਚਾਹ ਪਾਣੀ ਵੀ ਦੇ ਦਿਓ ਜੋ ਪੁਣ ਕੇ ਪਨੀਰ ਤਾਂ ਥਿਆ ਜੇ ਕਿਸੇ ਕੰਮ ਦੇ ਨਹੀਂ ਹੈਗੇ ਨਾ ਤੂੰ ਮੇਰੇ ਵੱਲ ਕੀ ਬਿਟਰ ਝਾਕੀ ਜਾਨਾ ਜਾ ਕੇ ਅੰਦਰੋਂ ਪਨੀਰ ਲੈ ਕੇ ਆ ਪਨੀਰ ਕਿੱਥੇ ਹੈ ਨਾ ਇਹ ਜਿਹੇ ਬੰਦੇ ਰੱਖਦੇ ਕਾਨੂੰ ਜਿਨ੍ਹਾਂ ਨੂੰ ਕੱਖ ਨਹੀਂ ਪਤਾ ਕੋਰਿਆ ਤੂੰ ਇੱਥੇ ਕੀ ਕਰਦਾ ਆਪਾਂ ਨੂੰ ਮੰਗਾ ਡਿੱਗਦਾ ਚੱਲ ਚੱਲੀਏ ਚੱਲ ਤੁਸੀਂ ਬਰਾਤੀ ਸੱਜਣੋ ਚੱਲ ਡਾਕੀ ਹੈ ਚਿੱਠੀ ਪਾਉਣ ਆਇਆ ਪਾਣੀ ਦੱਸੋ ਨਹੀਂ ਰੁਕ ਹਾਏ ਰੱਬਾ ਮੈਂ ਪਤਾ ਨਹੀਂ ਤੁਹਾਨੂੰ ਕੀ ਕੁਝ ਬੋਲਤਾ ਮੈਨੂੰ ਤੁਸੀਂ ਨਾ ਹਲਵਾਈ ਲੱਗੇ ਹਲਵਾਈ ਵੈਸੇ ਤੁਸੀਂ ਇੱਥੇ ਕੀ ਕਰਦੇ ਹੋ ਹਾਂ ਮੈਂ ਨਾ ਦੇਖਣ ਆਇਆ ਸੀ ਫੂਡ ਰੈਡੀ ਕੀ ਫੂਡ ਰੈਡੀ ਅੰਗਰੇਜ਼ੀ ਮੀਡੀਅਮ ਮਤਲਬ ਖਾਣਾ ਤਿਆਰ ਹੈ ਹਾਂ ਵੈਸੇ ਮੈਂ ਦੇਖਿਆ ਤੁਸੀਂ ਨਾ ਖਾਣੇ ਦੀ ਮਾਸਟਰੀ ਕੀਤੀ ਹੋਈ ਹੈ ਇਹਨਾਂ ਨੂੰ ਨਾ ਕੱਖ ਨਹੀਂ ਆਉਂਦਾ ਜੇ ਇਹਨਾਂ ਸਰਾਣੇ ਨਾ ਖੜੋ ਇਹ ਤਾਂ ਗੁਲਾਬ ਜਾਮਣਾ ਨਮਕੀਨ ਬਣਾ ਦੇਣ ਦੇਖੋ ਜੀ ਸਵਾਦ ਖਾਣਾ ਨਾ ਸੋਹਣੀ ਕੁੜੀਆਂ ਹੀ ਬਣਾ ਸਕਦੀਆਂ ਇਹੋ ਜਿਹੇ ਢਿੱਡਲ ਥੋੜੀ ਮਤਲਬ ਸਵਾਦ ਖਾਣਾ ਬਣਾਉਣ ਦਾ ਹੁਨਰ ਜੋ ਕੁੜੀਆਂ ਕੋਲੇ ਹੁੰਦਾ ਹੈ ਬੰਦਿਆਂ ਕੋਲੇ ਥੋੜੀ ਕਿਉਂ ਸ਼ੌਂਕੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਜੀ ਚੱਲੀਏ ਭਰਾਵਾ ਹੁਣ ਚੱਲ ਅੱਛਾ ਇੱਕ ਗੱਲ ਹੋਰ ਆ ਮੱਥੇ ਤੇ ਨਾ ਤਿਉੜੀਆਂ ਨਾ ਪਾਇਆ ਕਰੋ ਚੱਲੇਗਾ ਹੁਣ ਕਿ ਤਿਉੜੀਆਂ ਘਟਾ ਕੇ ਜਾਏਂਗੇ ਆ ਤਿਉੜੀਆਂ ਕੱਢ ਲਿਓ ਜੀ ਮੱਥੇ ਤੋਂ ਚਲੋ ਸ਼ੌਂਕੀ ਨੂੰ ਨਾ ਪਤਾ ਕਰਨ ਭੇਜਿਆ ਸੀ ਕਰ ਲਿਆ ਹੋਣਾ ਪਤਾ ਹੁਣ ਕਰ ਲਿਆ ਹੋਣਾ ਮੈਂ ਤਾਂ ਸ਼ੌਂਕੀ ਤੇਜ ਕੋਰਿਆ ਹਾਂ ਭਾਬੀ ਦਾ ਨਾਮ ਪਤਾ ਲੱਗ ਗਿਆ ਭਾਬੀ ਦਾ ਇੱਧਰ ਆ ਜਾ ਭਾਬੀ ਦਾ ਨਾਮ ਹੈ ਬਲਜੀਤ ਉਹ ਜਿੱਦ ਕਰ ਰਹੀ ਹੈ ਮੈਂ ਘੋੜਸਵਾਰੀ ਸਿੱਖਣੀ ਹੁਣ ਤੇ ਤੋਂ ਸਿਵਾ ਘੋੜਸਵਾਰੀ ਕਿਸ ਨੂੰ ਆਉਂਦੀ ਨਹੀਂ ਤੂੰ ਇੱਧਰ ਉਹਨੂੰ ਘੋੜਸਵਾਰੀ ਸਿਖਾਈ ਉਧਰੋਂ ਫਸੀ ਲੈ ਓਏ ਗੱਲ ਸੁਣ ਮੇਰੀ ਨੋ ਹਾਰਸ ਰਾਈਡਿੰਗ ਉਹ ਹਾਰਸ ਰਾਈਡਿੰਗ ਕੋਈ ਘੋੜਸਵਾਰੀ ਨਹੀਂ ਹੋਣੀ ਦੁਬਾਰਾ ਬੋਲੀ ਉਹ ਹਾਰਸ ਰਾਈਡਿੰਗ
ਮੈਂ ਕਿਹਾ ਵਿਆਹ ਦਾ ਕੰਮ ਹੈ, ਹਲਵਾਈ ਗਾਲੀ ਨਾ ਸੁਣੇ, ਕਿਸੇ ਦੇ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਮਹਾ ਪੰਚਾਇਤ ਕੜੀ ਸ਼ਰਮ ਕਰ ਫਿਰ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਸੀਂ ਬਰਾਤੀ ਆ ਜੀ, ਪ੍ਰਾਹੁਣੇ ਦੇ ਯਾਰ ਬੇਲੀ। ਮੈਂ ਸ਼ੌਂਕੀ ਤੇ ਕੌਰ ਸਿੰਘ ਹੈ ਜੀ। ਵਾਹ ਜੀ ਵਾਹ। ਹਾਂ ਹੀ ਦੱਸੋ। ਮੈਂ ਸੁਣਿਆ ਤੁਸੀਂ ਬੜੇ ਪਰੇਸ਼ਾਨ ਰਹਿੰਦੇ ਹੋ। ਉਹ ਬਲਜੀਤ ਨੇ ਘੋੜਸਵਾਰੀ ਸਿੱਖਣੀ ਹੈ ਨਾ, ਜਿੱਦ ਕਰੀ ਜਾਂਦੀ ਆ ਉਹ। ਤੁਸੀਂ ਚਿੰਤਾ ਨਾ ਕਰੋ ਸਰਪੰਚ ਸਾਹਿਬ, ਆਪਣੇ ਕੌਰੇ ਨੂੰ ਆਉਂਦੀ ਆ ਘੋੜਸਵਾਰੀ, ਇਹ ਸਿਖਾ ਦੂਗਾ। ਕਿਉਂ ਕੌਰਿਆ? ਹਾਂ ਹਾਂ, ਹਾਰਸ ਰਾਈਡਿੰਗ। ਕੀ ਕਿਹਾ ਕਾਕਾ? ਹਾਰਸ ਰਾਈਡਿੰਗ मतलब अंग्रेजी मीडियम घोड़सवारी। ਦੇਖੋ ਸਰਪੰਚ ਸਾਹਿਬ, ਅੱਛਾ ਹੁਣ ਤਾਂ ਆਪਾਂ ਰਿਸ਼ਤੇਦਾਰ ਹੋ ਗਏ। ਜੇ ਰਿਸ਼ਤੇਦਾਰ ਹੋ ਕੇ ਵੀ ਆਪਾਂ ਇੱਕ ਦੂਜੇ ਦੇ ਕੰਮ ਨਾ ਆਏ, ਫਿਰ ਆਪਣੀ ਰਿਸ਼ਤੇਦਾਰੀ ਕਾਹਦੀ, ਹਨਾ? ਤੁਸੀਂ ਬਸ ਬਲਜੀਤ ਨੂੰ ਬੁਲਾਓ। ਕਿਉਂ ਕੌਰਿਆ? ਬੁਲਾਓ ਜੀ। ਹਾਂ ਬੁਲਾਉਨੇ ਆ। ਬਲਜੀਤ, ਏ ਬਲਜੀਤ। ਬਣ ਗਈ ਗੱਲ। ਹੁਣ ਤਾਂ ਚੱਕ ਦੇਣੇ ਫੱਟੇ। ਕੋਈ ਹੋਰ ਕੰਮ ਹੋਇਆ ਕਦੇ ਵੀ ਦੱਸ ਦਿਓ। ਸ਼ੌਂਕੀ ਯਾਰ, ਆਪਾਂ ਤਾਂ ਯਾਰ ਛੋਟੀ ਕੁੜੀ ਤੇ ਸਿੱਖਿਆ ਸੀ, ਇਹ ਤਾਂ ਬੜੀ ਵੱਡੀ ਕੁੜੀ ਆ ਯਾਰ। ਕੋਈ ਨਹੀਂ, ਮੈਂ ਸਿਖਾ ਦੂੰਗਾ ਪਿੱਛੇ। ਉਹ ਨਹੀਂ ਮੈਂ ਕੋਈ ਗੱਲ ਨਹੀਂ। ਤੂੰ ਬਲਜੀਤ? ਹਾਂਜੀ ਮੈਂ ਬਲਜੀਤ। ਦਾਦਾ ਜੀ ਨੇ ਕਿਹਾ ਤੁਸੀਂ ਮੈਨੂੰ ਕੁਝ ਸਵਾਰੀ ਸਿਖਾਣੀ ਹੈ। ਚਲੋ ਚਲੋ ਸਿਖਾਓ ਨਾ। ਸਿਖਾ ਦੇ ਭਰਾਵਾ। ਕੀ ਕਰਾਂ ਹੁਣ? ਨੀ ਕਿਹੜੇ ਅੰਬਰਾਂ ਚੋਂ ਹੁਸਨ ਉਤਾਰਿਆ, ਨੀ ਤੂੰ ਅੱਖ ਚ ਡਬੋ ਕੇ ਜੱਟ ਮਾਰਿਆ। ਲੱਗੇ ਪੁੰਨਿਆਂ ਦਾ ਚੰਨ ਤੇਰੇ ਪੈਰ ਵਰਗਾ, ਨੀ ਤੇਰਾ ਨਖਰਾ ਹੋ ਜਿਉਣੇ ਮੋੜਦੀ ਬੰਦੂਕ ਵਾਲੇ ਪੈਰ ਵਰਗਾ, ਨੀ ਤੇਰਾ ਨਖਰਾ ਹੋ ਜਿਉਣੇ ਮੋੜਦੀ ਬੰਦੂਕ ਵਾਲੇ ਪੈਰ ਵਰਗਾ, ਨੀ ਤੇਰਾ ਨਖਰਾ ਹੈ, ਨੀ ਤੇਰਾ ਨਖਰਾ। ਵੇ ਮਾਰੇ ਤੇਰੀ ਵੀ ਜਵਾਨੀ ਕਿਲਕਾਰੀਆਂ, ਓ ਮਾਰੇ ਤੇਰੀ ਵੀ ਜਵਾਨੀ ਕਿਲਕਾਰੀਆਂ, ਪਾਈ ਰੱਖਦਾ ਏ ਸੁੱਕਣੇ ਕੁਵਾਰੀਆਂ। ਧੰਨ ਹੋ ਗਈ ਵੇ ਹੋ ਗਈ ਵੇ ਹੋ ਗਈ ਵੇ, ਧੰਨ ਹੋ ਗਈ ਮੁਟਿਆਰ ਵੀ ਦੀਦਾਰ ਕਰਕੇ ਵੇ ਤੇਰੀ ਅੱਖ ਨੇ ਆ ਰੱਖ ਤੇ ਮੇਰੇ ਗਣੀ ਸ਼ਿਕਾਰ ਕਰਕੇ ਵੇ ਤੇਰੀ ਅੱਖ ਨੇ, ਰੱਖ ਤੇ ਮੇਰੇ ਗਣੀ ਸ਼ਿਕਾਰ ਕਰਕੇ ਵੇ ਤੇਰੀ ਅੱਖ ਨੇ। ਨੀ ਤੂੰ ਤੈਰਨੇ ਸਿਖਾਈਆਂ ਮੁਰਗਾਬੀਆਂ, ਬਹਿ ਗਿਆ ਰਿਸ਼ੀ ਮੁੰਨੀ ਤੋੜ ਕੇ ਸਮਾਧੀਆਂ। ਨੀ ਤੂੰ ਤੈਰਨੇ ਸਿਖਾਈਆਂ ਮੁਰਗਾਬੀਆਂ, ਬਹਿ ਗਿਆ ਰਿਸ਼ੀ ਮੁੰਨੀ ਤੋੜ ਕੇ ਸਮਾਧੀਆਂ। ਰੂਪ ਨੀਲਿਆਂ ਸਮੁੰਦਰਾਂ ਦੀ ਲਹਿਰ ਵਰਗਾ, ਨੀ ਤੇਰਾ ਨਖਰਾ ਜਿਉਣੇ ਮੋੜਦੀ ਬੰਦੂਕ ਵਾਲੇ ਪੈਰ ਵਰਗਾ, ਨੀ ਤੇਰਾ ਨਖਰਾ ਹੋ ਜਿਉਣੇ ਮੋੜਦੀ ਬੰਦੂਕ ਵਾਲੇ ਪੈਰ ਵਰਗਾ, ਨੀ ਤੇਰਾ ਨਖਰਾ ਹੈ, ਨੀ ਤੇਰਾ ਨਖਰਾ। ਰਾਜ ਕਾਕੜੇ ਮੈਂ ਟੰਗੀ ਤੇਰੇ ਪਿਆਰ ਦੀ, ਹਾਂ ਰਾਜ ਕਾਕੜੇ ਮੈਂ ਟੰਗੀ ਤੇਰੇ ਪਿਆਰ ਦੀ। ਬੇਬੇ ਮਿਰਚਾਂ ਮੇਰੇ ਤੋਂ ਨਤਵਾਰ ਦੀ, ਤੂੰ ਛੱਡੀ ਚੋਪਰਾ ਸ਼ੁਦੈਣ ਮੁਟਿਆਰ ਕਰਕੇ ਵੇ ਤੇਰੀ ਅੱਖ ਨੇ, ਤੇਰੀ ਅੱਖ ਨੇ ਹਾਂ ਰੱਖ ਤੇ ਮੇਰੇ ਗਣੀ ਸ਼ਿਕਾਰ ਕਰਕੇ ਵੇ ਤੇਰੀ ਅੱਖ ਨੇ। ਜਿਉਣੇ ਮੋੜਦੀ ਬੰਦੂਕ ਵਾਲੇ ਪੈਰ ਵਰਗਾ, ਨੀ ਤੇਰਾ ਨਖਰਾ ਰੱਖ ਤੇ ਮੇਰੇ
ਧਿਆਨ ਨਾਲ ਜਾਇਓ ਪੁੱਤ। ਆ ਲੈ ਤੇਰਾ ਸ਼ਗਨ। ਆ ਫੜ। ਮੰਗਾ ਚੱਲਿਆ ਫੇਰ ਪਾਉਣ ਨਾਲ ਹੀ ਚੱਲਦੇ ਆਪਾਂ ਬਲਜੀਤ ਦੇ ਪਿੰਡ। ਉਹ ਵੱਡੇ ਆਸ਼ਕਾ ਜੇ ਆਪਾਂ ਨੂੰ ਕਿਸੇ ਨੇ ਦੇਖ ਲੈਣਾ ਉੱਥੇ ਤਨ ਮਨ ਧਨ ਨਾਲ ਕੁੱਟਣਗੇ। ਸਤਿ ਸ਼੍ਰੀ ਅਕਾਲ ਜੀ। ਓਏ ਉਹ ਤੁਸੀਂ ਇੱਥੇ? ਓਏ ਤੂੰ ਸਾਡੇ ਬਚਪਨ ਦਾ ਯਾਰ ਹੈ, ਕੱਲਾ ਥੋੜੀ ਜਾਏਗਾ ਫੇਰ ਪਾਉਣ। ਕਿਉਂ ਸ਼ੌਂਕੀ? ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਅਸੀਂ ਨਾਲ ਜਾਵਾਂਗੇ, ਤੂੰ ਲੱਡੂ ਉਡਾ ਜੱਤੀ। ਚਲੋ 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 ਆਜੋ ਚੱਲ 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 ਚੱਲ। ਉਹ ਜਾ ਛੇਤੀ ਕਰੋ। ਕੌਰਾ ਓ ਕੌਰਾ ਤੋੜ ਲਾ ਹੁਣ। ਮਰ ਗਿਆ ਓਏ, ਇਹ ਕਿੱਥੋਂ ਆ ਗਿਆ? ਤੂੰ ਇੱਥੇ ਕਰਦਾ? ਬਾਪੂ ਉਹ ਮੰਗੇ ਨੇ ਨਾ ਫੇਰ ਪਾਉਣ ਜਾਣਾ ਸੀ। ਉਹ ਕਹਿੰਦਾ ਮੈਨੂੰ ਡਰ ਲੱਗਦਾ। ਤਾਇਆ ਬਹੁਤ ਡਰਦਾ ਏ। ਅੱਛਾ ਮੰਗਾ ਬਹੁਤ ਡਰਦਾ? ਮੰਗਿਆ ਤੈਨੂੰ ਬਹੁਤ ਡਰ ਲੱਗਦਾ? ਤੇਰੇ ਸਾਰੇ ਡਕੈਤ ਆ ਹੈ? ਉਹ ਖੇਤਾਂ ਨੂੰ ਪਾਣੀ ਕੌਣ ਦੂਗਾ? ਤੇਰਾ ਪਿਓ। ਝੋਨੇ ਨੂੰ ਦਵਾਈ ਕੌਣ ਪਾਊਗਾ? ਤੇਰਾ ਪਿਓ। ਆਰਤੀ ਨੂੰ ਪੈਸੇ ਕੌਣ ਦੂਗਾ? ਤੇਰਾ ਪਿਓ। ਛੱਤਰ ਮਾਰ ਮਾਰ ਕੇ ਨਾ ਸਿਰ ਗੰਜਾ ਕਰ ਦੂ ਤੇਰਾ। ਨਾ ਤਾਇਆ, ਗੰਜਾ ਨਹੀਂ। ਉਹ ਤਾਇਆ ਤੂੰ ਸਮਝਿਆ ਨਹੀਂ। ਪਹਿਲਾਂ ਹਥਿਆਰ ਥੱਲੇ ਸਿੱਟ ਹਥਿਆਰ। ਲੈ ਤਾਇਆ ਤੂੰ ਭਾਬੀ ਨੂੰ ਦੇਖ, ਗਹਿਣੇ ਨਾਲ ਲੱਦੀ ਹੋਈ, ਗਲ 'ਚ ਰਾਣੀ ਹਰ ਪਾਇਆ ਹੋਇਆ ਤਾਇਆ। ਉੱਪਰੋਂ ਜ਼ਮਾਨਾ ਬਹੁਤ ਖਰਾਬ ਹੈ ਤਾਇਆ, ਕਾਲੇ ਕੱਛੇ ਵਾਲੇ ਘੁੰਮਦੇ ਪਏ ਨੇ ਤਾਇਆ। ਕੱਲੂ ਜੇ ਭਾਬੀ ਦਾ ਗਲਾ ਵੱਢ ਕੇ ਕੋਈ ਹਾਰ ਲੈ ਗਿਆ ਫੇਰ ਤਾਇਆ। ਹਾਰ ਦਾ ਤਾਂ ਕੁਛ ਨਹੀਂ, ਗਲਾ ਨਹੀਂ ਨਾ ਵੱਢਣਾ ਚਾਹੀਦਾ ਤਾਇਆ। ਹੁਣ ਗਲਾ ਬਚਾਈਏ ਕਿ ਖੇਤ ਬਚਾਈਏ ਦੱਸ? ਬਾਪੂ ਫਿਰ ਮੈਂ ਜਾਵਾਂ? ਜਾ ਪੁੱਤ ਗਲਾ ਬਚਾ ਲਾ। ਤਾਇਆ ਅਸੀਂ ਗਲਾ ਬਚਾਉਨੇ, ਤੂੰ ਮੰਗੇ ਦੇ ਵਿਆਹ ਦਾ ਲੱਡੂ ਖਾ। ਚੱਲ 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 ਤੋਰ ਲਾ ਹੁਣ ਕਿ ਧੱਕਾ ਲਾਵਾਂ। ਚੱਲ ਤੁਰਨ। ਕੋਰਿਆ ਰਹਿਣ ਤੇ ਮਰਵਾਏਗਾ ਤੂੰ। ਉਹ ਯਾਰ ਉਂਝ ਮੂਕ ਮਾਰੀ ਨੇ। ਆ ਜਾ ਆ ਜਾ ਚੱਲ ਆ ਜਾ। ਉਹ ਸਿੱਧਾ ਹੀ ਮੂੰਹ ਚੱਕ ਲੈ ਕੇ ਬੁੜਾ ਨਾ ਬੈਠਾ ਹੋਵੇ। ਉਹ ਕੁਛ ਨਹੀਂ ਹੁੰਦਾ, ਆ ਜਾ। ਕੋਰੇ ਰਹਿਣ ਦੇ। ਓਏ ਲੱਤਾਂ ਤੜਾਉਣੀਆਂ, ਤਾਜੀ ਲਿਪੀ ਹੋਈ ਕੰਧ ਹੈ। ਤੂੰ ਸੋਚ ਲੈ ਫਿਰ ਕੁਛ। ਆਓ ਸੋਚਦਾ। ਸਾਲਿਆਂ ਨੇ ਬੇਲਾ ਲੱਗਦਾ ਸਜਾਵਟ ਲਈ ਰੱਖੀਆਂ ਹੋਈਆਂ ਨਾ। ਉਹ ਤਾਂ ਸਰਪੰਚ। ਕੀ ਤੂੰ ਤੋਰੀਆਂ ਤੋੜੀਆਂ ਨੇ? ਆ ਫੜੇ ਨੂੰ ਫੜ। ਆ ਕਿੱਥੋਂ ਲੈ ਆਇਆ? ਫੜੇ ਨੂੰ ਲੈ ਮਰਵਾਏਗਾ ਤੂੰ ਮੈਨੂੰ। ਧਿਆਨ ਨਾਲ। ਆ ਚੱਲ ਗਿਆ। ਹਾਂ ਦੇਖੀ ਭਾਬੀ? ਉਹ ਅਜੇ ਤਾਂ ਟਰਾਲੀ ਆਈ ਹੈ, ਉਹ ਦਿਸੀ ਹੈ ਜੀ। ਅੱਛਾ ਉਹ ਦਿਖੇਗਾ ਨਹੀਂ? ਸਾਲਾ ਤੈਨੂੰ ਬੜੀ ਅੱਗ ਲੱਗੀ ਹੈ। ਹਲੇ ਤਾਂ ਨਹੀਂ ਲੱਗੀ, ਪਰ ਜੇ ਸਰਪੰਚ ਆ ਗਏ ਨਾ ਆਪਾਂ ਦੋਹਾਂ ਨੂੰ ਅੱਗ ਲਾ ਕੇ ਫੂਕ ਦੂ। ਉਹ ਦਿਖੇਗਾ ਨਹੀਂ? ਕਾਟੋ ਦਾ ਨਾ ਢਿੱਡ ਖਰਾਬ ਹੈ, ਉਹ ਦਿਸੀ ਹੈ ਜੀ। ਪਰ ਜੇ ਆਪਾਂ ਨੂੰ ਦੇਖ ਕੇ ਸਰਪੰਚ ਦਾ ਦਿਮਾਗ ਖਰਾਬ ਹੋ ਗਿਆ ਨਾ ਤਾਂ ਆਪਾਂ ਵੀ ਦਿਖਣ ਜੋਗੇ ਨਹੀਂ ਰਹਿਣਾ। ਸ਼ੌਂਕੀ ਓਏ ਦਿਸ ਗਈ। ਦਿਸ ਗਈ ਸ਼ੌਂਕੀ। ਕਾਕਾ ਜੀ ਕੀ ਦਿਖੀ? ਭਾਬੀ ਦਿਸੀ ਹੈ, ਹੋਰ ਕੌਣ ਦਿਸਿਆ? ਉਹ ਤੇਰੇ ਇੱਥੇ ਕੀ ਕਰਨ ਆਇਆ ਸੀ ਮੁੰਡਿਆ? ਮੈਂ ਤੁਹਾਨੂੰ ਹੀ ਮਿਲਣ ਆਇਆ ਸੀਗਾ। ਅੱਛਾ ਮੈਂ ਕੰਨ ਤੇ ਮੰਜਾ ਨਹੀਂ ਬੈਠਾ ਜਿਹੜਾ ਉੱਥੇ ਲੱਭਦਾ ਸੀ ਮੈਨੂੰ? ਇਹ ਸ਼ੌਂਕੀ ਨੂੰ ਚੱਕਰ ਆ ਗਿਆ ਸੀ, ਉਹ ਡਰਮ ਪਿੱਛੇ ਡਿੱਗ ਗਿਆ। ਸਤਿ ਸ਼੍ਰੀ ਅਕਾਲ। ਚੱਕਰ ਚੱਕਰ ਆਜੋ ਸੇਵਾ ਕਰੀਏ ਫਿਰ। ਮਰਵਾਤਾ ਇਹਦੀ ਆਸ਼ਕੀ ਨੇ। ਸ਼ੌਂਕੀ ਚੱਲ। ਮੈਂ ਨਹੀਂ ਜਾਂਦਾ ਵੀਰੇ। ਚੱਲ ਬਈ ਆਸ਼ਕ ਤੂੰ ਜਾ। ਸ਼ੌਂਕੀ ਚੱਲ। ਉਹ ਤੂੰ ਰਹਿਣ ਦੇ ਭਰਾਵਾ, ਮਰਵਾਏਗਾ ਤੇਰੀ। ਤੂੰ ਕਰਾ ਲੈ ਜਿਹੜੀ ਸੇਵਾ ਕਰਾਉਣੀ ਹੈ, ਮੈਨੂੰ ਜਾਣ ਦੇ। ਓਏ ਤੂੰ ਕਿੱਥੇ ਚੱਲਿਆ ਤੂੰ? ਚੱਲ ਚੱਲ ਮੰਨ ਲੈ। ਸ਼ੌਂਕੀ ਤੂੰ ਕਰਾ ਸੇਵਾ, ਮੈਂ ਆਇਆ। ਚੁੱਪੀਆਂ ਪਾਈ ਹੱਥ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ। ਇੰਨੇ ਪਿੰਡ ਵਾਲੇ ਕਿਉਂ ਇਕੱਠੇ ਕੀਤੇ ਆ?
ਜ਼ਿਆਦਾ ਬਕਵਾਸ ਨਾ ਕਰੀ, ਠੀਕ ਹੈ? ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇਹ ਆਪਣੇ ਨਾਲ ਦੇ ਪਿੰਡ ਖਨਾਲ ਖੁਰਦ ਤੋਂ ਮੁੰਡਾ ਹੈ ਕੌਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਬੈਠੋ ਵੀ ਮੁੰਡਿਓ, ਤੁਹਾਡੀ ਸੇਵਾ ਕਰੀਏ। ਨਹੀਂ ਫਿਰ ਕਦੀ ਸੇ ਜੀ ਸੇਵਾ ਨੂੰ, ਚੱਲੀਏ। ਨਹੀਂ ਸੇਵਾ ਤਾਂ ਅੱਜ ਹੀ ਕਰਨੀ ਹੈ। ਭਿੰਦਰ ਸਿੰਘ ਇੱਧਰ ਹੋ ਜਾਓ ਤੁਸੀਂ। ਬੈਠੋ ਬੈਠੋ ਬੈਠੋ। ਹਾਂ ਬੈਠੇ ਜੀ। ਹਾਂ ਵੀ ਮੁੰਡਿਓ, ਕੀ ਕੰਮ ਸੀ ਤੁਹਾਨੂੰ? ਸ਼ੌਂਕੀ ਦੱਸੋ ਕੀ ਕੰਮ ਹੈ? ਮੈਂ ਦੱਸਾਂ? ਹਾਂ ਹਾਂ ਕੰਮ ਜੀ ਹਾਂਜੀ, ਉਹਨੇ ਇੱਕ ਫਾਰਮ ਦੇ ਤੁਹਾਡੇ ਦਸਤਖਤ ਕਰਾਉਣੇ ਸੀ ਜੀ। ਮੈਥੋਂ? ਤੁਹਾਡੇ ਪਿੰਡ ਦਾ ਸਰਪੰਚ ਕਿੱਥੇ ਗਿਆ ਬਈ? ਸਰਪੰਚ ਤਾਂ ਨਹੀਂ ਕਿਤੇ ਗਿਆ, ਪਰ ਕੰਮ ਹੀ ਹਜੇ ਵੀ 5 ਪਿੰਡਾਂ ਦੇ ਸਰਪੰਚਾਂ ਦੇ ਦਸਤਖਤ ਕਰਾਉਣੇ ਪੈਂਦੇ ਹੈ ਨਾ ਕੌਰੇ? ਹਾਂ ਮੈਂ ਤਾਂ ਇਹੋ ਜਿਹਾ ਕੰਮ ਕਦੇ ਨਹੀਂ ਕੀਤਾ। ਖੈਰ ਲਿਆਓ, ਦਿਓ ਫਾਰਮ। ਕਾਗਜ਼ ਜੀ? ਕਾਗਜ਼ ਤਾਂ ਕੌਰੇ ਕੋਲ ਹੈ। ਹਾਂ ਤੇਰੇ ਕੋਲ ਹੀ ਹੈ। ਹਾਂ ਮੇਰੇ ਕੋਲੇ ਮੇਰੇ ਕੱਢ ਦੇ ਜੀ। ਇਹ ਨਹੀਂ ਗਲਤ ਕਾਗਜ਼ ਲੈ ਆਏ, ਅਸਲੀ ਕਾਗਜ਼ ਘਰੇ ਪਏ ਸੀ। ਬਸ ਅਸੀਂ ਪੁੱਛਣ ਹੀ ਆਏ ਸੀ, ਬਸ ਤੁਸੀਂ ਦਸਖਤ ਕਰ ਦੋਗੇ ਨਾ? ਹਾਂ ਹਾਂਜੀ। ਹੋਰ ਸਾਨੂੰ ਕੰਮ ਕੀ ਹੈ? ਬਸ ਤੁਸੀਂ ਹਾਂ ਕਰਤੀ, ਬਸ ਬਹੁਤ ਹੈ। ਅਗਲੀ ਵਾਰ ਫਿਰ ਫਾਰਮ ਲੈਵਾਂਗੇ ਜੀ। ਨਿਕਲ ਹੁਣ ਚੱਲ। ਅੱਛਾ ਜੀ ਅਸੀਂ ਚੱਲਦੇ ਹਾਂ। ਚੱਲ। ਨਾ ਜਾਣਾ ਕਿੱਥੇ ਹੈ? ਹਾਲੇ ਤਾਂ ਮੈਂ ਤੁਹਾਡੀ ਸੇਵਾ ਕਰਨੀ ਹੈ। ਦੁੱਧ ਦਾ ਘੁੱਟ ਪਿਲਾਉਣਾ ਤੁਹਾਨੂੰ। ਦੇਖੋ ਵੀ ਗੱਲ ਇਹ ਹੈ ਕਿ ਸਾਨੂੰ ਪ੍ਰਾਹੁਣਾ ਚਾਹੀਦਾ ਸੋਹਣਾ, ਸੁਨੱਖਾ ਤੇ ਪੜ੍ਹਿਆ ਲਿਖਿਆ, ਲੰਬਾ ਲੰਜਾ ਹੋਵੇ, 5-7 ਕਿੱਲੇ ਜ਼ਮੀਨ ਦੇ ਹੋਣ, ਘੱਟੋ ਘੱਟ 5 ਜਮਾਤਾਂ ਪੜ੍ਹਿਆ ਹੋਵੇ। ਇਹ ਸਾਰੀਆਂ ਗੱਲਾਂ ਲਿਖ ਕੇ ਮੈਂ ਇਹਦਾ ਇਸ਼ਤਿਹਾਰ ਛਪਾਉਣਾ ਅੰਗਰੇਜ਼ੀ ਅਖਬਾਰ 'ਚ, ਕਿਉਂਕਿ ਫੌਜੀ ਸਿਰਫ ਅੰਗਰੇਜ਼ੀ ਅਖਬਾਰ ਪੜ੍ਹਦੇ ਨੇ। ਫੌਜੀ? ਕਿਉਂਕਿ ਤੂੰ ਅੰਗਰੇਜ਼ੀ ਬੋਲਦਾ, ਮੈਂ ਤੈਨੂੰ ਵਿਆਹ 'ਚ ਦੇਖਿਆ ਸੀ। ਆਉਂਦੀ ਹੈ ਜੀ, ਇਹ ਤਾਂ ਅੰਗਰੇਜ਼ੀ ਵਾਲੀ ਮੈਡਮ ਨੂੰ ਘਰੇ ਜਾ ਕੇ ਅੰਗਰੇਜ਼ੀ ਪੜਾਉਂਦਾ ਰਿਹਾ। ਕਿਉਂ ਕਰ ਰਿਹਾ? ਤੁਸੀਂ ਬੋਲੋ ਜੀ, ਸਮਝ ਲੈ ਚੰਗੀ ਤਰ੍ਹਾਂ। ਇਹ ਸਾਰੀਆਂ ਗੱਲਾਂ ਲਿਖ ਲੈ। ਲਿਖ ਲਿਆ ਜੀ, ਇਹ ਤਾਂ ਚੰਗੀ ਤਰ੍ਹਾਂ ਲਿਖ ਲਿਆ। ਕੌਰੇ ਨੇ ਆਪਣੇ ਦਿਲ ਤੇ ਲਿਖ ਲਿਆ। ਕਿਉਂ ਕਰ ਰਿਹਾ? ਬਸ ਫਿਰ ਕੌਰਿਆ, ਅੱਜ ਤੋਂ ਰਿਸ਼ਤਾ ਲੱਭਣ ਦੀ ਜ਼ਿੰਮੇਵਾਰੀ ਤੇਰੀ, ਠੀਕ ਹੈ? ਹਾਂਜੀ ਠੀਕ ਹੈ, ਅਸੀਂ ਚੱਲੀਏ ਜੀ ਹੁਣ। ਤੁਹਾਡੀ ਕੁੜੀ ਲਈ ਮੁੰਡਾ ਵੀ ਲੱਭਣਾ। ਕੁੜੀ ਦੀ ਉਮਰ ਲੰਘਦੀ ਜਾਂਦੀ ਹੈ ਨਾ? ਸ਼ਾਬਾਸ਼। ਤੂੰ ਮਾੜੀ ਕੀਤੀ ਮੇਰੇ ਨਾਲ ਸਾਲਿਆ। ਫੜ ਹੁਣ ਮੈਂ ਤੇਰੀ ਭਾਬੀ ਲਈ ਮੁੰਡਾ ਲੱਭਦਾ ਚੰਗਾ ਲੱਗੂਗਾ? ਉਹ ਜੇ ਕਿਸੇ ਹੋਰ ਨੂੰ ਕਹਿ ਦਿੰਦੇ ਇਸ਼ਤਿਹਾਰ ਦੇਣ ਨੂੰ, ਤਾਂ ਆਪਾਂ ਬਲਜੀਤ ਦੇ ਵਿਆਹ 'ਚ ਮੰਜੇ ਬਿਸਤਰੇ ਇਕੱਠੇ ਕਰਦੇ ਹੁੰਦੇ। ਤੂੰ ਮੈਨੂੰ ਇੱਕ ਗੱਲ ਦੱਸ, ਆਹ ਸ਼ਕਲ ਵੀ ਤੇਰੀ ਸੋਹਣੀ ਹੈ, ਸੋਹਣਾ ਸੁਨੱਖਾ ਗੱਭਰੂ ਜਵਾਨ ਹੈ ਤੂੰ, 3 ਕਿੱਲੇ ਪੈਲੀ ਆਉਂਦੀ ਹੈ ਤੈਨੂੰ, ਕੀ ਮਾੜੀ ਗੱਲ ਹੈ? ਯਾਰ ਉਹ ਤਾਂ ਤੇਰੀ ਗੱਲ ਸਹੀ ਹੈ, ਪਰ ਇਹ ਮੈਂ ਰਾਤੋਂ ਰਾਤ ਫੌਜ 'ਚ ਕਿਵੇਂ ਭਰਤੀ ਹੋ ਜਾ? ਫਿਰ ਐਂ ਕਰ, ਉਹਨੂੰ ਜਾ ਕੇ ਕਹਿ ਦੇ ਕਿ ਮੈਂ ਨਹੀਂ ਫੌਜੀ ਬਣਨਾ, ਵਿਆਹ ਕਰਾਉਣਾ ਕਰਾ, ਨਹੀਂ ਰਹਿਣ ਦੇ। ਯਾਰ ਜੇ ਉਹਨੇ ਨਾ ਕਰਤੀ ਫਿਰ ਇੱਕ ਕੰਮ ਕਰਦੇ ਆ, ਤੂੰ ਕੱਲ ਤੋਂ ਹੀ ਫੌਜ 'ਚ ਭਰਤੀ ਹੋਣ ਦੀ ਤਿਆਰੀ ਸ਼ੁਰੂ ਕਰ ਦੇ। ਹਾਂ 1-2 ਸਾਲ ਬਾਅਦ ਤੈਨੂੰ ਨੌਕਰੀ ਮਿਲ ਜਾਣੀ। ਫਿਰ ਉਸ ਤੋਂ ਬਾਅਦ ਜਦ ਤੂੰ ਟ੍ਰੇਨਿੰਗ ਤੋਂ ਆਏਗਾ ਆਪਣੇ ਸੱਚੇ ਪਿਆਰ ਨੂੰ ਮਿਲਣ, ਤਾਂ ਉਹਦੇ ਜਵਾਕਾਂ ਨੇ ਪਤਾ ਕੀ ਕਹਿਣਾ? ਫੌਜੀ ਮਾਮਾ ਆ ਗਿਆ, ਫੌਜੀ ਮਾਮਾ ਆ ਗਿਆ। ਫਿਰ ਐਂ ਕਰੀ, ਮੁੜਦਾ ਹੋਇਆ ਬਲਜੀਤ ਦਾ ਸਿਰ ਪਲੋਸ ਦੀ, ਨਾਲੇ ਉਹਨੂੰ 10 ਦਾ ਨੋਟ ਦੇ ਦੀ। ਯਾਰ ਸ਼ੌਂਕੀ, ਹੁਣ ਤੂੰ ਦੱਸ ਮੈਂ ਕੀ ਕਰਾਂ ਯਾਰ? ਇਹ ਕੁੜੀਆਂ ਨਾ ਨਖਰਾ ਕਰਦੀਆਂ ਹੁੰਦੀਆਂ। ਇੱਕ ਵਾਰ ਭਾਬੀ ਨੂੰ ਆਪਣੇ ਦਿਲ ਦੀ ਗੱਲ ਕਹਿ ਦੇ, ਮੈਨੂੰ ਪੂਰਾ ਯਕੀਨ ਹੈ ਉਹ ਹਾਂ ਕਰੂਗੀ। ਤੂੰ ਉਹ ਕਹਾਵਤ ਸੁਣੀ ਹੈ, ਜਦ ਮੀਆਂ ਬੀਬੀ ਰਾਜੀ ਤਾਂ ਫਿਰ ਕੀ ਕਰੂਗਾ ਸਰਪੰਚ? ਉਹ ਯਾਰ ਸਰਪੰਚ ਨਹੀਂ ਹੁੰਦਾ, ਕਾਜੀ ਹੁੰਦਾ। ਫਿਰ ਪਹਿਲਾਂ ਕਾਜੀ ਰਾਜੀ ਕਰ ਲੈ। ਉਹ ਗੱਲ ਨੂੰ ਸਮਝ, ਜੇ ਤੂੰ ਫੌਜੀ ਨਹੀਂ ਹੈ ਤਾਂ ਫੌਜੀ ਹੋਣ ਦਾ ਜਿਗਰਾ ਤਾਂ ਰੱਖ। ਤੈਨੂੰ ਇਹੀ ਡਰ ਹੈ ਨਾ ਕਿ ਬਲਜੀਤ ਦਾ ਵਿਆਹ ਕਿਸੇ ਫੌਜੀ ਨਾਲ ਨਾ ਹੋ ਜਾਵੇ। ਓਏ ਮੇਰੇ ਵੀਰ, ਦਿਲ ਤਕੜਾ ਕਰ, ਸ਼ੇਰ ਬਣ ਤੇ ਕਹਿ ਦੇ ਭਾਬੀ ਨੂੰ ਜਾ ਕੇ ਆਪਣੇ ਦਿਲ ਦੀ ਗੱਲ, ਠੀਕ ਹੈ ਮੇਰਾ ਵੀਰ? ਠੀਕ ਆ, ਚੱਕ ਗਲਾਸੀ। ਚੱਲ ਫਿਰ। ਓਏ ਓਏ ਹਾਂ ਸ਼ੌਂਕੀ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੇਰੇ ਚੱਕਰਾਂ 'ਚ ਮੈਂ ਕਿਉਂ ਖੇਤਾਂ 'ਚ ਡਰਾਉਣਾ ਬਣ ਗਿਆ। ਓਏ ਤੂੰ ਕਿਉਂ ਘਬਰਾਈ ਜਾਂਦਾ? ਕੁਛ ਨਹੀਂ ਹੁੰਦਾ, ਉਹ ਚੁੱਪ ਕਰਕੇ ਖੜਾ ਰਹਿ, ਭੱਜੀ ਨਾ ਬਸ, ਠੀਕ ਹੈ? ਠੀਕ ਹੈ, ਮਰਵਾ ਨਾ ਦੇਈਂ ਬਸ। ਓਏ ਆਹ ਕੀ ਹਾਲ ਬਣਾ ਲਿਆ ਤੂੰ ਸ਼ੌਂਕੀਆ? ਤੂੰ ਖੇਤਾਂ 'ਚ ਐਂ ਬੈਠਾ ਜਿਵੇਂ ਸਵੇਰੇ ਸਵੇਰੇ ਲੋਟਾ ਫੜ ਕੇ ਜੰਗਲ ਪਾਣੀ। ਹੈ ਤੈਨੂੰ ਬਾਤ ਸੁਣੀ? ਭਾਬੀ ਆ ਗਈ, ਓਏ ਭਾਬੀ ਆ ਗਈ, ਭਾਬੀ ਆ ਗਈ, ਸ਼ੁਕਰ ਹੈ ਸ਼ੁਕਰ ਹੈ।
ਬਲਜੀਤ ਸਤਿ ਸ਼੍ਰੀ ਅਕਾਲ ਜੀ। ਹੈ ਆਹ ਕੀ ਲੜੀ ਜਾਂਦਾ? ਸੱਪ। ਨਹੀਂ ਮੈਂ ਹੱਸ ਨਹੀਂ ਰਿਹਾ, ਮੈਂ ਰੋ ਰਿਹਾ। ਨਹੀਂ ਮੈਂ ਕੁਝ ਨਹੀਂ ਕਰ ਰਿਹਾ। ਵੀਰੇ ਤੂੰ ਗਲਤ ਆ ਗਿਆ। ਓ ਮੇਰੇ ਪਿਓ ਜਾ ਇੱਥੋਂ। ਦੇਖ ਵੀਰੇ ਦੁੱਧ ਪਿਲਾਉਂਗਾ, ਦੁੱਧ ਅਪ मंडोले मेरा तंडोले बचा ले मुझको शंकर भोले। पाजा गया नहीं। पाजा नहीं, साडी पूंगी बच जानी है। देख ਵੀਰੇ ਤੈਨੂੰ ਆਖਰੀ ਵਾਰ ਕਹਿ ਰਹੇ, ਜੇ ਤੂੰ ਆ ਗਿਆ ਨਾ ਤਾਂ ਮੈਂ ਆ ਭੱਜਣ। ਉਹ ਕੋਰਿਆ ਭੱਜਣ, ਭਾਬੀ ਤਾਂ ਦੁਬਾਰਾ ਮਿਲ ਜਾਣੀ ਆ। ਜੇ ਸੱਪ ਨੇ ਟੰਗ ਲਿਆ ਨਾ ਤਾਂ ਜਾਨ ਦੁਬਾਰਾ ਨਹੀਂ ਮਿਲਣੀ। ਭੱਜ ਲੋ ਯਾਰ। ਤੂੰ ਇੱਥੇ ਕੀ ਕਰਦਾ? ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨ ਆਇਆ ਸੀ। ਬਾਪੂ ਜੀ ਘਰੀ ਨੇ, ਬੁਲਾਵਾਂ ਉਹਨਾਂ ਨੂੰ? ਨਹੀਂ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਮੈਂ ਸੁਣਿਆ ਤੁਹਾਡੇ ਬਾਪੂ ਜੀ ਤੁਹਾਡੇ ਵਾਸਤੇ ਮੁੰਡਾ ਲੱਭ ਰਹੇ। ਆਹੋ ਲੱਭ ਰਹੇ ਨੇ। ਮੈਂ ਕਹਿਣਾ ਸੀ ਮੈਂ ਵੀ ਇੱਕ ਮੁੰਡਾ। ਉਹ ਤਾਂ ਮੈਨੂੰ ਵੀ ਦਿਸੀ ਜਾਂਦਾ ਤੂੰ ਮੁੰਡਾ। ਨਹੀਂ ਮੈਂ ਮੁੰਡਾ ਸਮਝੋ ਤੁਸੀਂ। ਹਾਂ ਬੇਬੇ ਨੇ ਦੱਸਿਆ ਸੀ, ਬਾਪੂ ਜੀ ਨੇ ਤੇਰੀ ਡਿਊਟੀ ਲਗਾਈ ਹੈ ਮੁੰਡਾ ਲੱਭਣ ਲਈ। ਕੋਈ ਫੇਰ ਚੰਗਾ ਰਿਸ਼ਤਾ ਲੱਭਿਆ? ਬਲਜੀਤ ਜੀ ਮੈਂ ਮੁੰਡਾ, ਮੈਂ ਉਹ ਮੁੰਡਾ ਰਿਸ਼ਤਾ ਮੁੰਡਾ। ਹਾਂ ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀ ਗੱਲਾਂ ਕਰਦੇ ਨੂੰ? ਸ਼ਰਮ ਹੈ? ਮੈਂ ਕਿਹੜਾ ਗੱਲਾਂ ਕਰੀ ਜਾਂਦਾ? ਤੂੰ ਵੀ ਤਾਂ ਵਿਆਹ ਦੇਖ ਕੇ ਮੈਨੂੰ ਹੱਸੀ ਜਾਂਦੀ ਸੀ। ਤੂੰ ਜਾ ਇੱਥੋਂ, ਐਵੇਂ ਮਰਵਾਏਂਗਾ ਮੈਨੂੰ। ਚਲੇ ਜਾਣਾ, ਪਰ ਮੈਨੂੰ ਇੱਕ ਗੱਲ ਦੱਸ ਦੇ, ਜਾਂ ਤਾਂ ਮੈਂ ਉਹ ਇਸ਼ਤਿਹਾਰ ਲਵਾ ਦਾਂ ਜਾਂ ਮੈਂ ਅਖਬਾਰ ਹੀ ਬੰਦ ਕਰਾ ਦਾਂ। ਫੌਜੀ ਵਾਲੀ ਲਾਈਨ ਤੇ ਕਾਂਟਾ ਨਹੀਂ ਵੱਜ ਸਕਦਾ। ਮੇਰੇ ਨਾ ਦਾਦਾ ਜੀ ਫੌਜੀ ਸੀ, ਮਾਮਾ ਜੀ ਫੌਜੀ ਸੀ, ਤੇ ਮੇਰੇ ਨਾਨਾ ਜੀ ਫੌਜੀ, ਤੇ ਮੇਰੇ ਫੁੱਫੜ ਜੀ ਵੀ ਫੌਜੀ ਨੇ। ਤੇਰੇ ਬਾਪੂ ਤਾਂ ਫੌਜੀ ਨਹੀਂ ਸੀ ਨਾ? ਮੇਰੇ ਬਾਪੂ ਜੀ ਨੇ 5 ਸਾਲ ਲਾਏ ਨੇ ਫੌਜ 'ਚ। ਬੇਟਾ ਵੈਸੇ ਇਹਦਾ ਮਤਲਬ ਫੌਜ ਵਾਲੀ ਲਾਈਨ ਤੇ ਕਾਂਟਾ ਵੱਜ ਹੀ ਨਹੀਂ ਸਕਦਾ। ਪਾਗਲ ਜਿਹਾ। ਸ਼ੌਂਕੀ ਮੈਂ ਫੌਜ ਵਿੱਚ ਭਰਤੀ ਹੋਣਾ। ਸਹੀ ਗੱਲ ਹੈ। ਕੀ ਕਿਹਾ? ਯਾਰਾ ਮੈਂ ਫੌਜ 'ਚ ਭਰਤੀ ਹੋਣਾ। ਉਹ ਦਿਮਾਗ ਠੀਕ ਹੈ ਤੇਰਾ? ਕੱਲਾ ਮੁੰਡਾ ਤੂੰ, ਨਾਲੇ ਤੇਰੇ ਬਾਪੂ ਨਾਲ ਗੱਲ ਕੌਣ ਕਰੂ? ਮਾਰਦਾ ਗੱਲਾਂ। ਦੇਖ ਯਾਰਾ, ਤੈਨੂੰ ਤਾਂ ਪਤਾ ਹੀ ਹੈ ਤੇਰੇ ਤੇ ਮੇਰੇ ਵਿੱਚੋਂ ਬਾਪੂ ਨਾਲ ਕੌਣ ਗੱਲ ਕਰ ਸਕਦਾ? ਮੈਂ। ਹਾਂ ਯਾਰਾ। ਉਹ ਨਾ ਭਰਾ, ਮੈਂ ਕੋਈ ਗੱਲ ਨਹੀਂ ਕਰਨੀ। ਤੇਰਾ ਬਾਪੂ ਹਰ 5 ਮਿੰਟ ਬਾਅਦ ਤਾਂ ਗੱਲ ਭੁੱਲ ਜਾਂਦਾ। ਕੱਲ ਨੂੰ ਮੇਰੇ ਸਿਰ 'ਚ ਗੰਡਾਸਾ ਮਾਰ ਕੇ ਕਹੂੰ, ਸ਼ੌਂਕੀ ਪੁੱਤ ਤੇਰਾ ਸਿਰ ਕਿਨੇ ਪਾੜਤਾ। ਮੈਂ ਨਹੀਂ ਕੋਈ ਗੱਲ ਕਰਨੀ। ਦੇਖ ਯਾਰਾ, ਮੇਰੇ ਲਈ ਇੰਨਾ ਜਿਹਾ ਕੰਮ ਵੀ ਨਹੀਂ ਕਰ ਸਕਦਾ ਬਾਈ ਬਣ ਕੇ? ਕੋਈ ਬਾਈ ਨਹੀਂ, ਕੋਈ ਦੋਸਤ ਨਹੀਂ। ਜਾਨ ਸਭ ਨੂੰ ਪਿਆਰੀ ਹੁੰਦੀ ਹੈ। ਪਿਆਰ ਤੈਨੂੰ ਹੋਇਆ, ਫੌਜੀ ਬਲਜੀਤ ਦੇ ਬਾਪੂ ਨੂੰ ਚਾਹੀਦਾ। ਬਲਜੀਤ ਨਹੀਂ ਕਾਟਾ ਮਰਵਾ ਸਕਦੀ। ਉਤੋਂ ਚੌਥੇ ਪਾਸਿਓਂ ਗੰਡਾਸੀਆਂ ਖਾਣ ਨੂੰ ਮੈਂ ਤਿਆਰ ਹੋ ਜਾ। ਨਾ ਬਾਈ, ਬਹੁਤ ਪੁੱਠੇ ਸਿੱਧੇ ਕੰਮ ਕਰ ਲਏ ਤੇਰੇ ਨਾਲ। ਸਾਰੀ ਉਮਰ ਤੇਰੇ ਨਾਲ ਨਿਭਾਈ ਆ, ਪਰ ਹੁਣ ਆ ਕਸੂਤੇ ਕੰਮ ਮੈਂ ਨਹੀਂ ਕਰਨੇ। ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਸਮਝ ਗਿਆ? ਰਹੀ ਗੱਲ ਦਾਰੂ ਦੀ, ਆ ਫੜ ਬੋਤਲ, ਆ ਬੰਨੇ ਤੇਰੇ ਮਰੇ ਹੱਥ, ਇਹ ਮਰਵਾਉ ਮੈਨੂੰ। ਨਹੀਂ ਬਾਈ ਗੱਲ ਜਾਣ ਦੇ ਮੈਨੂੰ। ਸ਼ੌਂਕੀ ਉਹ ਜੁੱਤੀ ਫੜਾ ਮੇਰੀ, ਜੁੱਤੀ ਫੜਾ। ਉਹ ਜੁੱਤੀ ਫੜਾ ਮੇਰੀ। ਬਾਈ ਮੈਨੂੰ ਗੱਲ ਛੜਾਈ। ਸ਼ੌਂਕੀ ਜੈ ਜਵਾਨ ਤਾਇਆ। जय जवान। ਜੈ ਜਵਾਨ। जय जवान। ਉਹ ਤਾਇਆ ਜੈ ਜਵਾਨ। जय जवान। बस आगे बोल। ਨਹੀਂ ਤਾਇਆ, ਮੈਂ ਕਹਿ ਰਿਹਾ ਸੀ ਵੀ ਕਈ ਦਿਨਾਂ ਤੋਂ ਨਾ ਆਪਣੇ ਪਿੰਡ 'ਚ ਆਜ਼ਾਦੀ ਦਿਵਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਮੈਂ ਵੀ ਹੁਣੇ ਪਿੰਡੋਂ ਆਇਆ, ਮੈਂ ਤਾਂ ਤਿਆਰੀ ਵੇਖੀ ਨਹੀਂ ਕਿਤੇ। ਤਾਇਆ ਤੂੰ ਸਮਝਿਆ ਨਹੀਂ, ਉਹ ਤਿਆਰੀ ਦਿਲ ਨਾਲ ਹੁੰਦੀ ਹੈ, ਮਨ ਨਾਲ। ਤੇ ਮੈਂ ਤਾਂ ਕਹਿਤਾ ਕਿ ਆਪਣੇ ਪਿੰਡ ਦੇ ਹਰ ਘਰ 'ਚੋਂ ਕੋਈ ਨਾ ਕੋਈ ਮੁੰਡਾ ਫੌਜ 'ਚ ਭਰਤੀ ਹੋਣਾ ਚਾਹੀਦਾ। ਕਿਉਂ ਤਾਈ? ਹਾਂ ਪੁੱਤ, ਮਾਵਾਂ ਦਾ ਤਾਂ ਸਰਮਾਨ ਨਾ ਉੱਚਾ ਜੂ। ਤੇ ਤਾਇਆ ਮੈਂ ਕਹਿਤਾ ਵੀ ਆਪਣੇ ਘਰ 'ਚੋਂ ਆਪਣਾ ਕੌਰਾ ਫੌਜ 'ਚ ਭਰਤੀ ਹੋਊਗਾ। ਕੌਰਾ ਫੌਜ ਭਰਤੀ ਹੋ ਤੇ ਖੇਤ ਕੌਣ ਸੰਭਾਲੂ? ਤੇ ਜਿਹੜਾ ਇਹਦੇ ਪਿਓ ਦੇ ਸਿਰ ਤੇ ਕਰਜ਼ਾ ਹੈ ਉਹ ਇਹਦਾ ਪਿਓ ਉਤਾਰੂ। ਤੂੰ ਜਾ ਫੌਜ 'ਚ, ਇਹਨੂੰ ਜਾਣ ਦੇ ਖੇਤਾਂ 'ਚ। ਨਹੀਂ ਤਾਇਆ ਤੂੰ ਸਮਝਿਆ ਨਹੀਂ। ਤਾਇਆ ਤੇਰੀਆਂ ਸਾਰੀਆਂ ਗੱਲਾਂ ਠੀਕ ਨੇ, ਪਰ ਮੇਰੀ ਗੱਲ ਸੁਣ ਤਾਇਆ। ਹਾਂ ਉਰਿਆ ਬੋਲ। ਸੋਚ, ਖੇਤ ਤਾਂ ਹੀ ਬਚੂ ਜੇ ਆਪਣਾ ਦੇਸ਼ ਬਚੂ, ਤੇ ਆਪਣਾ ਦੇਸ਼ ਤਾਂ ਬਚੂ ਜੇ ਦੇਸ਼ ਨੂੰ ਬਚਾਉਣ ਵਾਲੀ ਫੌਜ ਬਚੂ, ਤੇ ਆਪਣੀ ਫੌਜ ਤਾਂ ਬਚੂ ਜੇ ਕੌਰੇ ਵਰਗੇ ਨੌਜਵਾਨ ਫੌਜ 'ਚ ਭਰਤੀ ਹੋਣਗੇ। ਤਾਇਆ
ਫੌਜ ਬਚੂ ਤਾਂ ਆਪਣਾ ਦੇਸ਼ ਬਚੂ, ਆਪਣਾ ਦੇਸ਼ ਬਚੂ ਤਾਂ ਆਪਣੇ ਖੇਤ ਬਚਣਗੇ, ਆਪਣੇ ਖੇਤ ਬਚਣਗੇ ਤਾਂ ਆਪਣੀ ਫਸਲ ਬਚੂ, ਤੇ ਜੇ ਆਪਣੀ ਫਸਲ ਬਚੂ ਤਾਂ ਤੇਰੇ ਵਰਗਾ ਮਿਹਨਤੀ ਕਿਸਾਨ ਬਚੂ ਤਾਇਆ, ਤੇ ਆਪਣਾ ਦੇਸ਼ ਫੇਰ ਮੁੜ ਸੋਨੇ ਦੀ ਚਿੜੀ ਹੋਊਗਾ ਤਾਇਆ, ਸੋਨੇ ਦੀ ਚਿੜੀ। ਸੋਨੇ ਦੀ ਚਿੜੀ? ਹਾਂ ਤਾਇਆ, ਬਸ ਹੁਣ ਤੂੰ ਫੌਜ ਬਚਾ ਲੈ। ਜੈ ਜਵਾਨ ਜੈ ਕਿਸਾਨ, ਜੈ ਜਵਾਨ ਜੈ ਕਿਸਾਨ। ਬਾਪੂ ਫਿਰ ਮੈਂ ਜਾਵਾਂ ਫੌਜ ਦੇ ਵਿੱਚ? ਹਾਂ ਜਾ ਪੁੱਤ, ਫੌਜ ਭਰਤੀ ਹੋ ਜਾ ਤੇ ਦੇਸ਼ ਦੀ ਸੇਵਾ ਕਰ ਤੇ ਆਪਣੇ ਖੇਤਾਂ ਨੂੰ ਬਚਾ ਲਾ। ਬਸ 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 ਠੀਕ 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 ਬਸ ਬਸ ਲੈ ਛੇਤੀ ਚੱਲ ਮਸਾ ਮੰਨਿਆ। ਮੇਰੀ ਅੱਖ ਕਾਸ਼ਨੀ ਦੂਜਾ ਰਾਤ ਤੇ ਉਹ ਨੀਂਦਰੇ ਨੇ ਮਾਰਿਆ, ਸ਼ੀਸ਼ੇ ਨੂੰ ਤਰੇੜ ਪੈ ਗਈ। ਅਖਬਾਰ ਵਿੱਚ ਬਾਕੀ ਕੁੜੀ ਦਾ ਇਸ਼ਤਿਹਾਰ ਤਾਂ ਆ ਗਿਆ, ਮੇਰੀ ਕੁੜੀ ਦਾ ਇਸ਼ਤਿਹਾਰ ਕਿਉਂ ਨਹੀਂ ਆਇਆ? ਜਸਵੀਰ, ਖਨਾਲ ਖੁਰਦਾਰੇ ਕੋੜੇ ਨੂੰ ਬੁਲਾ ਕੇ ਲਿਆ। ਕੌਣ ਦੇ ਕੋੜੇ ਨੂੰ? ਦੱਸ ਦੋ ਉਹਨੂੰ। ਅੱਜ ਏਦਾਂ ਕਿਦਾਂ ਭੁੱਲ ਗਿਆ ਉਹ? ਤੂੰ ਇੱਥੇ ਕੀ ਕਰਨ ਆਇਆ? ਮੇਰਾ ਬਾਪੂ ਤੈਨੂੰ ਲੱਭਦਾ ਫਿਰਦਾ। ਅਖਬਾਰ 'ਚ ਇਸ਼ਤਿਹਾਰ ਕਿਉਂ ਨਹੀਂ ਆਇਆ? ਉਹ ਇਸ਼ਤਿਹਾਰ ਨੂੰ ਛੱਡ ਪਰਾਂ, ਆ ਵੇ ਅਖਬਾਰ ਦੇ ਵਿੱਚ ਫੌਜ ਦੀ ਭਰਤੀ ਆਈ ਹੈ। ਤੂੰ ਮੇਰੀ ਇੱਕ ਗੱਲ ਧਿਆਨ ਨਾਲ ਸੁਣ, ਮੈਂ ਨਾ ਇਹ ਫਾਰਮ ਭਰ ਕੇ ਭੇਜਦਾ। ਹਾਂ, ਇੱਕ ਵਾਰ ਮੈਂ ਫੌਜੀ ਬਣ ਗਿਆ ਨਾ ਤਾਂ ਤੇਰੇ ਬਾਪੂ ਨੇ ਵਿਆਹ ਵਾਸਤੇ ਤਾਂ ਆਪ ਹੀ ਮੰਨ ਜਾਣਾ। ਮੈਂ ਦੇਸ਼ ਦੀ ਸੇਵਾ ਕਰਿਆ ਕਰੂੰਗਾ ਤੇ ਤੂੰ ਕਰਿਆ ਕਰੀ ਮੇਰੇ ਘਰਦਿਆਂ ਦੀ ਸੇਵਾ। ਕਰੋਗੇ ਇਹਨਾਂ ਦੇ ਘਰਦਿਆਂ ਦੀ ਸੇਵਾ? ਹਾਂ ਹਾਂ ਠੀਕ ਹੈ। ਚੱਲ ਤੂੰ ਨਿਕਲ, ਮੇਰਾ ਬਾਪੂ ਆਉਣ ਵਾਲਾ। ਮੈਂ ਡਰਦਾ ਤੇਰੇ ਬਾਪੂ ਤੋਂ। ਉਹ ਰਹਿਣ ਦੇ ਭਰਾਵਾ। ਠੀਕ ਹੈ ਕੀ ਜੀ। ਸਮਝਾਉਣੀ ਗੱਲ? ਯਾਰ ਮੇਰੇ ਦਿਲ ਕਰਦਾ ਕੁਛ ਨਾ ਕੁਛ। ਤੇਰਾ ਤਾਂ ਦਿਲ ਕਰਦਾ। ਚੱਲ ਚੰਗਾ, ਸਤਿ ਸ਼੍ਰੀ ਅਕਾਲ ਜੀ। ਚੱਲ ਤੂੰ ਖੜ ਜਾ, ਕਿਉਂ ਘਬਰਾਈ ਨਾ? ਕਰ ਲੈ ਗੱਲ। ਤੂੰ ਐਵੇਂ ਕਰ, ਤੂੰ ਆਪਣੇ ਵਿਆਹ ਦੇ ਰਿਸ਼ਤੇ ਨੂੰ ਲਮਕਾ ਲੈ। ਜੇ ਕੋਈ ਮੁੰਡਾ ਆਵੇ ਨਾ ਤਾਂ ਕਹਿ ਦੀ ਮੈਨੂੰ ਪਸੰਦ ਨਹੀਂ ਹੈਗਾ। ਜਦੋਂ ਮੈਂ ਫੌਜ ਦੇ ਵਿੱਚ ਭਰਤੀ ਹੋ ਗਿਆ ਨਾ ਤਾਂ ਮੈਂ ਤੇਰੇ ਬਾਪੂ ਕੋਲ ਆਪ ਆ ਕੇ ਨਾ ਵਿਆਹ ਦੀ ਗੱਲ ਕਰੂੰਗਾ। ਮੈਂ ਜੇ ਫੌਜ 'ਚ ਚਲੇ ਗਿਆ ਨਾ ਤਾਂ ਮੈਨੂੰ ਤੇਰੀ ਬਹੁਤ ਯਾਦ ਆਊਗੀ। ਇੱਕ ਫੋਟੋ ਦੇ ਨਾ ਛੋਟੀ ਜੀ। ਨਹੀਂ ਨਹੀਂ, ਮੇਰੇ ਕੋਲ ਕੋਈ ਫੋਟੋ ਹੈ ਨਹੀਂ, ਤੂੰ ਨਿਕਲ ਜਲਦੀ। ਹੈਗੀ ਤੈਨੂੰ ਸੌਂ ਲੱਗੇ, ਮੇਰੀ ਫੋਟੋ ਹੈਗੀ ਲਿਆ ਹੈ ਜੀ। ਅਸੀਂ ਤਾਂ ਮੋਟਰ ਵੀ ਬੰਦ ਕਰਨੀ ਹੈ ਜਾ ਕੇ। ਲਿਆ ਦੋ। ਚੰਗਾ, ਤੂੰ ਬਹੁਤ ਜਿੱਦੀ ਆ। ਉਹ ਗੱਲ ਸੁਣ, ਸੌਂ ਕੇ ਖਾਦੀ ਕਿਉਂ? ਜੇ ਫੋਟੋ ਨਾ ਲੈ ਕੇ ਆਈ ਨਾ ਤੂੰ ਤਾਂ ਮਰ ਗਿਆ। ਸੱਚੀ? ਹਾਂ, ਫੋਟੋ ਲਿਆ ਦੇ ਬਸ। ਉਹ ਬਾਈ ਯਾਰ, ਮੇਰਾ ਤਾਪਮਾਨ ਵਿਗੜ ਰਿਹਾ। ਆਪਣੇ ਨਾਲ ਜ਼ਰੂਰ ਕੁਛ ਨਾ ਕੁਛ ਗਲਤ ਹੋਣ ਵਾਲਾ। ਮਾਰ ਗੋਲੀ ਫੋਟੋ ਨੂੰ। ਨਹੀਂ ਯਾਰ, ਫੋਟੋ ਲੈ ਕੇ ਜਾਵਾਂਗੇ ਯਾਰ। ਉਹ ਮਨ ਦੀਆਂ ਅੱਖਾਂ ਨਾਲ ਦੇਖ ਲਈ ਭਾਬੀ ਨੂੰ। ਚੱਲ ਚੱਲੀਏ। ਉਹ ਯਾਰ ਉਹ ਆ ਜਾ, ਨਹੀਂ ਥਾਪੜੇ ਬਹੁਤ ਪੈਣੇ। ਚੱਲ ਆਰਾਮ ਨਾਲ। ਉਹ ਥੋੜੀ ਚੱਲ ਚੱਲ। ਕਿੱਥੋਂ ਆ ਗਈ? ਬਲਜੀਤ, ਲੈ ਆ ਕੁੜੀ ਦਾ ਵੀ ਹਾਲ ਦੇਖ ਲੋ। ਗਦੈਲਿਆਂ 'ਚ ਰੂਹ ਭਰਤੇ, ਕੁੱਟੀ ਹੈ ਨਹੀਂ। ਆਏ ਹਾਏ ਹਾਏ, ਮੈਂ ਮਰ ਗਈ। ਨਹੀਂ ਨਪੁੱਤਿਆਂ ਨਹੀਂ, ਮੈਨੂੰ ਤਾਂ ਲੱਗਦਾ ਚੂਹੀ ਵੜ ਗਈ। ਇਹਨੇ ਤਾਂ ਸਾਰੀ ਰਜਾਈ ਫਾੜ ਦੇਣੀ ਹੈ। ਤੇਰਾ ਪੈ ਜਾ ਭੇੜਾ। ਉਹ ਤੈਨੂੰ ਨਹੀਂ ਪਤਾ ਪੁੱਤ, ਜਿੰਨੇ ਜ਼ਿਆਦਾ ਕੁੱਟਾਂਗੇ ਓਨੇ ਹੀ ਨਰਮ ਹੋਣਗੇ। ਮਾਂ ਮੈਨੂੰ ਫੜਾ ਡੰਡਾ, ਮੈਂ ਕਰਦੀ ਆ। ਕੁੱਟ। ਹਾਂ। ਓਹੋ, ਮੇਰੇ ਹੱਥਾਂ ਤਾਂ ਜਾਨ ਹੀ ਹੈ ਨਹੀਂ। ਮੇਰੇ ਹੱਥਾਂ 'ਚ ਤਾਂ ਬਥੇਰੀ ਪਰ ਕਿਸੇ ਜਾਨ ਥੋੜੀ ਕੱਢਣੀ ਹੈ। ਹੈ ਕੁੜਾ ਕੀ ਕਹਿਨੀ? ਉਹ ਮੱਗ ਦਲੇ ਪਾੜ ਜਾਣੇ ਆ।
ਉਹ ਕਿਤੇ ਨਹੀਂ ਫਾੜਦੇ। ਆ ਦੇ ਤੈਨੂੰ ਮੈਂ ਦਿਖਾਉਣੀ ਆ ਕਿਵੇਂ ਕੁੱਟਦੇ। ਆ ਦੇ ਏ ਮਾਂ ਤੂੰ ਮੈਨੂੰ ਮਾਂ ਤੂੰ ਅੰਦਰ ਜਾ ਮੈਂ ਕਰਦੀ ਹਾਂ। ਓਏ ਕੁੜੇ ਮਾਂ ਤੂੰ ਅੰਦਰ ਜਾ, ਤੂੰ ਅੰਦਰ ਜਾ ਮਾਂ ਮੈਂ ਕਰਦੀ ਚੰਗਾ ਚੰਗਾ ਸਵਾਰ ਕੇ ਕੁੱਟੀ ਐਨ ਪੱਧਰੇ ਕਰਦੀ। ਚਾ ਸ਼ਾਬਾਸ਼ ਮੇਰੇ ਪੁੱਤ ਆ ਜੀ ਥੱਲੇ। ਔਤਰੀਆਂ ਚੂਹੀਆਂ ਨੇ ਨਾ ਲਹੂ ਪੀ ਕੇ ਰੱਖਤਾ, ਸਾਰਾ ਘਰ ਹੀ ਟੁਕਤਾ। ਅਹੀ ਜੇ ਦਵਾਈ ਪਾਉਣੀ ਹੈ ਨਾ ਨਿਕਲ ਨਿਕਲ ਦੇਖੀ ਕਿਵੇਂ ਭੱਜਦੀ। ਨਿਕਲ ਛੇਤੀ ਨਿਕਲ ਛੇਤੀ ਬਾਹਰ ਨਿਕਲ ਨਿਕਲ। ਮੇਰਾ ਤਾਂ ਆ ਜਾ ਆ ਜਾ। ਤੋੜਦਾ ਤੇਰੀ ਬੇਬੇ ਨੇ। ਆ ਲੈ ਫੋਟੋ ਤੇ ਛੇਤੀ ਨਿਕਲ ਇੱਥੋਂ। ਦੇਖੋ ਭਾਬੀ ਜੀ, ਕੱਲੀ ਫੋਟੋ ਨਾਲ ਨਹੀਂ ਸਰਨਾ। ਜਿੰਨੀ ਤੁਹਾਡੀ ਮਾਂ ਨੇ ਸੇਵਾ ਕੀਤੀ ਹੈ ਨਾ, ਮੈਨੂੰ ਤਾਂ ਦੁੱਧ 'ਚ ਹਲਦੀ ਪਾ ਕੇ ਲੈ ਕੇ ਫੋਟੋ ਤਾਂ ਤੁਹਾਡੇ ਨਾਲ ਵੀ ਬਹੁਤ ਜਲਦੀ ਕਰ ਫੇਰ ਨਾ ਸੇਵਾ ਕਰਾ ਲਈ। ਤੇਰੀ ਸੱਸ ਨੇ ਤਾਂ ਬਹਿਣ ਜੋਗਾ ਵੀ ਨਹੀਂ ਛੱਡਿਆ। ਰੱਬ ਕਰੇ ਤੇਰੇ ਵਰਗਾ ਯਾਰ ਵੀ ਕਿਸੇ ਦਾ ਨਾ ਹੋਵੇ। ਅੱਖ ਨਾ ਲੱਗਦੀ ਰਾਤਾਂ ਨੂੰ ਤਰਸਦੇ ਆ ਮੁਲਾਕਾਤਾਂ ਨੂੰ। ਅੱਖ ਨਾ ਲੱਗਦੀ ਰਾਤਾਂ ਨੂੰ ਤਰਸਦੇ ਆ ਮੁਲਾਕਾਤਾਂ ਨੂੰ। 14ਵੀਂ ਦੇ ਚੰਨ ਵਰਗੀ ਮੈਨੂੰ ਸੁਪਨੇ 'ਚ ਤੰਗ ਕਰਦੀ। ਹੋ 14ਵੀਂ ਦੇ ਚੰਨ ਵਰਗੀ ਮੈਨੂੰ ਸੁਪਨੇ 'ਚ ਤੰਗ ਕਰਦੀ। ਹੋ ਫੌਜੀ ਤੇ ਡਿਊਟੀ ਕਰਦਾ, ਡਿਸਿਪਲਿਨ ਭੰਗ ਕਰਦੀ। ਅੱਖ ਨਾ ਲੱਗਦੀ ਰਾਤਾਂ ਨੂੰ ਤਰਸਦੇ ਆ ਮੁਲਾਕਾਤਾਂ ਨੂੰ। ਅੱਖ ਨਾ ਲੱਗਦੀ ਰਾਤਾਂ ਨੂੰ ਤਰਸਦੇ ਆ ਮੁਲਾਕਾਤਾਂ ਨੂੰ। ਦਈਏ ਕੀ ਜਵਾਬ ਸਾਹਿਬ ਜੀ, ਤੁਹਾਡੇ ਫੌਜੀ ਨਾਲ ਜੰਗ ਕਰਦੀ। ਉਹ 14ਵੀਂ ਦੇ ਚੰਨ ਵਰਗੀ ਮੈਨੂੰ ਸੁਪਨੇ 'ਚ ਤੰਗ ਕਰਦੀ। ਰੋਜ਼ ਪੀਟੀਆਂ ਗੰਨ ਸਫਾਈ ਪਾਲਿਸ਼ ਕਰੀਏ ਬੂਟਾਂ ਨੂੰ। ਅਕਸਰ ਕਰਦੀ ਯਾਦ ਸਤਾਵੇ ਸਾਹਿਬ ਤੇਰੇ ਰੰਗ ਰੂਟਾਂ ਨੂੰ। ਰੋਜ਼ ਪੀਟੀਆਂ ਗੰਨ ਸਫਾਈ ਪਾਲਿਸ਼ ਕਰੀਏ ਬੂਟਾਂ ਨੂੰ। ਅਕਸਰ ਕਰਦੀ ਯਾਦ ਸਤਾਵੇ ਸਾਹਿਬ ਤੇਰੇ ਰੰਗ ਰੂਟਾਂ ਨੂੰ। ਰਾਤਾਂ ਨੂੰ ਖਿਆਲਾਂ ਵਿੱਚ ਜੀ ਨਿਤ ਛਣ ਛਣ ਵਾਂਗ ਕਰਦੀ। ਹੋ 14ਵੀਂ ਦੇ ਚੰਨ ਵਰਗੀ ਮੈਨੂੰ ਸੁਪਨੇ 'ਚ ਤੰਗ ਕਰਦੀ। ਅੱਖ ਨਾ ਲੱਗਦੀ ਰਾਤਾਂ ਨੂੰ ਤਰਸਦੇ ਆ ਮੁਲਾਕਾਤਾਂ ਨੂੰ। ਅੱਖ ਨਾ ਲੱਗਦੀ ਰਾਤਾਂ ਨੂੰ ਤਰਸਦੇ ਆ ਮੁਲਾਕਾਤਾਂ ਨੂੰ। ਪਰੌਂਠੇ ਤਾਂ ਦੱਬ ਕੇ ਖਾ ਲੋ, ਇਹਨਾਂ ਨੇ ਤਾਂ ਭਜਾ ਕੇ ਮਾਰ ਦੇਣਾ। ਹਾਂ ਦੇਸੀ ਘਿਓ ਅਗਲੇ ਐਤਵਾਰ ਲੈ ਕੇ ਆਉਂਗਾ। ਜਦ ਮੈਂ ਗਿਆ ਨਾ ਪਿੰਡ, ਸਾਰਿਆਂ ਲਈ ਲੈ ਕੇ ਆਉਂਗਾ। ਉੱਠ ਓਏ। ਬਾਈ ਤੁਹਾਨੂੰ ਦਿਖਦਾ ਨਹੀਂ, ਅਸੀਂ ਬੈਠੇ ਆ। ਉਧਰ ਜਾ ਕੇ ਬਹਿ ਜਾਓ, ਉਧਰ ਇੰਨੀ ਤਾਂ ਜਗ੍ਹਾ ਪਈ ਆ।
ਨਾ ਹੁਣ ਤੂੰ ਮੈਨੂੰ ਦੱਸੇਂਗਾ ਕਿ ਮੈਂ ਕਿੱਥੇ ਬਹਿਣਾ ਕਿ ਕਿੱਥੇ ਨਹੀਂ? ਦੱਸਣਾ ਜਾਂ ਪੁੱਛਣਾ ਕਿਸੇ ਨੇ ਕੀ ਤੋਂ ਹੁੰਦਾ ਬਈ। ਮੈਂ ਤਾਂ ਇਹ ਕਹਿਣਾ ਵੀ ਤੁਸੀਂ ਅੰਨੇ ਹੋ, ਅਸੀਂ ਇੱਥੇ ਬੈਠੇ ਆ, ਤੁਸੀਂ ਉੱਧਰ ਜਾ ਕੇ ਰੋਟੀ ਖਾ ਲਓ। ਓਏ ਤੁਸੀਂ ਨਵੇਂ ਆਏ ਹੋ, ਰਵਿੰਦਰ ਬਾਈ ਰੋਜ਼ ਇੱਥੇ ਬੈਠ ਕੇ ਖਾਣਾ ਖਾਂਦੇ ਨੇ। ਬਾਈ ਜੀ ਅੱਜ ਉੱਥੇ ਬਹਿ ਕੇ ਖਾ ਲੈਣਗੇ ਫਿਰ ਕਿਹੜਾ ਬਦਹਜਮੀ ਹੋ ਜੂ। ਓਏ ਤੂੰ ਹੱਥ ਕਿਵੇਂ ਲਾਇਆ? ਓਏ ਤੂੰ ਕਿਹੜਾ ਵਿੱਚ ਪੈ ਰਿਹਾ? ਓਏ ਅਸੀਂ ਨਾ ਸੰਗਰੂਰੀਏ ਹੁੰਨੇ ਆ, ਪਹਿਲਾਂ ਤਾਂ ਅਸੀਂ ਕਿਸੇ ਵਿੱਚ ਪੈਂਦੇ ਨਹੀਂ, ਤੇ ਜੇ ਅਸੀਂ ਪੈ ਜਾਈਏ ਨਾ ਵਿਚਾਲੋਂ ਪਾੜ ਕੇ ਕਦੋਂ ਨਿਕਲ ਜਾਂਦੇ ਆ ਪਤਾ ਵੀ ਨਹੀਂ ਚੱਲਦਾ। ਤੇਰੀ ਜ਼ੁਬਾਨ ਵੀ ਚਲਾਉਣਾ ਹੈ ਤੇ ਹੱਥ ਵੀ। ਹਾਂ ਹਜੇ ਤੇਰੇ ਪੱਠੇ ਦੀ ਨਾ ਖੱਬੇ ਹੱਥ ਨਾਲ ਸੇਵਾ ਕੀਤੀ ਐ, ਜੇ ਮੇਰੇ ਸੱਜੇ ਹੱਥ ਦਾ ਜਲਵਾ ਕਿਤੇ ਚੱਲ ਜਾਂਦਾ ਨਾ ਤਾਂ ਇਹਦੇ ਸਾਹ ਨਾ ਹੁਣੇ ਮੁੱਕ ਜਾਣੇ ਸੀ। ਓਏ ਭੌਂਕਾ ਤਾਂ ਤੂੰ ਬਹੁਤ ਤਗੜਾ ਆ, ਪਰ ਜਿੱਦਣ ਕਿਤੇ ਮੇਰੇ ਹੱਥੀ ਚੜ ਗਿਆ ਨਾ ਹੱਡੀਆਂ ਨੂੰ ਥੁੱਕ ਲਾਲਾ ਭੱਜੇਗਾ। ਓਏ ਦੇਖ, ਨਾ ਤਾਂ ਤੂੰ ਮੈਨੂੰ ਜਾਣਦਾ ਤੇ ਨਾ ਮੈਂ ਤੈਨੂੰ ਜਾਣਦਾ, ਪਰ ਅੱਜ ਤੋਂ ਬਾਅਦ ਨਾ ਤੂੰ ਤਾਂ ਮੈਨੂੰ ਕਿਤੇ ਚੇਤੇ ਵੀ ਨਹੀਂ ਰਹਿਣਾ, ਤੇ ਤੈਨੂੰ ਨਾ ਆਪਣੀ ਸਾਰੀ ਜ਼ਿੰਦਗੀ ਮੈਂ ਭੁੱਲਦਾ ਵੀ ਨਹੀਂ। ਓਏ ਤੇਰੀ ਉਹ ਬੜੀ ਜਾਣ ਆ ਵੀ ਮੁੰਡਿਆ ਤੇਰੇ ਹੱਥਾਂ 'ਚ। ਕੀ ਨਾਂ ਤੇਰਾ? ਮੇਰਾ ਨਾਂ ਜੀ ਕੌਰ ਸਿੰਘ, ਤੇ ਬੇਬੇ ਕਹਿੰਦੀ ਸੀ ਮੇਰਾ ਹੱਥ ਨਹੀਂ ਹਥੌੜਾ ਹੈ। ਫੇਰ ਤਾਂ ਬਈ ਤੇਰੀ ਬੇਬੇ ਠੀਕ ਹੀ ਕਹਿੰਦੀ ਐ। ਉਹ ਤੇਰੇ ਵਰਗੇ ਮੁੰਡਿਆਂ ਦੀ ਤਾਂ ਬੜੀ ਲੋੜ ਆ ਫੌਜ ਵਿੱਚ, ਜਿਹੜੇ ਖੇਡ ਕੇ ਦੇਸ਼ ਦਾ ਨਾਂ ਉੱਚਾ ਕਰਨ। ਪਰ ਤੂੰ ਕਿਹੜੇ ਕੰਧਾਂ ਕੋਲਿਆਂ 'ਚ ਵੱਜਦਾ ਫਿਰਦਾ? ਓਏ ਰੱਬ ਨੇ ਜਾਨ ਦਿੱਤੀ ਐ, ਇਹਨੂੰ ਵਰਤ ਕਿਤੇ। ਖੇਡੇਂਗਾ ਬਾਕਸਿੰਗ? ਬਾਕਸਿੰਗ? ਉਹ ਨਹੀਂ ਨਹੀਂ ਜੀ, ਮੈਂ ਨਹੀਂ ਬਾਕਸਿੰਗ ਖੇਡਣੀ। ਮੈਂ ਤਾਂ ਪਿੰਡ ਵਾਪਸ ਜਾਣਾ ਹੈ, ਪੈਲੀ ਤੇ ਹਲ ਵਾਉਣਾ ਹੈ, ਬੇਬੇ ਬਾਪੂ ਦੀ ਸੇਵਾ ਕਰਨੀ ਹੈ, ਤੇ ਨਾਲੇ ਮੈਂ ਤਾਂ ਫੌਜ 'ਚ ਆਇਆ ਹੀ ਵਿਆਹ ਕਰਾਉਣ ਵਾਸਤੇ ਸੀਗਾ। ਉਹ ਨਾ ਕੁੜੀ ਵਾਲਿਆਂ ਦੀ ਸ਼ਰਤ ਸੀਗੀ ਕਿ ਮੁੰਡਾ ਨਾ ਫੌਜੀ ਹੋਣਾ ਚਾਹੀਦਾ, ਨਹੀਂ ਤਾਂ ਮੈਂ ਨਹੀਂ ਆਉਣਾ ਸੀ ਫੌਜ ਦੇ ਵਿੱਚ। ਚੱਲ ਕੋਈ ਗੱਲ ਨਹੀਂ, ਡਿਸਮਿਸ ਬਈ ਜਵਾਨੋ। ਆ ਜਾ ਤੁਰਿਆ। ਉਹ ਤਾਂ ਰੋਟੀ ਖਾਈ ਜਾਂਦਾ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਲੂਟ। ਸਤਿ ਸ਼੍ਰੀ ਅਕਾਲ ਵੀ, ਸਤਿ ਸ਼੍ਰੀ ਅਕਾਲ। ਕੌਰਿਆ ਤੂੰ ਬੜੇ ਚਿਰਾਂ ਬਾਅਦ ਗਿਆ ਮਾਰਾ ਕਿੱਥੇ ਰਿਹਾ? ਸਰਪੰਚ ਸਾਹਿਬ ਮੇਰੀ ਫੌਜ 'ਚ ਭਰਤੀ ਹੋ ਗਈ ਸੀ, ਆ ਟ੍ਰੇਨਿੰਗ ਤੋਂ ਥੋੜੀਆਂ ਛੁੱਟੀਆਂ ਮਿਲੀਆਂ, ਮੈਂ ਕਿਹਾ ਘਰੇ ਜਾਂਦੇ ਹੋਏ ਤੁਹਾਨੂੰ ਮਿਲ ਕੇ ਜਾਵਾਂ। ਇਹ ਤਾਂ ਬਹੁਤ ਚੰਗਾ ਕੰਮ ਕੀਤਾ ਸੀ ਤੂੰ। ਹੋਰ ਘਰੇ ਹੈ ਨਹੀਂ ਕੋਈ? ਲੈ ਹੈ ਕਿਉਂ ਨਹੀਂ, ਮੈਂ ਰੋਟੀ ਖਾਈ ਜਾਂਦਾ ਤੇ ਤਾਂ ਹੀ ਰੋਟੀ ਪਕਾਈ ਚੁੱਲ੍ਹੇ ਤੇ। ਉਹ ਸਾਹਮਣੇ ਸ੍ਰੀ ਬੈਠਾ। ਹੋਰ ਸਭ ਠੀਕ ਹੈ ਜੀ? ਹਾਂ ਸ਼ੇਰਾ, ਸਭ ਠੀਕ ਠਾਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ। ਉਹ ਬਲਜੀਤ ਆਪਣੀ ਸਹੇਲੀ ਦੇ ਘਰੇ ਗਈ ਹੈ ਅੱਜ। ਓ ਅੱਛਾ, ਮੈਂ ਫੌਜੀ ਬਣ ਗਿਆ ਸੀ ਜੀ। ਹਾਂ ਦੱਸਿਆ ਤੂੰ, ਫੌਜੀ ਵਰਦੀ ਪਾਈ ਦਿਸੀ ਜਾਂਦਾ। ਦੇਖ ਲਓ ਜੀ, ਮੁੰਡੇ ਦੀ ਛਾਤੀ ਇੰਨੀ ਚੌੜੀ ਆ ਨਾ, ਜਦੋਂ ਵਰਦੀ ਦਾ ਮਾਪ ਦੇਣ ਗਿਆ ਨਾ ਤਾਂ ਫੀਤਾ ਹੀ ਟੁੱਟ ਗਿਆ। ਉਹ ਤੂੰ ਕਮਜ਼ੋਰ ਹੋਣਾ। ਕੌਣ ਜੀ? ਫੀਤੇ ਦੀ ਗੱਲ ਕਰਦਾ। ਅੱਛਾ ਕੌਰਿਆ, ਐਤਕੀ ਤੁਹਾਡੀ 30 ਕਿੱਲੇ ਵਾਲੀ ਜ਼ਮੀਨ 'ਚ ਤੁਸੀਂ ਕੀ ਕੀ ਬੀਜਿਆ ਭਲਾ? ਓਏ ਇਹਦੇ ਤਾਂ ਕੰਨ ਤੇ ਜੂੰ ਨਹੀਂ ਸਰਕਦੀ। ਚੱਲ ਚਲੀਏ ਚੱਲ। ਕੌਰੇ ਪੁੱਤ ਤੁਸੀਂ ਬੈਠੋ, ਮੈਂ ਦੁੱਧ ਦੀ ਘੁੱਟ ਲੈ ਕੇ ਆਉਣੀ ਆ। ਹਾਂ ਉੱਥੇ ਬਹਿ ਜਾ। ਕੌਰਿਆ ਹੁਣ ਤਾਂ ਜਾਣ 'ਚ ਹੀ ਭਲਾਈ ਆ ਚਲੀ। ਆ ਜਾ ਕੌਰਿਆ। ਜੀ ਜਨਾਬ। ਓ ਸਰਪੰਚ ਸਾਹਿਬ, ਆਪਾਂ ਨਾ ਬਲਜੀਤ ਦੀ ਭੂਆ ਨੂੰ ਤਾਰ ਪਾਉਣੀ ਹੈ, ਪਾ ਦੇਗਾ ਤੂੰ? ਤਾਰ ਲਿਖਣੀ ਹੈ? ਲਿਖਣੀ ਪੈਣੀ ਆ। ਸੱਚੀ? ਹਾਂ ਕਰ ਦੇ। ਹਾਂਜੀ ਲਿਖਾਂਗੇ ਜੀ। ਠੀਕ ਹੈ ਬੈਠੋ। ਬਹਿ ਜਾ ਭਰਾਵਾ। ਤਾਰ 'ਚ ਆਪਾਂ ਲਿਖਣਾ ਪਹਿਲਾਂ ਤਾਂ ਭੈਣ ਤੇ ਭਣੋਈਏ ਨੂੰ ਸਤਿ ਸ਼੍ਰੀ ਅਕਾਲ, ਫੇਰ ਲਿਖਣਾ ਹੈ ਕਿ ਬਲਜੀਤ ਨੂੰ 5-4 ਦਿਨ ਲਈ ਤੁਹਾਡੇ ਕੋਲ ਭੇਜ ਰਹੇ ਹਾਂ। ਪਰ ਇਹ ਗੱਲ ਬਲਜੀਤ ਨੂੰ ਨਾ ਪਤਾ ਲੱਗੇ। ਇਹ ਲਿਖੀ ਵਿੱਚ ਬਈ ਮੁੰਡਾ ਤੈਨੂੰ ਦੇਖਣ ਆ ਰਿਹਾ ਹੈ, ਬਸ ਕਿਵੇਂ ਨਾ ਕਿਵੇਂ ਕਰਕੇ ਐਤਕੀ ਆਪਾਂ ਰਿਸ਼ਤਾ ਪੱਕਾ ਕਰ ਦੇਣਾ। ਲਿਖ ਲਓ ਪੁੱਤ। ਲੋੜੇ ਨਹੀਂ ਜੀ। ਕਿਉਂ? ਬਸ ਕੌਰੇ ਨੇ ਆਪਣੇ ਦਿਲ ਤੇ ਲਿਖ ਲਿਆ। ਕਿਉਂ ਕਰਿਆ? ਚੱਲੀਏ ਹੁਣ। ਠੀਕ ਹੈ ਸਰਪੰਚ ਸਾਹਿਬ, ਤੁਸੀਂ ਕੁੜੀ ਲਈ ਰਿਸ਼ਤਾ ਲੱਭਣਾ, ਉਮਰ ਲੰਘਦੀ ਜਾਂਦੀ ਹੈ, ਅਸੀਂ ਚੱਲਦੇ ਹਾਂ ਜੀ। ਚਲੋ ਪੁੱਤ ਸਾਜਰੇ।
ਛਕੋ ਪ੍ਰਸ਼ਾਦੇ ਘਰ ਜਾ ਕੇ। ਸ਼ਾਬਾਸ਼ ਚਲੋ। ਚੰਗਾ ਜੀ, ਸਤਿ ਸ਼੍ਰੀ ਅਕਾਲ। ਔਰਿਆ ਉਹ ਯਾਦ ਨਾ ਕੱਲ ਤਾਰ ਪਾ ਦੀ। ਜੀ ਜਨਾਬ, ਪਹੁੰਚ ਜੂਗੀ। ਉਹ ਮੈਨੂੰ ਲੱਗਦਾ ਆਪਾਂ ਨੂੰ ਡਾਕੇ ਸਮਝੀ ਜਾਂਦਾ। ਚੰਗੇ ਭਲੇ ਫੌਜੀ ਨੂੰ ਡਾਕੇ ਬਣਾ ਕੇ ਰੱਖਦਾ। ਚੱਲ ਹੁਣ ਕਿਤੇ ਮੋਹਰ ਨਾ ਲਵਾ ਲਈ। ਕੌਰੇ ਗੱਲ ਦੱਸ, ਸਹੇਲੀ ਦੇ ਘਰ ਵਾਲੇ ਨੂੰ ਕੀ ਕਹਿੰਦੇ ਆ ਭਲਾ? ਮੈਂ ਰਿਸ਼ਤੇਦਾਰੀ ਪਹਿਲਾਂ ਕਦੀ ਸੁਣੀ ਨਹੀਂ। ਸੁਣੀ ਤਾਂ ਨਹੀਂ, ਪਰ ਤੂੰ ਦੇਖੇਂਗਾ ਜਦੋਂ ਕੌਰੇ ਦੀ ਸਹੇਲੀ ਨੂੰ ਮੁੰਡਾ ਦੇਖਣ ਆਊਗਾ ਉਹਦੀ ਭੂਆ ਦੇ ਘਰ। ਤੂੰ ਕੀ ਆ ਪਕਾਈ ਮਾਰੀ ਜਾਂਦਾ? ਯਾਰ ਮੈਂ ਲਾ ਲਿਆ ਹਿਸਾਬ। ਤੂੰ ਨਾ ਰੱਸਾ ਖਿੱਚਦੇ ਰਹਿ ਜਾਣਾ ਤੇ ਭਰਜਾਈ ਨੂੰ ਕਿਸੇ ਹੋਰ ਨੇ ਖਿੱਚ ਕੇ ਲੈ ਜਾਣਾ। ਫਿਰ ਬਾਅਦ ਚ ਉਸੇ ਰਸਤੇ ਨਾਲ ਨਾ ਫਾਹਾ ਲੈ ਲਈ। ਫੌਜ ਚ ਜਾਣਾ ਨਾ ਕੀ ਮਿਲ ਗਿਆ ਤੈਨੂੰ ਫੌਜੀ ਬਣ ਕੇ? ਓਏ ਤੂੰ ਸਰਪੰਚ ਦਾ ਜਵਾਈ ਬਣਨ ਨੂੰ ਫਿਰਦਾ ਤੇ ਉਹ ਬਲਜੀਤ ਦੇ ਭਰਾ ਦੀਆਂ ਸਾਰੀਆਂ ਰਸਮਾਂ ਤੇ ਇੱਥੋਂ ਕਰਵਾ ਰਿਹਾ ਕਿ ਕੌਰੇ ਪੁੱਤ ਚਿੱਠੀ ਲਿਖ ਦੇ, ਕੌਰੇ ਪੁੱਤ ਇਸ਼ਤਿਹਾਰ ਲਿਖ ਦੇ। ਓਏ ਤੂੰ ਫੌਜੀ ਆ ਕਿ ਸਰਪੰਚ ਨੇ ਆਡੇ ਡਾਕੀ ਰੱਖਿਆ ਹੋਇਆ? ਤੂੰ ਦੇਖੀ ਜੇ ਇਦਾਂ ਹੀ ਚਲੀ ਗਿਆ ਨਾ ਤਾਂ ਕੱਲ੍ਹ ਨੂੰ ਸਰਪੰਚ ਨੇ ਤੈਨੂੰ ਬੁਲਾਉਣਾ ਤੇ ਕਹਿਣਾ ਕੌਰੇ ਪੁੱਤ ਆ ਬਲਜੀਤ ਦੇ ਵਿਆਹ ਦੇ ਕਾਰਡ ਹੈ, ਰਿਸ਼ਤੇਦਾਰੀ ਚ ਵੰਡ ਦੇ। ਓਏ ਭੋਲਿਆ ਪੰਛੀਆ, ਮੈਂ ਪਹਿਲੀ ਵਾਰ ਦੇਖਿਆ ਵੀ ਤੈਨੂੰ ਕਿਸੇ ਕੁੜੀ ਨਾਲ ਪਿਆਰ ਹੋਏ ਤੇ ਖੁਸ਼ੀ ਵਾਲੀ ਗੱਲ ਇਹ ਆ ਕਿ ਉਹ ਵੀ ਤੈਨੂੰ ਪਿਆਰ ਕਰਦੀ ਤੇ ਤੂੰ ਉਹਦਾ ਪੱਲਾ ਕਿਸੇ ਹੋਰ ਦੇ ਹੱਥ ਫੜਾਉਣ ਨੂੰ ਫਿਰਦਾ। ਬਲਜੀਤ ਦਾ ਅੱਧਾ ਬਾਬਲ ਤਾਂ ਤੂੰ ਬਣਿਆ ਫਿਰਦਾ। ਮੇਰੀ ਗੱਲ ਸੁਣ ਕੌਰਿਆ, ਕੱਲ੍ਹ ਨੂੰ ਸਰਪੰਚ ਦੇ ਘਰ ਜਾ ਤੇ ਛਾਤੀ ਚੌੜੀ ਕਰਕੇ ਕਹਿ ਕਿ ਮੈਂ ਬਲਜੀਤ ਨੂੰ ਪਿਆਰ ਕਰਦਾ ਤੇ ਬਲਜੀਤ ਨਾਲ ਵਿਆਹ ਕਰਾਉਣਾ ਚਾਹੁੰਦਾ। ਕੋਈ ਇਸ਼ਤਿਹਾਰ ਨਹੀਂ ਲਿਖਣਾ, ਕੋਈ ਚਿੱਠੀ ਨਹੀਂ ਲਿਖਣੀ, ਕੋਈ ਭੂਆ ਦੇ ਘਰ ਨਹੀਂ ਜਾਣਾ। ਓਏ ਜੇ ਤੇਰਾ ਵਿਆਹ ਹੋਊਗਾ ਤਾਂ ਹੀ ਕੋਈ ਸਾਡੇ ਬਾਰੇ ਸੋਚੂਗਾ, ਨਹੀਂ ਤਾਂ ਭਰਾਵਾ ਅਸੀਂ ਛੜੇ ਹੀ ਮਰ ਜਾਾਂਗੇ। ਸੋਚ ਲੈ ਕੌਰਿਆ। ਕੁਛ ਨਹੀਂ ਗੱਲਾਂ ਕਰੋ। ਕੌਰਿਆ ਬਸ ਆ ਗਈ ਓਏ। ਭਾਬੀ ਵੀ ਇਕੱਲੀ ਬੈਠੀ ਹੈ। ਕੌਰਿਆ ਹੀ ਮੌਕਾ ਦੱਸ ਦੇ ਉਹਨੂੰ ਜਾ ਕੇ ਵੀ ਤੂੰ ਉਹਨੂੰ ਕਿੰਨਾ ਪਿਆਰ ਕਰਦਾ। ਕੀ ਆਵਾਂ ਯਾਰ, ਮੇਰੀ ਗੱਲ ਸੁਣੇ, ਜੇ ਅੱਜ ਭਾਬੀ ਜਲੰਧਰ ਪਹੁੰਚ ਗਈ ਤੇ ਜੇ ਉਹਨੂੰ ਮੁੰਡਾ ਪਸੰਦ ਆ ਗਿਆ ਫਿਰ ਦੇਖ ਲਈ ਤੂੰ ਜੰਮੀ ਖਤਮ ਹੋ ਜਾਣਾ। ਮੈਨੂੰ ਡਰ ਲੱਗਦਾ ਯਾਰ। ਤੂੰ ਜਾਂਦਾ ਕਿ ਨਹੀਂ ਕਿ ਤੈਨੂੰ ਲਿਖ ਕੇ ਦੇਵਾਂ ਹੁਣ? ਜੇ ਤੂੰ ਨਾ ਗਿਆ ਤੈਨੂੰ ਮੈਂ ਮਾਰ ਦੇਣਾ। ਚੱਲ ਭੱਜ, ਚੱਲ ਨਿਕਲ ਚੱਲ। ਬਚਾਈ ਮੜਾ ਚੱਲ ਯਾਰ ਚੱਲ। ਉਹ ਖੜ ਜਾ ਭਾਈ, ਖੜ ਜਾ। ਉਹ ਤੋੜ ਲੱਗਣੇ ਨੂੰ। ਹਾਏ ਰੁਪਾ, ਕੌਰਿਆ ਤੂੰ ਇੱਥੇ ਕਿਵੇਂ? ਮੈਂ ਆਰਮੀ ਕੈਂਪ ਤੇ ਜਾਣਾ ਸੀ। ਓਏ ਆ ਜਾ। ਓਏ ਇੱਥੇ ਬੈਠ। ਨਹੀਂ ਇੱਥੇ ਮੈਂ ਬੈਠ। ਪਿੱਛੇ ਬੈਠੂੰਗਾ। ਨਹੀਂ ਤੇ ਫਸ ਗਿਆ ਯਾਰ, ਸ਼ੌਂਕੀ ਨੇ ਮਰਵਾਤਾ। ਕਰ ਲੋ ਕਿਉਂ ਨੂੰ ਭਾਂਡਾ ਚੌਂਕੀ ਕਹਿੰਦਾ ਸੀ ਜਾ ਕੋੜੇ। ਭਾਬੀ ਕੱਲੀ ਬੈਠੀ ਹੈ ਕੱਖ ਕੱਲੀ ਬੈਠੀ ਹੈ। ਸੱਜੇ ਪਾਸੇ ਬਾਪੂ ਮੌਤ ਦਾ ਸਮਾਨ ਲੈ ਕੇ ਬੈਠਾ ਤੇ ਖੱਬੇ ਪਾਸੇ ਮਾਂ ਦੇਖ ਕਿਵੇਂ ਨਜ਼ਰ ਬੱਟੂ ਬਣੀ ਬੈਠੀ ਹੈ। ਇਹਨਾਂ ਨੇ ਬੋਰੀ ਬਿਸਤਰੇ ਦਾ ਸਮਾਨ ਤਾਂ ਐਵੇਂ ਚੱਕਿਆ ਜਿਵੇਂ ਕੁੜੀ ਦਾ ਵਿਆਹ ਕਰਕੇ ਮੁੜੂਗਾ ਬੁੱਢਾ। ਸੌਂ ਜਾ ਕਰ ਦੇ, ਸੌਂ ਜਾ। ਆ ਬਣਾਈ ਸ਼ੇਰਾ। ਦੇਖੀ ਭਾਰੀਏ ਬਚਾ ਕੇ। ਚੰਗਾ ਭਾਈ। ਆ ਜਾ ਪੁੱਤ, ਆ ਜਾ ਆ ਜਾਓ ਚਲੋ। ਆ ਸਰਪੰਚ ਸਾਹਿਬ ਚੱਕ ਲੋ। ਭਾਰੀ ਸਮਾਨ ਹੈ। ਚੱਲ ਤੂੰ ਜਾ ਘੰਟਾ। ਭਾਰੀ ਸਮਾਨ ਹੈ, ਮੈਂ ਛੱਡ ਦਿੰਦਾ। ਭਾਰੀ ਸਮਾਨ ਹੈ, ਮੈਂ ਲੰਘ ਜੂਗਾ ਕਿ ਫਿਰ ਉਧਰੋਂ। ਅੱਛਾ ਚੱਕ ਲੈ। ਚੱਲ ਪੁੱਤ। ਓ ਚੱਲ ਕੁੜੀ ਦਾ ਕੁੜੀ, ਪਰ ਨਾਲ ਤਾਂ ਰੱਖਿਆ ਮੈਨੂੰ। ਚੱਲ ਮਿੱਤਰਾ, ਦਿਖਾ ਦੇ ਅੱਜ ਫੁੱਫੜ ਨੂੰ ਆਪਣੇ ਫੌਜੀ ਵਾਲਾ ਜਗ੍ਹਾ ਤੇ ਮੰਗ ਲੈ ਬਲਜੀਤ ਦਾ ਹੱਥ।
ਦੇਖ ਵੀ ਅਫਸਰਾ, ਪਹਿਲਾਂ ਜਿਹੜੇ ਕੰਮ ਆਏ ਆ ਉਹ ਕਰੀਏ। ਇਹ ਆ ਸਾਡੇ ਨਾਲ ਦੇ ਪਿੰਡ ਦਾ ਮੁੰਡਾ ਕੌਰ ਸਿੰਘ। ਇਹਨੂੰ ਲੱਗਦਾ ਹੈ ਵੀ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ। ਪੁੱਤ, ਮੈਂ 15 ਸਾਲ ਪਿੰਡ ਦੀ ਸਰਪੰਚੀ ਕੀਤੀ ਹੈ, ਸਭ ਜਾਣਦਾ। ਤੈਨੂੰ ਕੀ ਲੱਗਦਾ ਵੀ ਤੂੰ ਇੱਥੇ ਆਪ ਆਇਆ? ਨਾ 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 ਨਾ, ਇੱਥੇ ਤੈਨੂੰ ਮੈਂ ਲੈ ਕੇ ਆਇਆ। ਰੱਖ ਦੇ ਭਾਈ। ਬੈਜ ਭੈਣ ਜੀ। ਲੈ ਵੀ ਪ੍ਰਾਹੁਣਿਆ, ਬਸ ਤੇਰੇ ਨਾਲ ਇਹੀ ਸਲਾਹ ਕਰਨ ਆਏ ਸੀ। ਮੈਨੂੰ ਲੱਗਦਾ ਕਿ ਆਪਣੀ ਬਲਜੀਤ ਲਈ ਇਹ ਤੋਂ ਚੰਗਾ ਮੁੰਡਾ ਨਹੀਂ ਮਿਲ ਸਕਦਾ। ਇਹਨੂੰ ਤਾਂ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਬਾਈ ਜੀ। ਇਹ ਮੈਨੂੰ ਜਲੰਧਰ ਆਰਮੀ ਕੈਂਪ 'ਚ ਮਿਲਿਆ ਸੀ। ਅੱਛਾ, ਤੇ ਤੂੰ ਸਾਡੀ ਬਲਜੀਤ ਨਾਲ ਵਿਆਹ ਕਰਾਉਣਾ ਚਾਹੁੰਦਾ? ਜੀ ਜਨਾਬ। ਤੇ ਬਲਜੀਤ ਲਈ ਤੂੰ ਆਰਮੀ ਜੁਆਇਨ ਕੀਤੀ? ਜੀ ਜਨਾਬ। ਉੱਚੀ ਬੋਲ ਕੌਰ ਸਿੰਘ। ਜੀ ਜਨਾਬ। ਤੇ ਵਿਆਹ ਕਰਵਾਉਣ ਤੋਂ ਬਾਅਦ ਤੂੰ ਆਰਮੀ ਛੱਡ ਵੀ ਦੇਂਗਾ? ਬੋਲ। ਬੋਲਦਾ ਨਹੀਂ? ਕੌਰ ਸਿੰਘ। ਇਹ ਜਿਹੜੇ ਮੈਡਲ ਤੂੰ ਦੇਖ ਰਿਹਾ ਨਾ, ਇਹ ਮੈਨੂੰ ਮਿਲੇ ਨਹੀਂ, ਇਹ ਮੈਂ ਕਮਾਏ ਨੇ। ਤੇ ਫੌਜ ਕੋਈ ਮਜ਼ਾਕ ਨਹੀਂ। ਜਦੋਂ ਜੀ ਕੀਤਾ ਜੁਆਇਨ ਕਰ ਲਓ, ਤੇ ਜਦੋਂ ਜੀ ਕੀਤਾ ਛੱਡ ਦਿਓ। ਬਾਹਰ ਭਾਵੇਂ ਜੰਗ ਕੋਈ ਹੋਵੇ ਨਾ ਹੋਵੇ, ਤੇ ਬੰਦੇ ਦੇ ਅੰਦਰ ਇੱਕ ਜੰਗ ਹਮੇਸ਼ਾ ਚੱਲਦੀ ਰਹਿਣੀ ਚਾਹੀਦੀ ਹੈ, ਤਾਂ ਕਿ ਅਸੀਂ ਆਪਣੇ ਦੇਸ਼ ਲਈ, ਆਪਣੀ ਮਿੱਟੀ ਲਈ ਕੁਝ ਨਾ ਕੁਝ ਕਰ ਸਕੀਏ। ਤੇ ਜਿਹੜਾ ਬੰਦਾ ਆਪਣੇ ਦੇਸ਼ ਲਈ ਕੁਝ ਨਹੀਂ ਕਰ ਸਕਦਾ, ਉਹ ਆਪਣੇ ਪਰਿਵਾਰ ਲਈ ਕੀ ਕਰੂਗਾ? ਜ਼ਿੰਦਗੀ ਸਿਰਫ ਗੁਜ਼ਾਰਨ ਲਈ ਨਹੀਂ ਹੁੰਦੀ ਕੌਰ ਸਿੰਘ। ਮਿਹਨਤ ਕਰ, ਨਾਮ ਬਣਾ, ਇੱਜ਼ਤ ਕਮਾ, ਤੇ ਫੇਰ ਬਲਜੀਤ ਦਾ ਹੱਥ ਮੰਗੀ। ਰੱਬ ਨੇ ਸਭ ਨੂੰ ਇੱਕ ਹੁਨਰ ਬਖਸ਼ਿਆ ਹੁੰਦਾ ਹੈ ਕੌਰ ਸਿੰਘ। ਆਪਣੇ ਹੁਨਰ ਦੀ ਪਛਾਣ ਕਰ, ਤੇ ਉਸ ਤੋਂ ਪਹਿਲਾਂ ਜੇ ਉਹਦੇ ਨੇੜੇ ਤੇੜੇ ਵੀ ਫੜਕਿਆ ਤੇ ਵੇਖੀ। ਅੱਜ ਤਾਂ ਬਾਲਾ ਹੀ ਚਿਰ ਲਾਤਾ। ਹਾਂ, ਕੰਮ ਸੀ ਤਾਂ ਦੇਰ ਹੋ ਗਈ। उदास से लगते हो, चिंता ना करो, सब ठीक हो जाएगा। जवान ते घरे बैठी है, तू कहनी चिंता ना करो। बलजीत मेरी भी तो धी है, मैनू भी चिंता है ओदी। देखियो बथेरा वधिया रिश्ता लभ जूगा। वधिया रिश्ता लभना तो फिर आप ही पैना ना हुण। मैं फिर कहनी आ, कौरा किवें लगूगा? चंगा मुंडा है, सोहना सुनक्खा भी है ते समझदार भी है। गल चंगे जां माड़े दी नहीं परसिन कुरे, मैनू पता भी वो चंगा मुंडा है। पर बलजीत दा फुफड़ कहंदा सी भी फौज दोबारा जाके उन्हें रिपोर्ट नहीं की। ਉਹਦੇ ਚੱਕਰਾਂ 'ਚ
ਮੈਂ ਆਪਣੀ ਧੀ ਦੀ ਜ਼ਿੰਦਗੀ ਥੋੜੀ ਬਰਬਾਦ ਕਰਨੀ ਹੈ। ਕੌਰਿਆ ਕੌਰਿਆ ਕੌਰਿਆ, ਉਹ ਇੰਨੇ ਦਿਨ ਹੋ ਗਏ, ਤੂੰ ਵਾਪਸ ਕਿਉਂ ਨਹੀਂ ਗਿਆ ਡਿਊਟੀ ਤੇ? ਉਹ ਕੁਝ ਬੋਲੇਗਾ ਵੀ? ਮੈਨੂੰ ਕਿੰਨੇ ਦਿਨ ਹੋ ਗਏ ਤੈਨੂੰ ਦੇਖਦੇ ਨੂੰ, ਐਵੇਂ ਤੋਰੀ ਵਾਂਗੂ ਮੂੰਹ ਲਟਕਾਈ ਬੈਠਾ। ਓਏ ਬਲਜੀਤ ਦੇ ਫੁੱਫੜ ਦੀ ਗੱਲ ਦਾ ਗੁੱਸਾ ਨਾ ਕਰ। ਗਲਤ ਵੀ ਕੀ ਕਿਹਾ ਉਹਨਾਂ ਨੇ? ਸਹੀ ਤਾਂ ਕਿਹਾ, ਮੈਂ ਫੌਜ ਦੇ ਵਿੱਚ ਜਾਣ ਦੇ ਲਾਇਕ ਹੈ ਹੀ ਨਹੀਂ। ਕਿਉਂ ਨਹੀਂ ਲਾਇਕ ਹੈਗਾ? ਮੈਨੂੰ ਲੱਗਦਾ ਤੈਨੂੰ ਉਹਨਾਂ ਨੇ ਫੌਜ 'ਚ ਲਾਂਗਰੀ ਰੱਖ ਲਿਆ ਹੋਣਾ। ਐਨਾ ਨਾ ਸੋਚ, ਇਹ ਵੀ ਤਾਂ ਦੇਸ਼ ਦੀ ਸੇਵਾ ਵਾਲਾ ਹੀ ਕੰਮ ਹੈ। ਬਸ ਆਹੀ ਫਰਕ ਹੈ ਸ਼ੌਂਕੀ, ਤੇਰੇ ਤੇ ਮੇਰੇ ਵਰਗਿਆਂ ਨੂੰ ਹਰੇਕ ਚੀਜ਼ ਮਜ਼ਾਕ ਲੱਗਦੀ ਹੈ। ਦੇਖ ਦੇਖ ਮੇਰੇ ਵੱਲ, ਲੱਗਦਾ ਮੈਂ ਕਿਸੇ ਪਾਸੇ ਫੌਜੀ ਇਹੋ ਜਿਹੇ ਹੁੰਦੇ ਨੇ ਚੜੀ ਜਵਾਨੀ ਦੇ ਵਿੱਚ ਬਿਨਾਂ ਕਿਸੇ ਪਰਵਾਹ ਕੀਤੇ ਬਾਰਡਰ ਤੇ ਜਾ ਕੇ ਛਾਤੀ 'ਚ ਗੋਲੀਆਂ ਖਾਂਦੇ ਨੇ, ਤੇ ਉਹਨਾਂ ਦੀਆਂ ਧੰਨ ਮਾਵਾਂ ਸਾਰੀ ਉਮਰ ਨਾ ਫੋਟੋ ਦੇ ਵਿੱਚ ਦੇਖਦੀਆਂ ਰਹਿੰਦੀਆਂ ਨੇ ਆਪਣੇ ਮੁੰਡੇ ਨੂੰ। ਤੇ ਮੈਨੂੰ ਆਪਣੇ ਤੇ ਬਲਜੀਤ ਤੋਂ ਸਿਵਾ ਕੋਈ ਦੀਂਦਾ ਹੀ ਨਹੀਂ। ਮੇਜਰ ਸਹੀ ਕਹਿੰਦਾ ਸੀ, ਫੌਜ ਨੂੰ ਮੈਂ ਇੱਕ ਮਜ਼ਾਕ ਬਣਾ ਰੱਖਿਆ। ਨਾ ਮੈਂ ਫੌਜ ਦੇ ਵਿੱਚ ਜਾਣ ਦੇ ਲਾਇਕ ਹੈ ਤੇ ਨਾ ਹੀ ਮੈਂ ਫੌਜ ਦੀ ਵਰਦੀ ਪਾਉਣ ਦੇ ਲਾਇਕ ਹੈ। ਚੰਗਾ ਹੀ ਕੀਤਾ ਮੇਜਰ ਨੇ ਰਿਸ਼ਤਾ ਤੋੜ ਕੇ, ਨਹੀਂ ਤਾਂ ਮੈਂ ਵੇਲੜ ਨੇ ਬਲਜੀਤ ਦੀ ਜ਼ਿੰਦਗੀ ਖਰਾਬ ਹੀ ਕਰ ਦੇਣੀ ਸੀ। ਹੌਸਲਾ ਰੱਖ ਯਾਰ, ਜੇ ਬਲਜੀਤ ਤੇਰੇ ਲੇਖਾਂ 'ਚ ਹੋਈ ਨਾ ਤਾਂ ਤੈਨੂੰ ਜ਼ਰੂਰ ਮਿਲੇਗੀ। ਹੌਸਲਾ ਰੱਖ। ਓਏ ਲੱਗਦਾ ਬੇਬੇ ਨੇ ਕੋਈ ਨਵਾਂ ਪੰਗਾ ਪਾਤਾ, ਜਾਂ ਜ਼ਰੂਰ ਬਾਪੂ ਕੁਝ ਭੁੱਲ ਗਿਆ। ਆ ਚੱਲ ਕੇ ਦੇਖੀ। ਕਿੱਥੇ ਜਾਨ ਖਾਦੀ ਆ ਮੇਰੀ, ਲਹੂ ਪੀ ਲਿਆ ਇਸ ਬੰਦੇ ਨੇ, ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਮਿਲੀ ਆ। ਹਾਏ ਓ ਮੇਰੇ ਰੱਬਾ, ਕਿਹੜੇ ਜਨਮਾਂ ਦੀ ਸਜ਼ਾ ਦਿੱਤੀ ਆ ਮੈਨੂੰ, ਮੈਂ ਕੀ ਪਾਪ ਕਰਤੇ ਮੈਂ, ਅੱਜ ਜਮਦੂਤ ਪੱਲੇ ਪਾਤਾ ਮੇਰੇ। ਕਿੱਥੋਂ ਆਈਆਂ? ਕਿੱਥੋਂ ਆਈਆਂ? ਨਹੀਂ ਚੁੱਪ ਕਰ ਜਾ ਭੈਣ। ਆਹੋ ਮੈਂ ਹੀ ਚੁੱਪ ਕਰ ਜਾ, ਇਹਨੂੰ ਨਾ ਕਿਹੋ ਕੋਈ। ਉਹ ਕਹਾਂਗੇ ਤਾਂ ਤਾਈ, ਜੇ ਕੁਝ ਪਤਾ ਲੱਗੂ ਤੂੰ ਗੱਲ ਤਾਂ ਦੱਸ। ਮੈਂ ਕੀ ਦੱਸਾਂ, ਇਹਨੂੰ ਪੁੱਛ ਲਾ। ਉਹ ਇਹਨੂੰ ਤਾਂ ਪੁੱਛੀਏ ਜੇ ਇਹਨੂੰ ਕੁਝ ਯਾਦ ਰਹੇ। ਵੇ ਇਹੀ ਤਾਂ ਬਿਮਾਰੀ ਆ ਭੁੱਲਣ ਦੀ। ਸੁਨਿਆਰੇ ਦੀ ਦੁਕਾਨ ਤੇ ਛੱਡਿਆ ਅੱਜ ਮੈਨੂੰ, ਮੈਂ ਉੱਥੇ ਖੜੀ ਉਡੀਕਦੀ ਆ, ਆਇਆ ਨਹੀਂ ਸਵੇਰ ਦਾ। ਘਰੇ ਆਈ ਨੂੰ ਪੁੱਛਦਾ ਕਿੱਥੋਂ ਆਈ ਐ, ਕਿਸਮਤ ਫੁੱਟ ਗਈ ਮੇਰੀ, ਡੁੰਨ ਬਾਟਾ ਜਾ। ਪਰ ਬੇਬੇ ਇੰਨੀ ਜੀ ਗੱਲ ਮਗਰ ਸਾਰਾ ਪਿੰਡ ਇਕੱਠਾ ਕਰਨ ਦੀ ਕੀ ਲੋੜ ਸੀ? ਪੁੱਤ ਤੈਨੂੰ ਤਾਂ ਇੰਨੀ ਕੁ ਗੱਲ ਹੀ ਲੱਗਦੀ ਹੈ ਨਾ। ਓਹੋ ਤਾਈ ਤੂੰ ਚਿੰਤਾ ਨਾ ਕਰ, ਆਪਾਂ ਨੇ ਇਹਨੂੰ ਗੜੇਲੇ ਵਾਲੇ ਬਾਬੇ ਦੀ ਚੌਂਕੀ ਲੱਗਦੀ ਹੈ, ਕੱਲ ਨੂੰ ਆਪਾਂ ਇਹਨੂੰ ਉੱਥੇ ਲੈ ਜਾ ਕੇ ਮੱਥਾ ਟਿਕਾਉਣਾ। ਇਹਦੀ ਤਾਂ 7 ਜਨਮਾਂ ਦੀ ਯਾਦਾਸ਼ਤ ਵਾਪਸ ਆਜੂ, ਮੁੜ ਕੇ ਨਹੀਂ ਭੁੱਲੂ ਇਹ। ਉਹ ਮੈਂ ਨਹੀਂ ਜਾਣਾ ਕਿਸੇ ਬਾਬੇ ਬੂਬੇ ਕੋਲੋਂ। ਨਾਲੇ ਕਿਹੜੀ ਭੁੱਲਣ ਦੀ ਬਿਮਾਰੀ ਦੀ ਗੱਲ ਕਰਦੇ ਹੋ ਤੁਸੀਂ? ਲੈ ਸੁਣ ਲਓ ਤਾਈ, ਹੁਣ ਤੂੰ ਨਾ ਬੋਲੀ, ਹੁਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦਾ। ਚੱਲ ਐਂ ਦੱਸਦਾ ਆ, ਪੁੱਛ। ਆਪਣਾ ਦੇਸ਼ ਕਦੋਂ ਆਜ਼ਾਦ ਹੋਇਆ? 47 ਚ। ਪਿੰਡ ਕਿਹੜਾ ਆਪਣਾ? ਖਨਾਲ ਖੁਰਦ। ਤੇਰਾ ਵਿਆਹ ਕਦੋਂ ਹੋਇਆ? ਪੋਹ ਦੇ ਮਹੀਨੇ। ਚੱਲ ਝੂਠ ਕਿਉਂ ਤਾਈ? ਤਾਈ ਦਾ ਨਾਮ ਦੱਸ। ਪ੍ਰੀਤਮ ਕੌਰ। ਆਏ ਹਾਏ ਓਏ ਤਾਈ, ਇਹਨੂੰ ਛੱਡ, ਤੂੰ ਇਹ ਦੱਸ ਵੀ ਛੱਡ ਕੇ ਕਿੱਥੇ ਆਇਆ ਸੀ? ਛੱਡ ਕੇ? ਤੂੰ ਤਾਂ ਸਵੇਰ ਦੀ ਘਰ ਹੀ ਆ। ਲੈ ਸੁਣ ਲੈ, ਲੱਲੂ ਕਰੇ ਕਬੱਲੀਆਂ ਅਕੇ ਰੱਬ ਸਿੱਧੀਆਂ ਪਾਵੇ। ਆਇਆ ਮੇਰੇ ਰੱਬਾ, ਕਿੱਥੇ ਲਹੂ ਪੀਤਾ ਇਸ ਬੰਦੇ ਨੇ। ਉਹ ਚਲੋ ਵੀ ਚਲੋ, ਕੁਛ ਨਹੀਂ ਹੋਇਆ, ਚਲੋ ਚਲੋ ਆ ਜਾਣੇ ਮੂੰਹ ਚੱਕ ਕੇ। ਐਵੇਂ ਸਵਾਲ ਪੁੱਛ ਲੈਂਦੇ ਮੈਨੂੰ, ਸਭ ਕੁਝ ਯਾਦ ਆ। ਤੂੰ ਪੁੱਛਣਾ ਮੇਰੀ ਪੁੱਤੀ ਕੁਝ? ਪੁੱਛ ਲੋ ਹੈ। ਕੀ ਗੱਲ ਕੌਰ ਸਿਆ, ਸੁੱਤਾ ਨਹੀਂ ਅੱਜ? ਤੈਨੂੰ ਪਤਾ ਅੱਜ ਮੈਂ ਤੇਰੀ ਮਾਂ ਨੂੰ ਨਾ ਬਾਜ਼ਾਰ 'ਚ ਭੁੱਲ ਕੇ ਨਹੀਂ ਸੀ ਆਇਆ, ਜਾਣ ਬੁੱਝ ਕੇ ਛੱਡ ਆਇਆ ਸੀ। ਉਹਨੇ ਨਾ ਸੋਨੇ ਦਾ ਹਾਰ ਪਸੰਦ ਕਰ ਲਿਆ ਤੇ ਗਲ 'ਚ ਪਾ ਕੇ ਵੀ ਵੇਖ ਲਿਆ। ਤੇਰੀ ਮਾਂ ਨੂੰ ਬਹੁਤ ਹੀ ਫੱਬ ਰਿਹਾ ਸੀ ਉਹ ਹਾਰ, ਪਰ ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਸੀ ਕਿ ਮੈਂ ਉਹਨੂੰ ਹਾਰ ਲੈ ਦਿੰਦਾ, ਤੇ ਨਾ ਹੀ ਹਿੰਮਤ ਸੀ ਕਿ ਮੈਂ ਉਹਨੂੰ ਮਨਾ ਕਰ ਦਿੰਦਾ। ਬਸ ਫਿਰ ਕੀ ਸੀ, ਮੈਂ ਆਪਣੀ ਭੁੱਲਣ ਦੀ ਬਿਮਾਰੀ ਦਾ ਬਹਾਨਾ ਲਾ ਕੇ ਉਤੋਂ ਖਿਸਕਾਇਆ। ਹਾਲਾਂਕਿ ਮੈਨੂੰ ਪਤਾ ਪੁੱਤਰਾ ਕਿ ਜੇ ਮੈਂ ਉਹਨੂੰ ਕਹਿ ਦਿੰਦਾ ਨਾ ਕਿ ਤੂੰ ਹਾਰ ਲੈ ਲਾ, ਤੇ ਉਹਨੇ ਕਮਲੀ ਨੇ ਆਨਾ ਬਾਨਾ ਜਿਹਾ ਮਾਰ ਕੇ ਮਨਾ ਹੀ ਕਰ ਦੇਣਾ ਸੀ। ਫਿਰ ਉਹਨੇ ਇੱਧਰ ਰੌਲਾ ਰੱਪਾ ਜਿਹਾ ਪਾ ਕੇ ਆਪਣੇ ਆਪ ਨੂੰ ਸਮਝਾ ਲੈਣਾ ਸੀ।
ਭੋਲੀ ਹੈ ਤੇਰੀ ਮਾਂ ਨਾ। ਕਾਰ ਸਿਆ ਕਮਜ਼ੋਰੀਆਂ ਹਰ ਇਨਸਾਨ 'ਚ ਹੁੰਦੀਆਂ, ਗਲਤੀਆਂ ਹਰ ਇਨਸਾਨ ਕਰਦਾ, ਪਰ ਕਾਮਯਾਬ ਉਹੀ ਇਨਸਾਨ ਹੁੰਦਾ ਜਿਹੜਾ ਆਪਣੀ ਕਮਜ਼ੋਰੀਆਂ ਤੋਂ, ਆਪਣੀ ਗਲਤੀਆਂ ਤੋਂ ਸਿੱਖਦਾ। ਨਾਕਾਮੀਆਂ ਦਾ ਸਹਾਰਾ ਲੈ ਕੇ ਜ਼ਿੰਦਗੀ ਨਹੀਂ ਬੀਤਦੀ, ਦੁਨੀਆ ਨਾਲ ਚੱਲਣਾ ਸਿੱਖ। ਦੇਖੀ ਕਿਤੇ ਪੁੱਤਰਾ ਪਿੱਛੇ ਨਾ ਰਹਿ ਜੀ, ਦੁਨੀਆ ਬਹੁਤ ਤੇਜ਼ ਦੌੜਦੀ ਆ, ਇੱਕ ਵਾਰ ਪਿੱਛੇ ਰਹਿ ਗਿਆ ਤੇ ਫਿਰ ਮਿਲਣਾ ਬੜਾ ਮੁਸ਼ਕਿਲ। ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ, ਫਿਰ ਦੇਖ ਮੰਜ਼ਿਲ ਤੇਰੇ ਪੈਰਾਂ 'ਚ ਹੋਊ। ਹਰ ਇਨਸਾਨ 'ਚ ਕੋਈ ਨਾ ਕੋਈ ਗੁਣ ਹੁੰਦਾ, ਬਸ ਉਹਨੂੰ ਪਛਾਣਨ ਦੀ ਲੋੜ ਹੈ। ਮੇਰੇ ਸ਼ੇਰ ਪੁੱਤਰਾ, ਤੇਰੇ ਅੰਦਰ ਵੀ ਕੋਈ ਨਾ ਕੋਈ ਗੁਣ ਹੋਊਗਾ, ਬਸ ਉਹਨੂੰ ਪਛਾਣ ਲਾ, ਫਿਰ ਦੇਖ ਤੇਰੀ ਜੇਤੀ ਜੇਤਿਆ, ਤੈਨੂੰ ਕੋਈ ਰੋਕ ਨਹੀਂ ਸਕਦਾ। ਮੇਰਾ ਸ਼ੇਰ ਪੁੱਤ, ਚੱਲ ਸੌਂ ਜਾ। ਹੋਰ ਫਿਰ ਤਿਆਰੀ ਕਿਵੇਂ ਚੱਲਦੀ ਹੈ ਰਵਿੰਦਰ ਸਿੰਘ? ਵਧੀਆ ਚੱਲ ਰਹੀ ਹੈ ਸਰ। ਇਸ ਵਾਰ ਮੈਨੂੰ ਬਾਕਸਿੰਗ ਚੈਂਪੀਅਨਸ਼ਿਪ ਚਾਹੀਦੀ ਹੈ। ਜ਼ਰੂਰ ਮਿਲੂਗੀ ਸਰ। ਦਿਨ ਰਾਤ ਇੱਕ ਕਰ ਦਿਓ, ਜੇ ਕਿਸੇ ਹੈਲਪ ਦੀ ਲੋੜ ਹੈ ਤਾਂ ਮੈਨੂੰ ਦੱਸੋ। ਸ਼ੋਰ ਸਰ। ਸਤਿ ਸ਼੍ਰੀ ਅਕਾਲ ਜਨਾਬ। ਸਤਿ ਸ੍ਰੀ ਅਕਾਲ ਜਨਾਬ, ਬਾਹਰ ਕੌਰ ਸਿੰਘ ਆਇਆ ਹੈ। ਭੇਜ ਉਹਨੂੰ। ਜਨਾਬ। ਗੋ ਨਾਓ ਰਵਿੰਦਰ ਸਿੰਘ। ਯੈਸ ਸਰ। ਤੁਹਾਡੀ ਛੁੱਟੀ ਦੀ ਐਪਲੀਕੇਸ਼ਨ ਆਈ ਸੀ ਮੇਜਰ ਸਾਹਿਬ, ਮੈਨੂੰ ਲੱਗਦਾ ਕਿ ਆ 2 ਘੰਟੇ ਲੱਗਣੇ ਆ, ਤੇ ਇਹ ਮੈਂ ਕੰਪਲੀਟ ਕਰਕੇ ਤੁਸੀਂ ਸ਼ਾਮ ਨੂੰ ਲੈ ਜਾਓ ਮੇਰੇ ਕੋਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ। ਆ ਗਈਆਂ ਫੌਜਾਂ? ਵਾਪਸ ਮੁੜਨ ਦੀ ਕੋਈ ਖਾਸ ਵਜ੍ਹਾ? ਸਰ ਮੇਰੇ ਬਾਪੂ ਜੀ ਕਹਿੰਦੇ ਨੇ ਕਾਇਰ ਤੇ ਕਮਜ਼ੋਰ ਬੰਦੇ ਆਪਣੀ ਜ਼ਿੰਦਗੀ ਬਹਾਨੇ ਤੇ ਗਿਲੇ ਸ਼ਿਕਵੇ ਨਾਲ ਗੁਜ਼ਾਰ ਲੈਂਦੇ ਨੇ, ਤੇ ਸੂਰਮੇ ਬੰਦੇ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰਦੇ ਨੇ, ਤੇ ਮੈਂ ਸੂਰਮਾ ਇਨਸਾਨ ਬਣਨ ਆਇਆ ਜੀ। ਅੱਛਾ, ਨਾ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਫੌਜ 'ਚ ਆਉਣ ਦਾ ਫੈਸਲਾ ਤੇਰਾ ਆਪਣਾ ਜਾਂ ਤੇਰੇ ਬਾਪੂ ਦਾ? ਸਰ ਇਹ ਫੈਸਲਾ ਮੇਰਾ ਖੁਦ ਦਾ ਹੈ। ਮੇਰੇ ਦਿਲ ਨੇ ਇਹ ਕਿਹਾ ਮੇਰੀ ਜਗ੍ਹਾ ਫੌਜ ਦੇ ਵਿੱਚ ਹੈ, ਕਿਤੇ ਹੋਰ ਨਹੀਂ। ਇੱਥੇ ਜਜ਼ਬਾਤਾਂ ਨਾਲ ਕੰਮ ਨਹੀਂ ਚੱਲਦਾ ਕੌਰ ਸਿੰਘ, ਇਹ ਫੌਜ ਹੈ। ਇੱਥੇ ਦਿਲ ਤੋਂ ਪਹਿਲਾਂ ਸੀਨੀਅਰ ਜਿਹਦੇ ਆਰਡਰ ਮੰਨਣੇ ਪੈਂਦੇ ਨੇ, ਤੇ ਜੇ ਕੱਲ ਨੂੰ ਤੈਨੂੰ ਤੇਰੇ ਦਿਲ ਨੇ ਕਿਹਾ ਬਈ ਫੌਜ ਛੱਡ ਦੇ ਬੱਚੂ, ਫੇਰ ਕੀ ਕਰੇਗਾ? ਸਰ ਮੇਰਾ ਦਿਲ ਬਾਰ-ਬਾਰ ਨਹੀਂ ਸੋਚਦਾ, ਇੰਨੀ ਮਿਹਨਤ ਕਰਨ ਦੀ ਆਦਤ ਮੇਰੇ ਹੱਥਾਂ ਨੂੰ ਤਾਂ ਹੈ, ਪਰ ਮੇਰੇ ਦਿਲ ਨੂੰ ਨਹੀਂ। ਇੱਕ ਵਾਰ ਸੋਚ ਲੈ, ਇਸ ਵਾਰ ਟ੍ਰੇਨਿੰਗ ਅੱਗੇ ਨਾਲੋਂ ਬਹੁਤ ਸਖਤ ਹੈ, ਤੇ ਜੇ ਵਿਚਾਲੇ ਛੱਡ ਕੇ ਭੱਜ ਗਿਆ ਫੇਰ? ਸਰ ਮੈਂ ਐਤਕੀ ਫੌਜ ਛੱਡਣ ਵਾਸਤੇ ਨਹੀਂ ਆਇਆ, ਸਮੁੰਦਰ ਜਿੰਨਾ ਮਰਜ਼ੀ ਵੱਡਾ ਹੋਵੇ ਐਤਕੀ ਮੈਂ ਪਾਰ ਕਰਕੇ ਹੀ ਹਟੂੰਗਾ। ਕਿਹੜੀ ਕੜੀ ਸੀ ਦਿਲਾਂ ਵੇ ਡੁੱਬ ਜਾਣਿਆ, ਤੂੰ ਇਸ਼ਕੇ 'ਚ ਪੈਰ ਪਾ ਲੈ, ਤੁਰ ਗਈਆਂ ਨੇ ਪਤਾ ਨਹੀਂ ਕਿੱਥੇ ਰੁੱਸ ਕੇ ਵੇ ਮਾਇਆ, ਤੂੰ ਨਿੰਦਰਾਂ ਨਾ ਵੈਰ ਪਾ ਲੈ, ਤੂੰ ਨਿੰਦਰਾਂ ਨਾ ਵੈਰ ਪਾ ਲੈ, ਤੈਨੂੰ ਹਰ ਵੇਲੇ ਲੱਭਦੀਆਂ ਅੱਖੀਆਂ ਗਈਆਂ ਚੱਲੀਆਂ ਪਿਆਰ ਵਿੱਚ ਪੱਟੀਆਂ, ਗਈਆਂ ਚੱਲੀਆਂ ਪਿਆਰ ਵਿੱਚ ਪੱਟੀਆਂ, ਅੱਖਾਂ ਜਦੋਂ ਵੀ ਪਿਆਰ ਨਾਲ ਤੱਕਦੀਆਂ, ਹਾਏ ਜਦੋਂ ਵੀ ਪਿਆਰ ਨਾਲ ਤੱਕਦੀਆਂ, ਉਹ ਜ਼ਿੰਦਗੀ ਸਵਾਰ ਦਿੰਦੀਆਂ, ਹਾਏ ਪੈਂਦੇ ਸੁੰਨੇ ਸੁੰਨੇ ਰਾਹ ਜਦੋਂ ਤੱਕਣੇ, ਹਾਏ ਸੁੰਨੇ ਸੁੰਨੇ ਰਾਹ ਜਦੋਂ ਤੱਕਣੇ, ਉਡੀਕਾਂ ਜਾਨੋਂ ਮਾਰ ਦਿੰਦੀਆਂ, ਹਾਏ ਪੈਂਦੇ ਸੁੰਨੇ ਸੁੰਨੇ ਰਾਹ ਜਦੋਂ ਤੱਕਣੇ, ਤੂੰ ਜਿੰਨਾ ਸੂਲੀ ਟੰਗਦਾ ਯਾਰਾ ਵੇ ਉਹਨਾਂ ਜ਼ਿਆਦਾ ਲੱਗਦਾ ਪਿਆਰਾ, ਤੂੰ ਜਿੰਨਾ ਸੂਲੀ
ਸਦਾ ਸੌਂਦੀਆਂ ਤੇ ਉੱਠਦੀਆਂ ਨਾਲ ਨੇ ਇਹ ਯਾਦਾਂ ਜੁੜ ਜੋਗੀਆਂ ਬੜੀਆਂ ਕਮਾਲ ਨੇ ਸਦਾ ਨਾਲ ਸੌਂਦੀਆਂ ਤੇ ਉੱਠਦੀਆਂ ਨਾਲ ਨੇ ਨਿਤ ਤੇਰੇ ਮਿੱਠੜੇ ਜਵਾਬਾਂ ਨੂੰ ਉਡੀਕਦੇ ਸਾਡੇ ਬੁੱਲਾਂ ਤੋਂ ਸੁੱਕ ਗਏ ਸਵਾਲ ਨੇ ਉਹ ਸਾਡੇ ਬੁੱਲਾਂ ਤੋਂ ਸੁੱਕ ਗਏ ਸਵਾਲ ਨੇ ਦਿਨ ਸੋਚਾਂ 'ਚ ਤੇਰਾ ਇਸ ਵਾਰ ਦੀ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਹੈਦਰਾਬਾਦ ਦੇ ਵਿੱਚ ਹੋਣ ਜਾ ਰਹੀ ਹੈ ਮੁੰਡਿਓ ਤੇ ਹੈਵੀ weight ਕੈਟਾਗਰੀ ਦੇ ਵਿੱਚ ਤੁਹਾਡੇ ਸਾਰਿਆਂ ਦੇ ਵਿੱਚੋਂ ਸਿਰਫ ਤੇ ਸਿਰਫ ਇੱਕ ਜਵਾਨ ਸਿਲੈਕਟ ਹੋਊਗਾ ਤੇ ਯਾਦ ਰੱਖਿਓ ਜਿਹੜਾ ਜਵਾਨ ਆਰਮੀ ਦਾ ਚੈਂਪੀਅਨ ਹੋਇਆ ਉਹੀ ਅੱਗੇ ਨੈਸ਼ਨਲ ਖੇਡਣ ਜਾਊਗਾ ਯੈਸ ਸਰ ਤੂੰ ਜਿੰਨਾ ਸੂਲੀ ਟੰਗਦੇ ਯਾਰਾ ਵੇ ਉਹਨਾਂ ਜ਼ਿਆਦਾ ਲੱਗਦੇ ਪਿਆਰਾ ਤੂੰ ਜਿੰਨਾ ਸੂਲੀ ਟੰਗਦੇ ਯਾਰਾ ਵੇ ਉਹਨਾਂ ਜ਼ਿਆਦਾ ਲੱਗਦੇ ਪਿਆਰਾ ਵੇ ਹਰ ਵਾਰੀ ਮਿਲ ਕੇ ਲੱਗਦੇ ਵੇ ਹਰ ਵਾਰੀ ਮਿਲ ਕੇ ਲੱਗਦੇ ਕਿ ਛੇਤੀ ਛੇਤੀ ਮਿਲੀਏ ਦੁਬਾਰਾ ਹੋਰ ਦੱਸ ਭਾਈ ਪ੍ਰਾਹੁਣਿਆ ਤੇਰੀ ਕੀ ਖਾਤਰਦਾਰੀ ਕਰੀਏ ਦਰਸ਼ਨ ਮੇਲੇ ਕਰਕੇ ਨਜ਼ਾਰਾ ਆ ਗਿਆ ਬਾਈ ਜੀ ਹੋਰ ਇਸ ਤੋਂ ਵੱਧ ਖਾਤਰਦਾਰੀ ਕੀ ਹੋਊਗੀ ਹੋਏ ਤਾਂ ਆਪਣੇ ਘਰ ਦਾ ਹੀ ਸਮਾਨ ਹੈ ਮੈਂ ਕਿਹਾ ਜੀ ਰੋਟੀ ਤਿਆਰ ਹੈ ਪਾ ਦਈਏ ਭੈਣ ਜੀ ਰੋਟੀ ਵੀ ਖਾ ਲੈਨੇ ਆ ਤੁਸੀਂ ਪਹਿਲਾਂ ਬੈਠੋ ਨਾ ਮੈਨੂੰ ਦੱਸੋ ਕੋਈ ਗੱਲ ਹੈ ਸਾਰੇ ਜਾਣੇ ਬੁਝੇ ਬੁਝੇ ਕਿਉਂ ਲੱਗਦੇ ਆ ਨਹੀਂ ਨਹੀਂ ਬਾਈ ਜੀ ਇਹ ਜੀ ਤਾਂ ਕੋਈ ਗੱਲ ਨਹੀਂ ਬਲਜੀਤ ਪੁੱਤ ਰੋਟੀ ਪਾ ਦੇ ਤੇਰੇ ਫੁੱਫੜ ਤੇ ਬਾਪੂ ਜੀ ਵਾਸਤੇ ਮੈਂ ਇਸ ਘਰ ਦਾ ਪ੍ਰਾਹੁਣਾ ਬਾਈ ਜੀ ਮੇਰਾ ਜਾਣਨ ਦਾ ਹੱਕ ਹੈ ਕੋਈ ਗੱਲ ਹੈ ਤਾਂ ਦੱਸੋ ਨਾਜਰ ਸਿਆਂ ਇੱਥੋਂ ਪ੍ਰਾਹੁਣਿਆਂ ਕਾਹਦਾ ਹੋਲਾ ਜ਼ਬਾਨ ਤੀ ਘਰੇ ਬੈਠੀ ਹੈ ਚਿੰਤਾ ਤਾਂ ਹੋ ਹੀ ਜਾਂਦੀ ਹੈ ਮਨ ਨੂੰ ਉਹ ਬਲਜੀਤ ਬਾਈ ਜੀ ਮੇਰੀ ਵੀ ਧੀਆਂ ਵਰਗੀ ਹੈ ਮੈਨੂੰ ਵੀ ਫਿਕਰ ਹੈ ਉਹਦੇ ਲਈ ਮੈਂ ਇੱਕ ਰਿਸ਼ਤਾ ਵੇਖਿਆ ਅੱਛਾ ਕਿਹੋ ਜਿਹਾ ਮੁੰਡਾ ਕੀ ਕਰਦਾ ਮੈਨੂੰ ਵੀ ਦੱਸ ਕੁਛ ਮੁੰਡਾ ਬੜਾ ਲਾਇਕ ਹੈ ਬਾਈ ਜੀ ਆਰਮੀ 'ਚ ਹੈ ਤੇ ਤਕੜਾ ਬਾਕਸਰ ਹੈ ਮੁੱਕਦੀ ਗੱਲ ਇਹ ਕਿ ਉਹ ਮੇਰੇ ਅੰਡਰ ਟ੍ਰੇਨਿੰਗ ਕਰ ਰਿਹਾ ਹੈ ਪਿਛਲੇ ਹਫਤੇ ਉਹਨੇ ਸਾਰਿਆਂ ਨੂੰ ਹਰਾਤਾ ਤੇ ਹੁਣ ਉਹ ਆਰਮੀ ਵੱਲੋਂ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਖੇਡਣ ਜਾ ਰਿਹਾ ਹੈ ਅੱਜ ਦੇ ਦਿਨ ਦਾ ਮੈਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਜਿਹਨੂੰ ਇੱਕ ਵਾਰ ਮੇਰੇ ਕੋ ਸੁਣ ਪੈ ਜਾਂਦੇ ਆ ਨਾ ਉਹਦੇ ਮੂੰਹ ਦਾ ਨਕਸ਼ਾ ਚੇਂਜ ਹੋ ਜਾਂਦਾ ਕਾਕਾ ਤੇਰੇ ਕੋਲ ਟਾਈਮ ਹੈ ਭੱਜ ਜਾ ਰਹੀ ਗੱਲ ਮੈਚ ਦੀ ਮੈਚ ਤਾਂ ਫਿਰ ਵੀ ਆ ਜਾਣਾ ਪਰ ਤੇਰੀ ਆ ਸ਼ਕਲ ਵਾਪਸ ਨਹੀਂ ਰੱਬ ਰਾਖਾ One, two, three. ਤਾਂ ਕੌਰ ਹੈ ਹੋਰ ਕੀ ਇਹ ਫੌਜ ਛੱਡ ਨਹੀਂ ਸੀ ਆਇਆ ਉਹ ਮੁੜ ਆਇਆ ਸੀ ਬਾਈ ਜੀ ਹੁਣ ਤਾਂ ਉਹ ਆਰਮੀ ਵੱਲੋਂ ਨੈਸ਼ਨਲ ਖੇਡੂਗਾ इंडियन एमेच्योर बॉक्सिंग फेडरेशन की नेशनल चैंपियनशिप हैदराबाद में आज बॉक्सिंग मुकाबला है पंजाब आर्मी के नए चैंपियन कौर सिंह का उत्तर प्रदेश के रोहित राणा के साथ और ये कौर सिंह का बहुत ही तगड़ा पंच और राणा संभलते हुए राणा अब अग्रेसिव होते हुए ये पंच और कौर सिंह का बेहतरीन बचाव राणा का पंच फिर बचे कौर सिंह और ये कौर सिंह का अटैक राणा को पंच ओह जबरदस्त मुक्का रेफरी का काउंटडाउन राणा नॉकआउट कौर सिंह का जबरदस्त नॉकआउट अब ये सेमीफाइनल्स खेलेंगे महाराष्ट्र के दीपक सावले के साथ दीपक सावले जैसे कौर सिंह को ललकारते हुए कौर सिंह भी तैयार दोनों प्लेयर्स रेडी रेफरी का इशारा मैच शुरू सावले अटैकिंग प्लेयर और कौर सिंह डिफेंसिव प्लेयर और ये सावले का अटैक कौर सिंह का डक और इस बार कौर सिंह ऑफेंसिव स्ट्रैटेजी अपनाते हुए ये मुक्का सीधा सावले के डिफेंस को चीरता हुआ और सावले संभल नहीं पा रहे हैं और महाराष्ट्र के दीपक सावले फ्लोर पे और ये नॉकआउट ਪ੍ਰਸਿੱਧ ਕਰੇ ਵੈਸੇ ਦੇ ਫੁੱਫਾ ਨੇ ਇਹਦੇ ਵਾਸਤੇ ਹੀਰਾ ਮੁੰਡਾ ਲੱਭਿਆ
ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਮੁੰਡਾ ਚੰਗਾ ਪਰ ਮੇਰੇ ਘਰ 'ਚ ਸੁਣਦਾ ਹੀ ਕੌਣ? हैदराबाद के चैंपियन श्रीकांत से मुकाबला और ये क्या जबरदस्त नॉकआउट पंच। पंजाब के कौर सिंह को नेशनल बॉक्सिंग चैंपियनशिप में गोल्ड मेडल। ਪੰਜਾਬ ਦੇ ਕੌਰ ਸਿੰਘ ਨੇ ਦੇਸ਼ ਦੇ ਸਾਰੇ ਬਾਕਸਰਾਂ ਨੂੰ ਜਿੱਤ ਕਰਕੇ ਹੈਦਰਾਬਾਦ ਵਿੱਚ ਹੋ ਰਹੀ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਜਿੱਤ ਲਈ। ਇਸ ਦੇ ਨਾਲ ਹੀ ਇੱਕ ਹੋਰ ਵੱਡੀ ਖਬਰ। ਹਾਂ ਬਈ, ਤੇਰਾ ਧਿਆਨ ਹੁਣ ਇੱਥੇ ਕਿੱਥੇ ਹੈ? ਇਹ ਤਾਂ ਕਿਤੇ ਹੋਰ ਹੀ ਹੈ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਵਾਹ ਵਧੀਆ ਹੋ ਗਿਆ। हाँ बाबे भी ले रहा बढ़िया हो गया। ਹੁਣ ਮੈਂ ਘਰ ਜਾ ਕੇ ਇੰਤਜ਼ਾਮ ਦੇਖੀ ਨਾ। ठीक है। पुराने बाबा आए होंगे तू सामने सारे। मैं ठीक हो गया ना। बस ठीक है, थोड़ा काम भी कर ली क्योंकि खाना बजी जाके। ਕੌਰ ਸਿੰਘ ਜੀ ਤੁਸੀਂ ਹੋ? ਚਿੱਠੀ ਤੁਹਾਡੇ ਲਈ। ਪੜਤਾ ਕੀ ਹੈ? ਅਫੜਾ सब ठीक है ना पुत? ਬੱਪੂ ਸਰਕਾਰ ਦਾ ਸੱਦਾ ਆਇਆ। ਮੁਹੰਮਦ ਅਲੀ ਦੇ ਨਾਲ ਬਾਕਸਿੰਗ ਦਾ ਮੈਚ ਫਿਕਸ ਕੀਤਾ। ਵਧਾਈ ਹੋਵੇ ਕੌਰਿਆ। ਆਈ ਮੁਬਾਰਕਾਂ ਹੋ ਗਈ। ਲੱਡੂ ਫੜਾ। ਓ ਬੱਲੇ ਬੱਲੇ ਮੁਬਾਰਕਾਂ। ਉਹ ਉਠਾ ਕਰ। ਆਈ ਵਾਰ ਬੰਦੇ ਦੀ ਮਾਈ ਬੰਨਾ ਬੰਨੀ ਪਾਰ ਖੜੇ ਸੁਖਾ ਸੁਖ ਦੀ ਨੂਏ ਦੇ ਦੇ ਆਏ ਬੰਨਾ ਬੰਨੀ ਪਾਰ ਖੜੇ। ਭਰਿਆ ਨੀ ਵੇੜਾ ਸ਼ਗਨਾ ਦਾ, ਭਰਿਆ ਨੀ ਵੇੜਾ ਸ਼ਗਨਾ ਦਾ, ਭਰਿਆ ਨੀ ਵੇੜਾ। ਮੈਨੂੰ ਮਾਫ ਕਰੀ ਬਲਜੀਤ, ਅੱਜ ਆਪਣਾ ਵਿਆਹ ਹੋਇਆ ਤੇ ਕਿਸਮਤ ਦੇਖ ਮੈਨੂੰ ਸਵੇਰੇ ਜਾਣਾ ਪੈਣਾ ਹੈ। ਆਪਾਂ ਨੂੰ ਇਕੱਠਿਆਂ ਵਕਤ ਬਿਤਾਉਣ ਲਈ ਬਿਲਕੁਲ ਸਮਾਂ ਹੀ ਨਹੀਂ ਮਿਲਿਆ। ਮੈਨੂੰ ਲੱਗਦਾ ਨਾ ਤੈਨੂੰ ਬਾਕਸਿੰਗ ਗਲਵਸ ਨਾਲ ਵਿਆਹ ਕਰਾਉਣਾ ਚਾਹੀਦਾ ਸੀ ਤੇ ਉਹ ਬਾਕਸਿੰਗ ਰਿੰਗ ਨਾਲ ਸੌਣਾ ਚਾਹੀਦਾ ਸੀ। ਆਹ ਤੇਰੀ ਸਲਾਹ ਮੈਨੂੰ ਠੀਕ ਲੱਗ ਰਹੀ ਹੈ। ਆਪਾਂ ਇਵੇਂ ਹੀ ਕਰ ਲੈਂਦੇ ਆ। ਮੈਂ ਕਸੁੰਨ ਮਾਰੂ ਤੇਰੇ। ਲੈ ਮਾਰ। ਆ ਤੇਰੀ ਅੱਖ ਤੇ ਕੀ ਹੋਇਆ? ਅੱਖ ਤੇ? ਹਾਂ ਹਾਂ ਬਾਕਸਿੰਗ। ਇਹ ਨਿਸ਼ਾਨੀ ਮੈਨੂੰ ਬਾਕਸਿੰਗ ਤੋਂ ਮਿਲੀ ਹੈ। ਬਾਕਸਿੰਗ ਨਾ ਮੇਰੀ ਜਾਨ ਹੈ। ਬਾਕਸਿੰਗ ਵਾਸਤੇ ਇਹੋ ਜਿਹੀਆਂ 100 ਨਿਸ਼ਾਨੀਆਂ ਵੀ ਨਾ ਲੈਣ ਲਈ ਤਿਆਰ ਹੈ ਮੈਂ। ਤੈਨੂੰ ਅੱਜ ਵੀ ਬਾਕਸਿੰਗ ਦੀ ਗੱਲਾਂ ਸੁੱਝਦੀਆਂ ਨੇ? ਕੋਈ ਪਿਆਰ ਦੀ ਗੱਲ ਨਹੀਂ ਹੈ? ਪਿਆਰ? ਹਾਂ ਗੱਲ ਤਾਂ ਤੇਰੀ ਸਹੀ ਹੈ, ਪਿਆਰ ਦੀ ਹੋਣੀ ਚਾਹੀਦੀ ਹੈ। ਆਹੋ ਠੀਕ ਹੈ। ਗੱਲ ਮੈਂ ਤੂੰ ਆਪਾਂ ਦੋਨੋਂ ਇਕੱਠੇ ਚੱਲਾਂਗੇ ਮੁਹੰਮਦ ਅਲੀ ਦਾ ਮੈਚ ਦੇਖ। ਦਫਾ ਹੋ ਜਾ ਇੱਥੋਂ। ਜਾ ਕੇ ਨਾ ਬਾਕਸਿੰਗ ਖਾੜੇ ਵਿੱਚ ਸੌਂ ਜਾ। ਪਹਿਲੇ ਦਿਨ ਹੀ ਕੌਣ ਬਾਹਰ ਕਰ ਦਿੰਦਾ? ਮਾਰਤੀ ਹੋਣੀ ਆ ਭਰਜਾਈ ਕੋਲ ਬਾਕਸਿੰਗ ਵਾਲੀ ਭਕਾਈ। ਹੈਂ ਤਾਂ ਹੀ ਉਹਨੇ ਤੈਨੂੰ ਬਾਹਰ ਕੱਢਤਾ। ਹੁਣ ਏਦਾਂ ਕਰ, ਇੱਥੇ ਹੀ ਸੋ ਲਾਂਗੇ। ਇੱਥੇ ਹੀ? ਹਾਂ ਡਾਲਾਂਗੇ ਮੰਜੇ। ਕੋਰੇ ਗੱਲ ਦੱਸਾਂ, ਤੂੰ ਯਾਰਾਂ ਦਾ ਯਾਰ ਹੈ। ਆਏ ਭਰਜਾਈ ਆ ਗਈ ਤਾਂ ਵੀ ਤੂੰ ਮੈਨੂੰ ਭੁੱਲਿਆ ਨਹੀਂ। ਕੋਰੇ
भारतीय खेल जगत के लिए सुनहरे अक्षरों में लिखा जाने वाला दिन है, क्योंकि अमेरिका के बॉक्सिंग सुपरस्टार मोहम्मद अली दिल्ली के खचाखच भरे हुए नेहरू स्टेडियम में खेलेंगे पंजाब के कौर सिंह के साथ। मोहम्मद अली दुनिया के नंबर 1 बॉक्सर है और उनके बारे में कहा जाता है कि he floats like a butterfly and sings like a bee। दुनिया के हर बॉक्सर का सपना होगा कि वो मोहम्मद अली के साथ दो हाथ करे, और आज ये सपना पूरा होगा कौर सिंह का। मोहम्मद अली तैयार, कौर सिंह तैयार, और ये रेफरी का इशारा, राउंड 1 शुरू। कौर सिंह का अटैक, लेकिन अली का बचाव और रिटर्न अटैक। कौर सिंह का एक और पंच, कौर सिंह को पंच मारने को उकसा रहे हैं। कौर सिंह का पंच और अली का बेहतरीन डक, और कौर सिंह का एक और पंच देगा। कौर सिंह के लगातार पंच पे पंच और अली का हमेशा उतना ही बेहतरीन बचाव। अली जैसे कौर सिंह को खेल रहे हैं, उन्हें गलती करने के लिए उकसा रहे हैं, और ये राउंड 1 की समाप्ति की घोषणा। कौर सिंह का अटैक उन्हें थका रहा है। अली दर्शकों का हौसला बढ़ाते हुए कौर सिंह की आंखों में जुनून साफ दिखते हुए, और ये राउंड 2 की शुरुआत। कौर सिंह का अटैक और मोहम्मद अली अब जैसे पूरी तरह से कौर सिंह की जल्दबाजी को समझ चुके हैं। अली का फुटवर्क, उनका कॉन्फिडेंस और उनकी स्पीड सब कौर सिंह की मुश्किलें बढ़ा रहा है। सपोर्टर्स का अली को नॉकआउट के लिए मोहम्मद अली के पंच और एक और अली के लगातार पंचेस। कौर सिंह को कोई मौका नहीं अपने बचाव का, और रेफरी का मैच रोकने का इशारा, और मोहम्मद अली के लिए जीत का ऐलान। की गल कौर सिंह, उदास क्यों बैठे? नहीं, उदास तो नहीं, मैं ठीक है। क्यों झूठा जिहा हासा हस के विखाई जन्ने? ਉਹ ਕਦੇ ਦਾਈਆਂ ਕੋਲੋਂ ਪੇਟ ਵੀ ਲੁਕਿਆ? ਤੇਰੇ ਮੈਚ ਹਾਰਨ ਦੀ ਨਮੋਸ਼ੀ ਤੇਰੇ ਮੂੰਹ ਤੇ ਸਾਫ਼ ਨਜ਼ਰ ਆਉਂਦੀ ਹੈ। ਕੋਚ ਸਾਹਿਬ, ਮੈਚ ਹਾਰੇ ਦੀ ਗੱਲ ਨਹੀਂ, ਪਰ ਆਪਾਂ ਹਾਰੇ ਬੜੀ ਬੁਰੀ ਤਰ੍ਹਾਂ, ਉਸ ਗੱਲ ਦੀ ਬਹੁਤ ਜ਼ਿਆਦਾ ਦਿਲ ਤੇ ਸੱਟ ਵੱਜੀ ਹੈ। ਇਸ ਵਿੱਚ ਨਿਰਾਸ਼ ਹੋਣ ਵਾਲੀ ਕਿਹੜੀ ਗੱਲ ਹੈ ਕੌਰ ਸਿੰਘ? ਇੰਡੀਅਨ ਬਾਕਸਰ ਦੇ ਨਾਲ ਤੂੰ ਇੰਨਾ ਵਧੀਆ ਖੇਡਦਾ ਹੈ। ਉਹ ਜੇ ਪਹਿਲੀ ਵਾਰ ਇੰਟਰਨੈਸ਼ਨਲ ਬਾਕਸਰ ਦੇ ਨਾਲ ਜੇ ਤੂੰ ਫਾਈਟ ਵਿੱਚ ਹਾਰ ਹੀ ਗਿਆ ਤੇ ਫੇਰ ਕੀ ਹੋਇਆ? ਓਏ ਜਿੱਤ ਦੀ ਕੀਮਤ ਕਮਲਿਆ ਹਾਰ ਕੇ ਹੀ ਪਤਾ ਲੱਗਦੀ ਹੈ। ਜੇ 21 ਜਿਗਰੇ ਵਾਲੇ ਸਿੱਖ 10,000 ਅਫਗਾਨਾਂ ਦੇ ਨਾਲ ਲੜਾਈ ਲੜ ਸਕਦੇ ਨੇ ਕੌਰ ਸਿੰਘ, ਤੇ ਇਹ ਇੰਟਰਨੈਸ਼ਨਲ ਬਾਕਸਰ ਤੇਰੇ ਲਈ ਕੀ ਚੀਜ਼ ਨੇ? ਤੂੰ ਇਹੋ ਜਿਹੇ 20 ਨੂੰ ਹਰਾਏਂਗਾ ਕੌਰ ਸਿੰਘ, 20 ਨੂੰ ਹਰਾਏਂਗਾ, ਪਰ ਸਾਨੂੰ ਆਪਣੀਆਂ ਕਮਜ਼ੋਰੀਆਂ ਤੇ ਕੰਮ ਕਰਨਾ ਪਊ। ਅਸੀਂ ਨਵੀਂ ਟੈਕਨੀਕ ਦੇ ਨਾਲ ਕੰਮ ਕਰਾਂਗੇ। ਸਵੇਰੇ 5 ਵਜੇ ਮੈਨੂੰ ਗਰਾਊਂਡ ਵਿੱਚ ਮਿਲ। ਸਾਡੇ ਖੂਨ ਖੌਲਦੇ ਚੋਬਰਾ, ਸਾਨੂੰ ਪਵੇ ਜਦੋਂ ਬੰਗਾਰ, ਸਾਨੂੰ ਵਿਰਸੇ ਮਿਲੀਆਂ ਗੁੜਤੀਆਂ, ਉਹ ਸਾਨੂੰ ਵਿਰਸੇ ਮਿਲੀਆਂ ਗੁੜਤੀਆਂ, ਤੇ ਕਦੇ ਨਾ ਮੰਨੀ ਹਾਰ, ਸਾਡੇ ਪੈਰਾਂ ਥੱਲੇ ਸਰਕੜੇ, ਉਹ ਸਾਡੇ ਪੈਰਾਂ ਥੱਲੇ ਸਰਕੜੇ, ਤੇ ਸਿਰ ਉੱਤੇ ਅੰਗਾਰ, ਤੇ ਉਹ ਅੰਬਰ ਪਾਲੇ ਨੀਵੀਆਂ, ਤੇ ਉਹ ਅੰਬਰ ਪਾਲੇ ਨੀਵੀਆਂ, ਸਾਡੀ ਸੁਣੇ ਜਦੋਂ ਲਲਕਾਰ, ਤੇ ਉਹ ਅੰਬਰ ਪਾਲੇ ਨੀਵੀਆਂ, ਉੜਦੇ ਜਦੋਂ ਨੇ ਜਿਗਰੀਆਂ ਵਾਲੇ ਕਰਦੇ। ਤੇਰੀ ਪਹਿਲੀ ਗਲਤੀ ਕੌਰ ਸਿੰਘ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਚ ਕਿਹੜੀ ਸਾਈਡ ਤੋਂ ਆ ਰਿਹਾ ਹੈ। ਡਿਫੈਂਸ ਹੀ ਬਾਕਸਿੰਗ ਦੀ ਸਭ ਤੋਂ ਵੱਡੀ ਕਲਾ ਹੈ। ਅਟੈਕ ਦੇ ਨਾਲ ਨਾਲ ਡਿਫੈਂਸ ਤੇ ਵਰਕ ਕਰੋ। ਇਹ ਰੰਗ ਗੋੜਿਆ, ਜਿੱਤ ਕੇ ਤੂੰ ਬਾਜੀ ਕੌੜਿਆ, ਦੁਨੀਆ ਕਰਦੇ ਦੰਗ ਕੌੜਿਆ।
ਤੇਰੀ ਦੂਜੀ ਤੇ ਆਖਰੀ ਗਲਤੀ ਕੌਰ ਸਿੰਘ ਕਨਸੈਂਟਰੇਸ਼ਨ। ਇਸ ਰਿੰਗ ਦੇ ਵਿੱਚ ਤੂੰ ਇੱਕ ਯੋਧਾ ਹੈ, ਯੋਧਾ ਜਿਹਦਾ ਇੱਕੋ ਇੱਕ ਨਿਸ਼ਾਨਾ ਹੈ, ਉਹ ਹੈ ਜਿੱਤ। ਤੈਨੂੰ ਖੇਡਦੇ ਨੂੰ ਭਾਵੇਂ ਇੱਕ ਬੰਦਾ ਵੇਖ ਰਿਹਾ ਹੋਵੇ ਤੇ ਭਾਵੇਂ ਲੱਖ, ਪਰ ਤੇਰਾ ਧਿਆਨ ਸਿਰਫ ਤੇਰੀ ਖੇਡ ਦੇ ਵਿੱਚ ਚਾਹੀਦਾ। ਹੋਰ ਵੱਡੀ ਖਬਰ ਖੇਡ ਜਗਤ ਤੋਂ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਅਨਾਉਂਸ ਕੀਤਾ ਹੈ ਕਿ ਇੰਡੀਆ ਉਹਨਾਂ ਖੇਡਾਂ ਦਾ ਆਯੋਜਨ ਕਰੇਗਾ ਜੋ ਖੇਡਾਂ ਉਹਨਾਂ ਨੇ ਪਹਿਲਾਂ ਕਦੇ ਨਹੀਂ ਦੇਖੀਆਂ। ਏਸ਼ੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀ ਭਾਗ ਲੈਣ ਆ ਰਹੇ ਹਨ ਤੇ ਇੰਡੀਆ ਨੂੰ ਵੱਧ ਤੋਂ ਵੱਧ ਮੈਡਲ ਜਿੱਤਣ ਦੇ ਲਈ ਹੋਰ ਮਿਹਨਤ ਕਰਨੀ ਪਵੇਗੀ ਤੇ ਇਸ ਦੇ ਨਾਲ ਹੀ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਹਰਮਨ ਪਿਆਰੇ ਬਾਕਸਰ ਕੌਰ ਸਿੰਘ ਹੁਣ ਕਿੱਦਾਂ ਦਾ ਪ੍ਰਦਰਸ਼ਨ ਕਰਦੇ ਹਨ। ਸਾਡੀਆਂ ਉੜਦੇ ਜਦੋਂ ਨੇ ਜਿਗਰੀਆਂ ਵਾਲੇ ਕਰਦੇ ਨੇ ਮੈਦਾਨ ਫਤਿਹ। ਇੱਕ ਦਿਨ ਜੀ ਇਤਿਹਾਸ ਲਿਖਾਂਗੇ ਕਰਕੇ ਮੈਦਾਨ ਫਤਿਹ। ਉਹ ਦਿਲ ਦੀ ਉਮੰਗ ਤੋੜਿਆ ਜ਼ਿੰਦਗੀ ਦੇ ਰੰਗ ਤੋੜਿਆ। ਜਿੱਤ ਕੇ ਤੂੰ ਬਾਜੀ ਕੌੜਿਆ ਦੁਨੀਆ ਕਰਦੇ ਤੰਗ ਕੌੜਿਆ। नमस्कार बहनों और भाइयों, आज से शुरू हो रहे हैं 9वें एशियाई खेल दिल्ली में। सभी खेल प्रेमियों का स्वागत है। दिल थाम के बैठिए क्योंकि भारत के इतिहास में पहली बार एक अंतर्राष्ट्रीय खेल समारोह होने जा रहा है। ਲਓ ਜੀ, ਪ੍ਰਤੀਯੋਗਿਤਾ ਦਾ ਉਦਘਾਟਨ ਕਰਨ ਲਈ ਸਾਡੇ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਪਧਾਰ ਰਹੇ ਨੇ। ਲਓ ਜੀ, ਤੁਹਾਡੇ ਸਾਹਮਣੇ ਹੁਣ ਦੁਨੀਆ ਦੀ ਮਸ਼ਹੂਰ ਹਸਤੀ ਅਮਿਤਾਭ ਬੱਚਨ ਜੀ ਖੇਡ ਦਾ ਆਨੰਦ ਮਾਣਨ ਲਈ ਪਹੁੰਚ ਚੁੱਕੇ ਨੇ। ਵਾਹ ਜੀ ਵਾਹ, ਮਾਰੋ ਤਾੜੀਆਂ। ਏਸ਼ੀਅਨ ਚੈਂਪੀਅਨਸ਼ਿਪ ਦਾ ਪਹਿਲਾ ਮੈਚ ਸਾਡੇ ਪੰਜਾਬ ਦਾ, ਸਾਡੇ ਪਿੰਡ ਦਾ ਕੌਰ ਸਿੰਘ, ਉਹਦਾ ਪਹਿਲਾ ਮੁਕਾਬਲਾ ਮੰਗੋਲੀਆ ਦੇ ਸੈਮੂਨ ਖਿਚਨ ਨਾਲ होने जा रहा है। ताड़ियां। हेवीवेट कैटेगरी का मैच, मंगोलिया के खिलाड़ी का जज्बा बेहतरीन, कौर सिंह भारत की उम्मीद। मुकाबला जोर पकड़ता हुआ, बट कौर सिंह फैंटास्टिक ब्लॉक, कौर सिंह का बेहतरीन डिफेंस और ये जबरदस्त क्रॉस। सैम्पोगिन को भारी मुक्का और सैम्पोगिन नॉकआउट। कौर सिंह के पहले ही मैच में Can he get up? No, he's knocked out. The knockout Singh has struck again. Kor Singh of India gets in the second round with huge Indian support. South Koreans are the best boxers, but Kor Singh is going all out at Sobe-won and he punches him. Sobe-won is down and shaky. He's losing it. No, he can't get up. It's knockout Singh again. ਦੋ ਮੁਕਾਬਲੇ ਜਿੱਤਣ ਤੋਂ ਬਾਅਦ ਸਾਡੇ ਕੌਰ ਸਿੰਘ ਦਾ ਫਾਈਨਲ ਮੁਕਾਬਲਾ ਹੁਣ ਹੋਣ ਜਾ ਰਿਹਾ ਹੈ ਇਰਾਕ ਤੇ ਇਸਮਾइल खलील ਨਾਲ। ਓਏ ਚੱਕ ਦਿਓ ਕੌਰਿਆ, ਬਣਾ ਦੇ ਦੀ ਬੱਤਰੀ ਖੱਲੀਆਂ। कौर सिंह का हौसला बढ़ाने के लिए पंजाब सरकार ने उन्हें 1 लाख रुपए का नगद इनाम जारी किया है। अगर वो आज गोल्ड मेडल जीतते हैं तो न सिर्फ पंजाब के लिए बल्कि पूरे भारत के लिए गर्व की बात होगी। और ये फाइनल मैच शुरू, इस्माइल खलील का अटैक, बाल बचे कौर सिंह। खलील काफी फुर्तीले, कौर सिंह को बच के रहना होगा। Khalil hits. और ये कौर सिंह का जैब, फिर डिफेंस और लगातार दूसरा जैब और ये जबरदस्त हुक सीधे इस्माइल खलील के जबड़े पे। ਬਾਕਸਰ ਕੌਰ ਸਿੰਘ ਨੇ ਜੋ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ, ਉਹਦੇ ਲਈ ਪੂਰਾ ਪਿੰਡ ਉਹਨਾਂ ਦਾ ਧੰਨਵਾਦੀ ਹੈ। ਕੌੜੇ ਤੋਂ ਕੌਰ ਸਿੰਘ ਤੇ ਕੌਰ ਸਿੰਘ ਤੋਂ ਬਾਕਸਰ ਕੌਰ ਸਿੰਘ ਦਾ ਸਫ਼ਰ ਬਹੁਤ ਹੀ ਔਖਾ ਤੇ ਸੰਘਰਸ਼ ਭਰਿਆ ਸੀ। ਮੇਰਾ ਇਹ ਸਫ਼ਰ ਮਾਂ ਦੀਆਂ ਦੁਆਵਾਂ, ਪਿਓ ਦੇ ਆਸ਼ੀਰਵਾਦ ਤੇ ਕੋਚ ਸਾਹਿਬ ਦੀ ਲਗਨ ਤੋਂ ਬਿਨਾ ਪੂਰਾ ਹੀ ਨਹੀਂ ਕਰ ਸਕਦਾ ਸੀ। ਜ਼ਿੰਦਗੀ ਵਿੱਚ ਬੜੀ ਵਾਰੀ ਖੜਾ ਹੁੰਦਾ ਫੇਰ ਡਿੱਗ ਪੈਂਦਾ, ਫੇਰ ਖੜਾ ਹੁੰਦਾ ਫੇਰ ਡਿੱਗ ਪੈਂਦਾ, ਤੇ ਜਦੋਂ ਮੈਂ ਡਿੱਗ ਪੈਂਦਾ
ਮੇਰੀ ਪਤਨੀ ਬਲਜੀਤ ਕੌਰ ਮੇਰਾ ਹੱਥ ਫੜ ਕੇ ਮੈਨੂੰ ਖੜਾ ਕਰਦੀ ਤੇ ਥਾਪੀ ਦੇ ਕੇ ਕਹਿੰਦੀ, ਚੱਲ ਕੌੜਿਆ, ਮੰਜ਼ਿਲ ਹਜੇ ਬੜੀ ਦੂਰ ਹੈ। ਇਹ ਪੂਰੇ ਪਰਿਵਾਰ ਦੀਆਂ ਛੋਟੀ ਛੋਟੀ ਕੋਸ਼ਿਸ਼ਾਂ ਦੇ ਸਿਲਸਿਲੇ ਨੇ ਮੈਨੂੰ ਅੱਜ ਕੌਰ ਸਿੰਘ ਤੋਂ ਪਦਮਾ ਸ਼੍ਰੀ ਕੌਰ ਸਿੰਘ ਬਣਾ ਦਿੱਤਾ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੌਰ ਸਿੰਘ ਜੀ ਤੁਸੀਂ ਕਮਾਲ ਕਰਤੀ। ਬੈਠੋ ਸਰ, ਤੁਹਾਨੂੰ ਕੌਣ ਖੜਾ ਕਰ ਸਕਦਾ? ਇੰਨੀ ਬੜੀ ਹਸਤੀ ਹੋ ਤੁਸੀਂ, ਕਮਾਲ ਹੋ ਗਈ। ਅੱਜ ਤਾਂ ਧੰਨ ਹੋ ਗਏ ਅਸੀਂ। ਰਾਮੂ ਚਾय लेके आ। देखो कौर सिंह जी आए हैं। बलदेव सिंह जी, शर्मा जी, ओ तुसी भी दर्शन कर लो। आजो देखो, ਸਤਿ ਸ਼੍ਰੀ ਅਕਾਲ ਜੀ। 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 सर बैठो। ਹਾਂਜੀ ਹਾਂਜੀ। आ लो सर, चाह लो जी, चाह। ਧੰਨਵਾਦ। बैठो सर, बैठो बैठो। ਹੋਰ ਸੁਣਾਓ ਜੀ। ਹੋਰ ਸਰ ਸਾਡੇ ਲਾਇਕ ਸੇਵਾ। ਮੈਂ ਉਹ ਪੁੱਛਣ ਆਇਆ ਸੀ ਮੇਰੇ ਪੈਸਿਆਂ ਬਾਰੇ। ਪੈਸਿਆਂ ਬਾਰੇ? ਪੈਸੇ? ਹਾਂਜੀ। नेतराम जी आ लाओ फाइल जरा। कमाल करती जी तुस तां उस दिन। क्या पंच मारिया, इस्माइल खलील आ चित्त करके रख दिता। कमाल कर दित्ती जी। और जी उस दिन तो मैच देख के इन्ना मजा आया ना, इन्ना मजा आया, बस इन्ना कमाल हो गई। ਇਹ ਜਿਹੜਾ ਫੰਡ ਹੈ ਨਾ, ਉਹ ਜਿਹੜਾ ਪਿੱਛੋਂ ਹੀ ਰਿਲੀਜ਼ ਨਹੀਂ ਹੋਇਆ, ਨਹੀਂ ਤਾਂ ਸਰ ਅਸੀਂ ਤੁਹਾਨੂੰ ਪੈਸੇ ਦੇ ਦੇਣੇ ਸੀ। ਤੁਸੀਂ ਚਿੰਤਾ ਨਾ ਕਰੋ, ਜਦੋਂ ਵੀ ਫੰਡ ਆਉਂਦਾ ਹੈ ਨਾ, ਮੈਂ ਆਪ ਖੁਦ ਤੁਹਾਡੇ ਘਰ ਦੇ ਕੇ ਆਉਂਗਾ। ਠੀਕ ਹੈ ਜੀ, ਤੁਸੀਂ ਚਿੰਤਾ ਨਾ ਕਰੋ। ਬਾਕੀ ਇਦਾਂ ਨਾ ਤੁਸੀਂ ਪਰ ਮੇਰੇ ਫੰਡ ਆ ਤਾਂ ਜਾਣਗੇ ਨਾ? ਹਾਂਜੀ ਬਿਲਕੁਲ ਬਿਲकुल, ਤੁਸੀਂ ਚਿੰਤਾ ਨਾ ਕਰੋ। ਮੈਂ ਆਪ ਖੁਦ ਦੇ ਕੇ ਆਉਂਗਾ, ਤੁਹਾਡੇ ਘਰ ਦੇ ਕੇ ਆਉਂਗਾ, ਨਾਲੇ ਤੁਹਾਡੇ ਨਾਲ ਚਾਹ ਦਾ ਕੱਪ ਸਾਂਝਾ ਕਰੂੰਗਾ ਜੀ ਤੁਹਾਡੇ ਨਾਲ। ਹਾਂਜੀ, ਮਿਹਰਬਾਨੀ। ਧੰਨਵਾਦ ਜੀ। चल मेरे घोड़े टिक टिक टिक, 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 चल मेरे घोड़े, चल मेरे घोड़े टिक टिक टिक, चल मेरे घोड़े टिक, चल मेरे घोड़े टिक टिक टिक, चल मेरे घोड़े टिक ਘੋੜੇ ਜਿਹਾ ਲੱਗਦਾ। चल मेरे ਆ ਮੋਢੇ ਪੋਤਾ ਲਾਇਆ, ਇਹਨੂੰ ਨਾ ਭੁੱਲ ਜੀ ਭਲਕੜਾ। हैं मोटे पता चुका मैं। ਲੈ ਦੱਸ। कमलिए मैं अपने पोत ਨੂੰ थोड़ी भूल सकता है। ਲੈ ਆ ਗਿਆ ਵੇ ਤੇਰਾ ਬਾਪੂ। ਲੈ ਬਾਪੂ ਪਾਪਾ ਕਰਦਾ ਸੀ। ਆ ਲੈ ਲੈ ਪੁੱਤ, ਫੜ ਪਈ। ਫੜ ਲਾ। ਇਹ ਲਾ। ਨੀ ਮੇਰਾ ਸੋਹਣਾ ਜਿਹਾ ਪੁੱਤ। ਆਜਾ ਛੋਟਾ ਬਾਕਸਰ ਲੈ ਕੁੜੇ ਪਾਣੀ ਲਿਆ। ਆ ਲੋ ਪਾਣੀ। ਓਏ ਓਏ ਓਏ, ਪਾਣੀ ਪੀਣਾ? चल मेरा शेर बगा, चल चल दादी कोल चलो। ਨੀ ਮੇਰਾ ਪੁੱਤ। ਬਹਿ ਜਾ ਕੌਰ ਸਿਆ। ਖੜਾਵੇ ਦਾਦੀ ਦੂੰ ਦਾਰਾ ਦੂੰ। ਜੀ ਮੈਂ ਤੁਹਾਡੇ ਲਈ ਰੋਟੀ ਬਣਾ ਕੇ ਲਿਆਉਣੀ ਆ। बापू। हाँ बोल। एक गल करनी सी। बोलना पुत। सरकार ने जेड़े इनाम वाले पैसे देने सी, ओनू आउण नू हजे वक्त लगूगा। कर्जा आपां नू घरों देना पैना है। तू चिंता ना कर कौर सिया, तेरा प्यो जे जिंदा। तू बस खेड वाल ध्यान दे, कर्जा कुर्जा मैं वेख लूंगा। है शेर पुत। रोटी खादी बापू? मैं खा ली पुत, तू खा ला। जा। आजो बैठो।
ਤੁਸੀਂ ਫਿਕਰ ਨਾ ਕਰੋ, ਵਾਹਿਗੁਰੂ ਸਭ ਠੀਕ ਕਰੂ। ਰੋਟੀ ਦੇਵਾਂ ਹੋਰ? ਸਰ ਮੈਂ ਕੌਰ ਸਿੰਘ, ਮੈਂ ਆਪਣੇ ਪੈਸਿਆਂ ਬਾਰੇ ਪਤਾ ਕਰਨ ਆਇਆ ਸੀ। ਤੁਸੀਂ ਅਗਲੇ ਹਫਤੇ ਆਇਓ, ਅੱਜ ਛੁੱਟੀ ਹੈ। ਸਰ ਮੈਂ ਇੰਡੀਅਨ ਬਾਕਸਰ ਕੌਰ ਸਿੰਘ, ਮੈਂ ਆਪਣੀ ਗ੍ਰਾਂਟ ਬਾਰੇ ਪਤਾ ਕਰਨ ਆਇਆ ਸੀ। ਅੱਛਾ ਤੁਸੀਂ ਹੋ, ਤੁਹਾਡੇ ਫੰਡ ਆ ਰਹੇ ਆ, ਮੈਂ ਤੁਹਾਨੂੰ ਖੁਦ ਪਹੁੰਚਾਉਂਗਾ ਘਰੇ। ਸਰ ਮੈਨੂੰ 1 ਸਾਲ ਹੋ ਗਿਆ ਧੱਕੇ ਖਾਂਦਿਆਂ ਨੂੰ। ਓਲੰਪਿਕਸ ਖੇਡਣ ਵਾਸਤੇ ਮੈਂ ਘਰ ਦਾ ਸਾਰਾ ਪੈਸਾ ਲਾ, ਤੇ ਹੁਣ ਮੇਰੇ ਘਰੇ 1 ਰੁਪਿਆ ਤੱਕ ਨਹੀਂ ਹੈ। ਤੁਸੀਂ ਇਹ ਗੱਲ ਸਮਝਦੇ ਕਿਉਂ ਨਹੀਂ ਹੈਗੇ? ਉਹ ਕੌਰ ਸਿੰਘ ਸਮਝਦੇ ਤੁਸੀਂ ਨਹੀਂ। ਇਹ ਸਾਡੀ ਗਲਤੀ ਥੋੜੀ ਹੈ ਵੀ ਤੁਸੀਂ ਆਪਣਾ ਸਾਰਾ ਪੈਸਾ ਵਰਤ ਲਿਆ। ਹੁਣ ਤੁਸੀਂ ਸਾਨੂੰ ਦੇਖ ਲਓ, ਅਸੀਂ ਜਦੋਂ ਚਾਹ ਵੀ ਪੀਣੀ ਹੋਵੇ ਨਾ ਸਰਕਾਰੀ ਪੈਸੇ ਦੀ ਪੀਂਦੇ ਆ, ਆਪਣੇ ਕੋਲ ਤਾਂ ਅਸੀਂ ਪੰਜੀ ਵੀ ਨਹੀਂ ਲਾਉਂਦੇ। Well, what a shot. That's the third time he's smashed the West Indian that way. ਆ ਗਏ ਤੁਸੀਂ? ਮੈਂ ਕੁਝ ਪੁੱਛ ਰਹੀ ਹਾਂ, ਕੀ ਕਹਿੰਦੇ ਦਫ਼ਤਰ ਵਾਲੇ? ਉਹੀ ਕਹਿ ਰਹੇ ਆ ਜੋ ਪਿਛਲੇ 2 ਸਾਲਾਂ ਤੋਂ ਕਹਿ ਰਹੇ ਆ, ਦੇ ਦਾਂਗੇ ਦੇ ਦਾਂਗੇ ਦੇ ਦਾਂਗੇ। ਕਦੋਂ ਦੇ ਦੇਣਗੇ? ਕਹਿੰਦੇ ਜਦੋਂ ਸਾਲੇ ਪੈਸੇ ਆਏ ਘਰੇ ਭੇਜ ਦਾਂਗੇ। ਤੁਸੀਂ ਫਿਕਰ ਨਾ ਕਰੋ, ਮਿਲ ਜਾਣਗੇ ਪੈਸੇ। ਇੱਕ ਫੈਸਲਾ ਤਾਂ ਮੈਂ ਕਰ ਲਿਆ ਅੱਜ, ਨਾ ਤਾਂ ਮੈਂ ਕੋਈ ਓਲੰਪਿਕ 'ਚ ਜਾਣਾ, ਨਾ ਹੀ ਮੈਂ ਕੋਈ ਮੈਡਲ ਜਿੱਤਣਾ। ਸਤਿ ਸ੍ਰੀ ਅਕਾਲ ਸਰਦਾਰ ਜੀ, ਆ ਤੁਹਾਡਾ ਸਮਾਨ ਆਇਆ। ਇਹ ਕੀ ਲਾਇਆ? ਆ ਮਾਰੋ ਕੋ ਗੀਜਰ ਆ ਇੱਥੇ ਕਰੋ ਧਾਕਰ। ਆ ਦੇਖੀਏ ਪੁੱਤ। ਚੰਗਾ ਜੀ, ਸਤਿ ਸ੍ਰੀ ਅਕਾਲ। ਹਾਂ ਦੇਖ ਕੀ ਆਇਆ। ਬੜਾ ਸਿਆਣਾ ਪੁੱਤ ਹੈ ਤਾਂ ਮੇਰਾ, ਅਸੀਂ ਦੇਖਾਂਗੇ ਹੈ। ਕੌਰ ਸਿੰਘ ਵੇਖ ਜ਼ਰਾ ਕੀ ਆ ਬਈ। ਲੈ ਇਹ ਆ ਮੇਰਾ ਪੁੱਤ ਵੀ ਦੇਖੂਗਾ। ਆ ਦੇਖ ਕੀ ਨਿਕਲਦਾ ਵਿੱਚੋਂ, ਉਧਰ ਵੇਖ ਜਰਾ। ਹੈ ਹਾਂ ਪੁੱਤ ਖੋਲ। ਕੀ ਆ? ਓਏ ਲੈ ਉਹ ਬਾਬਾ ਉਹ ਬੂਟ ਲੈ ਦਿਖਾ ਵੀ ਦਿਖਾ। ਆ ਲੈ ਤੂੰ ਪਾਉਣਿਆ ਬੂਟ ਹੈ। ਕਿੰਨਾ ਸੋਹਣਾ। ਓਏ ਲੈ ਆ ਦੇਖ, ਦੇਖਿਆ ਬੇਬੀ ਹੈ ਨਾ? ਵਾਹ ਆ ਦੇਖ। ਓਏ ਲੈ ਦਿਖਾ ਦਿਖਾ ਦਿਖਾ। ਪਾਲਾ ਪਾਲਾ ਹੱਥ ਨੂੰ ਪਾਲਾ। ਆ ਦੇਖ ਆ ਦੇਖ ਮੇਰੇ ਪੁੱਤ। ਇਦਾਂ ਪਾਈਦਾ ਹੁੰਦਾ ਨਾ। ਦੇਖ ਤਾਂ ਦੇਖ ਬੇਬੇ। ਇਹ ਪੁੱਠਾ ਲੱਗਦਾ ਮੈਨੂੰ ਨਾ। ਬਾਪੂ ਤੂੰ ਮੰਗਵਾਇਆ ਨਾ ਸਮਾਨ? ਨਹੀਂ ਆ ਮੇਰਾ ਪੁੱਤ ਆ ਜਾ। ਚੱਲ ਜਾ ਦਾਦੀ ਕੋ ਜਾ। ਆਪਾਂ ਖੇਡੀਏ। ਆ ਵੀ ਲੈ ਜਾ। ਬਾਪੂ ਖੇਡਾਂਗੇ। ਇੰਨਾ ਮਹਿੰਗਾ ਸਮਾਨ ਮੰਗਵਾਉਣ ਦੀ ਕੀ ਲੋੜ ਸੀ? ਕੌਰ ਸਿਆ ਅੰਗਰੇਜ਼ ਇਹ ਸਮਾਨ ਪਾ ਕੇ ਖੇਡਦੇ ਆ ਨਾ, ਫਿਰ ਮੇਰਾ ਪੁੱਤ ਕੋ ਪਿੱਛੇ ਰਹਿ ਜੇ। ਪਰ ਬਾਪੂ ਪੈਸੇ? ਉਹਦੀ ਚਿੰਤਾ ਤੂੰ ਨਾ ਕਰ, ਤੂੰ ਬਸ ਖੇਡ ਵੱਲ ਧਿਆਨ ਦੇ ਤੇ ਜਿੱਤ ਕੇ ਆ। ਸਰ ਬੁਲਾਇਆ ਤੁਸੀਂ? ਅੰਦਰ ਜਾ ਕੇ ਸਾਹਿਬ ਨੂੰ ਦੱਸ ਦੇ ਕਿ ਬਾਕਸਰ ਕੌਰ ਸਿੰਘ ਆਇਆ ਮਿਲਣ।
ਪਰਵਾਹ ਨਾ ਕਰੀ, ਨਾਲੇ ਆਪਾਂ ਨੇ ਮਾਰਕੀਟ ਜਾ ਕੇ ਆਣਾ। ਹਾਂ ਵੀ ਸਰ, ਬਾਹਰ ਕੌਰ ਸਿੰਘ ਜੀ ਆਏ ਨੇ। ਕੌਰ ਸਿੰਘ ਜੀ ਆਏ ਨੇ? ਬੁਲਾਓ ਫਿਰ ਉਹਨਾਂ ਨੂੰ, ਜਾਓ। ਕੌਣ ਆਇਆ ਹੈ? ਕੌਰ ਸਿੰਘ, ਜਿਹੜਾ ਬਾਕਸਿੰਗ ਦਾ ਚੈਂਪੀਅਨ, ਉਹ ਸਾਡੇ ਦਫ਼ਤਰ ਆਇਆ ਹੈ। ਆਪ ਆਏ ਨੇ? ਅੱਛਾ, ਸੈਲੀਬ੍ਰਿਟੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪਦਮ ਸ਼੍ਰੀ ਅਰਜੁਨ ਅਵਾਰਡੀ ਕੌਰ ਸਿੰਘ ਜੀ ਸਾਡੇ ਦਫ਼ਤਰ ਦੇ ਵਿੱਚ ਬਈ ਬੜਾ ਨਾਮ ਕਮਾਇਆ ਤੇ ਸਾਡੇ ਪੰਜਾਬ ਦਾ ਤੇ ਹਿੰਦੁਸਤਾਨ ਦਾ ਨਾਮ ਪੂਰੀ ਦੁਨੀਆ ਦੇ ਨਕਸ਼ੇ ਤੇ ਲਿਖਤਾ ਹੈ। ਅੱਛਾ ਜੀ, ਤੁਸੀਂ ਖੜੇ ਖਾਤੇ ਹੋ, ਬੈਠੋ ਨਾ। ਫੋਟੋ ਖਿਚਵਾ ਲੈ ਇਹਨਾਂ ਨਾਲ। ਬਿਲਕੁਲ ਬਿਲਕੁਲ, ਫੋਟੋ ਤਾਂ ਹੋਣੀ ਚਾਹੀਦੀ ਹੈ ਵੀ। ਫੋਟੋ ਤਾਂ ਮੈਂ ਵੀ ਖਿਚਾਣਾ ਹੈ। ਲਿਆ ਆ ਲੈ ਕੈਮਰਾ। ਲੈ ਵੀ ਕੁੱਗੀ, ਖਿੱਚ ਲੈ 5-7 ਫੋਟੋਆਂ ਫੇਰ ਜਰਾ। ਵਧੀਆ ਫੋਟੋ ਸੈਲੀਬ੍ਰਿਟੀ ਸਾਡੇ ਦਫ਼ਤਰ 'ਚ ਆਇਆ ਹੈ। ਮੈਂ ਸਾਰਿਆਂ ਨੂੰ ਸਾੜਨਾ, ਮੇਰੀਆਂ ਸਹੇਲੀਆਂ ਤਾਂ ਸੜ ਕੇ ਸੁਆਹ ਹੋ ਜਾਣਗੀਆਂ। ਬਿਲਕੁਲ ਸਹੀ ਕਹਿ ਰਹੀ ਹੈ। ਮੇਰਾ ਤਾਂ ਦਿਲ ਖੁਸ਼ ਹੋ ਜਾਊਗਾ। ਥੋੜੀ ਜੀ ਵਧੀਆ ਫੋਟੋ ਖਿੱਚ ਦੇ, ਸਾਹਮਣੇ ਲਾਣੀਆਂ ਦੀਵਾਰ ਤੇ। ਖੜੀ ਖੜੀ, ਇੱਕ ਮਿੰਟ ਖੜੀ। ਤੁਸੀਂ ਆਹ ਕੋਟ ਤਾਂ ਪਾ ਲਓ, ਕਿੰਨਾ ਵਧੀਆ ਉੱਪਰ ਇੰਡੀਆ ਲਿਖਿਆ ਹੋਇਆ ਹੈ। ਨਾਲੇ ਇਹਦੇ ਨਾਲੇ ਪਹਿਚਾਣ ਬਣਨੀ ਹੈ ਕਿ ਤੁਸੀਂ ਬਾਕਸਰ ਹੋ। ਲਿਆਓ, ਆ ਮੈਨੂੰ ਫੜਾ ਦਿਓ। ਵਧੀਆ ਫੋਟੋ ਖਿੱਚੀ, ਮੈਂ ਘਰੇ ਜਾ ਕੇ ਸਹੇਲੀਆਂ ਨੂੰ ਦਿਖਾਣੀ ਹੈ। ਪਾ ਲਓ, ਪਾ ਲਓ। ਬਈ ਐਡੀ ਸੈਲੀਬ੍ਰਿਟੀ ਆਈ ਹੈ। ਬਈ ਸਾਨੂੰ ਵੀ ਮਾਣ ਹੈ ਕਿ ਸਾਡੇ ਦਫ਼ਤਰ ਦੇ ਵਿੱਚ ਐਡਾ ਵੱਡਾ ਬਾਕਸਰ ਆਇਆ ਹੈ। ਵਾਹ ਵੀ ਵਾਹ। ਲੈ ਕੁੱਗੀ, ਵਧੀਆ ਫੋਟੋ, ਜਲਦੀ ਕਰ। ਲੈ ਵੀ ਖਿੱਚ ਕੇ ਰਾਂ ਫੋਟੋ। ਸਤਿ ਸ੍ਰੀ ਅਕਾਲ ਜੀ। ਕੌਰ ਸਿੰਘ ਜੀ, ਤੁਸੀਂ ਕਮਾਲ ਕਰਤੀ। ਬੈਠੋ ਸਰ। ਇੰਨੀ ਬੜੀ ਹਸਤੀ ਹੋ ਤੁਸੀਂ, ਕਮਾਲ ਹੋ ਗਈ। ਅੱਜ ਤਾਂ ਧੰਨ ਹੋ ਗਏ ਅਸੀਂ। ਜਦੋਂ ਵੀ ਫੰਡ ਆਉਂਦਾ ਹੈ ਨਾ, ਮੈਂ ਆਪ ਖੁਦ ਤੁਹਾਡੇ ਘਰ ਦੇ ਕੇ ਆऊं। ਠੀਕ ਹੈ ਜੀ, ਤੁਸੀਂ ਚਿੰਤਾ ਨਾ ਕਰੋ। ਤੁਹਾਡੇ ਫੰਡ ਆ ਰਹੇ ਹੈ, ਮੈਂ ਤੁਹਾਨੂੰ ਖੁਦ ਪਹੁੰਚਾਊਂਗਾ ਘਰੇ। ਤੁਸੀਂ ਫਿਕਰ ਨਾ ਕਰੋ, ਜਿਵੇਂ ਪੇਮੈਂਟ ਮੇਰੇ ਹੱਥ ਆਂਦੀ ਹੈ, ਮੈਂ ਪੇਮੈਂਟ ਇਹਨਾਂ ਦੇ ਘਰ ਦੇ ਕੇ ਆऊं। ਸਰ, ਕਿੰਨਾ ਕੁ ਟਾਈਮ? ਕੌਰੇ ਉਹ ਮੈਂ ਕਿਹਾ ਪਿੱਟਣਗੇ ਲੋਕੀ। ਸੈਲੀਬ੍ਰਿਟੀ ਦੇ ਨਾਲ ਇਹਨਾਂ ਦੀ ਫੋਟੋ ਦੇਖਿਆ, ਆਏ ਸੀ ਪੈਸੇ ਮੰਗਣ, ਉਹ ਆਪਾਂ ਨੇ ਫੋਟੋਆਂ ਖਿਚਾ ਕੇ ਤੋੜਤੇ। हाँ भी कुकी करता हुआ है काम। अच्छा, फोटो का साइज कितना बनाना है? अड्डा को साइज बना दी पूरा करके। ਲੈ ਉਹ ਪਾਪਾ ਆ ਗਿਆ ਤੇਰਾ। ਜੀ ਕੀ ਹੋਇਆ ਤੁਹਾਨੂੰ? ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ, ਤੁਸੀਂ ਬਾਹਰ ਨਾ ਜਾਇਆ ਕਰੋ ਐਵੇਂ ਦਫ਼ਤਰਾਂ ਧੱਕੇ ਖਾਣ। ਜਾਵਾਂ ਵੀ ਕਿਉਂ ਨਾ, ਬਾਪੂ ਜੀ ਬਿਮਾਰ ਪਏ ਐ, ਸਤਗੁਰ ਦੀ ਸਕੂਲ ਦੀ ਫੀਸ ਦੇਣ ਵਾਲੀ ਪਈ ਐ, ਸਾਰਾ ਪੈਸਾ ਤਾਂ 올림픽ਸ ਚ ਲਾਤਾ। ਪਤਾ ਨਹੀਂ ਕਿਹੜਾ ਮਨੂਸ ਟਾਈਮ ਹੋਣਾ ਜਦੋਂ ਮੈਂ ਦੇਸ਼ ਲਈ ਖੇਡਣ ਬਾਰੇ ਸੋਚਿਆ। ਬੇਬੇ ਤੂੰ ਤੇ ਕਹਿੰਦੀ ਸੀ ਬਾਪੂ ਦਾ ਹੱਥ ਨਹੀਂ ਹਥੌੜਾ ਹੈ, ਫਿਰ ਕਿਉਂ ਬਾਪੂ ਦੇ ਹੱਥ ਲੋਕਾਂ ਦੇ ਸਾਹਮਣੇ ਜੁੜੇ ਰਹਿੰਦੇ ਆ? ਕੌਰੇ ਦੇ ਬਾਪੂ, ਰੋਟੀ ਲਿਆਵਾਂ? করছা করছা করে
ਬੇਬੇ ਬੇਬੇ ਮੈਨੂੰ ਨਹੀਂ ਲੱਗਦਾ ਅੱਜ ਵੀ ਆਪਣਾ ਕੁਝ ਬਣੂ ਇੱਥੇ। ਕੋਈ ਨਾ ਪੁੱਤ, ਹੌਸਲਾ ਰੱਖ। ਹੋਰ ਸਤਨਾਮ ਜੀ, ਭਰਜਾਈ ਦੀ ਤਬੀਅਤ ਠੀਕ ਆ ਹੁਣ? ਚਲੋ ਵਧੀਆ। ਹਾਲੇ ਤੱਕ ਇੱਥੇ ਹੀ ਬੈਠੇ ਹੋ? ਸੁਣਿਆ ਨਹੀਂ ਮੈਂ ਕੀ ਕਿਹਾ? ਅਗਲੇ ਮਹੀਨੇ ਆ ਕੇ ਆਪਣੀ ਫਾਈਲ ਦਾ ਪਤਾ ਕਰੋ। ਕੰਮ ਕਰਨ ਦਿਓ ਮੈਨੂੰ, ਵਿਹਲੇ ਲੋਕ। ਐਲਾਨ ਕੀਤਾ ਜਾਂਦਾ ਹੈ ਕਿ ਮਹਾਨ ਬਾਕਸਰ ਪਦਮ ਸ਼੍ਰੀ ਕੌਰ ਸਿੰਘ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਂਦੇ ਨੇ। ਕਿੰਨੇ ਹੁੰਦੇ ਨੇ 1 ਲੱਖ ਰੁਪਏ? ਕਿੰਨੇ ਹੁੰਦੇ ਨੇ? ਕੋਈ ਬਹੁਤ ਵੱਡੀ ਚੀਜ਼ ਹੀ ਹੁੰਦੀ ਹੋਣੀ, ਜਿਹਦੇ ਲਈ ਮੇਰੇ ਬਾਪੂ ਨੂੰ 37 ਸਾਲ ਧੱਕੇ ਖਾਣੇ ਪਏ। ਮੇਰਾ ਬਾਪੂ ਜਿਹਨੇ ਵੱਡੇ ਤੋਂ ਵੱਡੇ ਬਾਕਸਰਾਂ ਨੂੰ ਮਿੱਟੀ 'ਚ ਰੋਲਤਾ, ਅੱਜ ਜ਼ਿੰਦਗੀ 'ਚ ਆਪ ਰੁਲ ਰਿਹਾ ਹੈ। ਕਿਤੇ ਕੀ ਆ ਹੁਣ? ਬਸ ਆਹ ਦੇਸ਼ ਦੇ ਗਲ 'ਚ 11 골ਡ ਮੈਡਲ ਹੀ ਤਾਂ ਪਾਏ ਨੇ। ਉਹ ਬੇਬੇ, ਉਹ ਬਾਪੂ ਨੂੰ ਇੱਕ ਹੋਰ ਨਾਂ ਦਿੰਦੇ ਹੁੰਦੇ ਸੀ, ਕੀ ਕਹਿੰਦੇ ਹੁੰਦੇ ਸੀ? ਹਾਂ, ਯਾਦ ਆਇਆ, ਨੌਕਆਊਟ ਸਿੰਘ। ਪਰ ਬਾਪੂ, ਇਹ ਜ਼ਿੰਦਗੀ ਦੀ ਜੰਗ ਤੇ ਤੋਂ ਨੌਕਆਊਟ ਨਹੀਂ ਹੋਣੀ। ਪਤਾ ਕਿਉਂ? ਪਤਾ ਕਿਉਂ? ਕਿਉਂਕਿ ਉਹਨਾਂ ਨੇ ਇਸ ਗੰਦੇ ਸਿਸਟਮ ਵਿੱਚ ਜਨਮ ਲਿਆ ਹੈ। ਅਸਲ 'ਚ ਸਾਰਾ ਕਸੂਰ ਹੀ ਮੇਰੇ ਬਾਪੂ ਦਾ, ਕਿਉਂਕਿ ਉਹ ਪਲੇਅਰ ਬਣਿਆ ਤੇ ਪਲੇਅਰ ਬਣ ਕੇ ਮਿਲਿਆ ਕੀ? ਧੱਕੇ, ਸਰਕਾਰੀ ਬਾਬੂਆਂ ਦੀਆਂ ਮਿੰਨਤਾਂ, 골ਡ ਮੈਡਲ, ਸਨਮਾਨ ਚਿੰਤੇ। ਹਾਂ, ਪਦਮ ਸ਼੍ਰੀ, ਪਦਮ ਸ਼੍ਰੀ। ਪਰ ਬਾਪੂ, ਇਹ ਪਦਮ ਸ਼੍ਰੀ ਨਾਲ ਢਿੱਡ ਨਹੀਂ ਭਰਦੇ। ਉਹਦੇ ਲਈ ਰੋਟੀ ਚਾਹੀਦੀ ਹੈ। ਇਹ ਪਦਮ ਸ਼੍ਰੀ ਨਾਲ ਤੇਰਾ ਇਲਾਜ ਨਹੀਂ ਹੋਣਾ। ਉਹਦੇ ਲਈ ਪੈਸੇ ਚਾਹੀਦੇ ਨੇ, ਜਿਹੜੇ ਦੇਸ਼ ਸੇਵਾ ਕਰਕੇ ਨਹੀਂ ਕਮਾਏ ਜਾਂਦੇ। ਪਤਾ, ਮੇਰਾ ਬਾਪੂ ਮੈਨੂੰ ਬਾਕਸਰ ਬਣਾਉਣਾ ਚਾਹੁੰਦਾ ਸੀ, ਪਰ ਅੱਜ ਮੈਂ ਸੋਚਦਾ ਕਿ ਮੈਂ ਪਲੇਅਰ ਹੀ ਨਹੀਂ ਬਣਨਾ। ਚੱਲ ਬੇਬੇ, ਤੇ ਹਾਂ, ਸੱਚ ਇੱਕ ਗੱਲ ਹੋਰ, ਤੁਹਾਡੇ ਸਾਰਿਆਂ ਵਾਸਤੇ। ਇਹ ਖਿਡਾਰੀ ਨਾ ਬਹੁਤ ਨਾਜ਼ੁਕ ਦਿਲ ਦੇ ਹੁੰਦੇ ਨੇ, ਕਿਸੇ ਨਿੱਕੀ ਜੀ ਗੱਲ ਨੂੰ ਦਿਲ ਤੇ ਲਾ ਲੈਂਦੇ। ਜੇ ਸਰਕਾਰ ਨੇ ਕੁਝ ਦੇਣਾ ਨਹੀਂ ਹੁੰਦਾ ਤਾਂ ਐਲਾਨ ਨਾ ਕਰਿਆ ਕਰ। ਨਹੀਂ ਚਾਹੀਦੇ ਸਾਨੂੰ ਤੁਹਾਡੇ ਪੈਸੇ, ਨਹੀਂ ਚਾਹੀਦੀ ਪਦਮ ਸ਼੍ਰੀ ਕੌਰ ਸਿੰਘ ਨੂੰ ਭੀਖ। ਚੱਲ ਬੇਬੇ।
गोल्ड मेडल, पद्मश्री, अर्जुन अवार्डी। बोलन लग्या तो जुबान भावें सहजे ही बोल जाती है, पर जिन्हां ने ये सन्मान अपनी जिंदगी च कमाए ने ना, उन्हां दी अखां विच उनेदरे नहीं रड़कदे, बस सुपने रड़कदे ने। सुपने वेखने ते सुपने सच करन च बड़ा फर्क हुंदा है। जिन्हां ने चन्न फड़ने होण ਉਹ ਤਿਤਲੀਆਂ मगर नहीं भजदे, ते नाले समिਆਂ ਦੀ ਹਿੱਕ ਚ ਵੱਜਣ ਤੋਂ ਪਹਿਲਾਂ ਹਾਲਾਤ ਦੀ ਹਿੱਕ ਚ ਵੱਜਣਾ ਪੈਂਦਾ ਹੈ। ਇੱਕ ਖਿਡਾਰੀ ਆਪਣੇ ਵਿਰੋਧੀ ਖਿਡਾਰੀ ਦੀ ਮਾਰ ਹੱਸ ਕੇ ਸਹਿ ਜਾਂਦਾ ਹੈ, ਪਰ ਆਪਣਿਆਂ ਦੀ ਬੇਵਫਾਈ ਤੇ ਬੇਰੁਖੀ ਦੀ ਇੱਕ ਚੁੱਭ ਵੀ ਸਹਾਰ ਨਹੀਂ ਸਕਦਾ। ਬਾਕਸਰ ਕੌਰ ਸਿੰਘ ਦੀ ਕਹਾਣੀ ਇੱਕ ਚਪੇੜੀ ਤਾਂ ਹੈ ਢੀਠ ਹੋ ਚੁੱਕੇ ਸਰਕਾਰੀ ਸਿਸਟਮ ਤੇ ਸਮਾਜ ਦੇ ਮੂੰਹ ਤੇ, ਪਰ ਸਾਡਾ ਚਾਰ ਚਫੇਰਾ ਹੁਣ ਇਹਨਾਂ ਚਪੇੜਾਂ ਦਾ ਆਦੀ ਹੋ ਚੁੱਕਿਆ ਹੈ। ਆਪਣੇ ਇਨਾਮ ਦੀ ਨਿਗੁਣੀ ਜੀ ਰਕਮ ਲੈਣ ਲਈ ਸਰਕਾਰੀ ਬਾਬੂਆਂ ਦੇ 35 ਸਾਲ ਤੱਕ ਹਾੜੇ ਕੱਢਦਾ ਇੱਕ ਇੰਟਰਨੈਸ਼ਨਲ ਬਾਕਸਰ ਚਪੇੜਾਂ ਹੀ ਤਾਂ ਮਾਰ ਰਿਹਾ ਸਮਾਜ ਦੇ। ਇਤਿਹਾਸ ਦੇ ਪੰਨਿਆਂ 'ਚ ਹਾਲਾਤ ਦੀ ਧੂੜ 'ਚ ਗੁਆਚੇ ਪਤਾ ਨਹੀਂ ਕਿੰਨੇ ਕੁ ਕੌਰ ਸਿੰਘ ਇਨ੍ਹਾਂ ਸਰਕਾਰੀ ਅਣਗਹਿਲੀਆਂ ਦੀ ਭੇਟ ਚੜ ਚੁੱਕੇ ਹੋਣਗੇ। ਮੰਜ਼ਿਲ ਤੇ ਮੈਂ ਨੇੜੇ ਹੀ ਸਾਂ, ਇੱਕ ਦੂਜੇ ਨੂੰ ਵੇਖ ਰਹੇ ਸਾਂ। ਪਾਰ ਸਮੁੰਦਰ ਹੋ ਜਾਂਦੇ ਜੇ ਬੇਬਸੀਆਂ ਨਾ ਡੁੱਬੇ ਹੁੰਦੇ। ਮੰਜ਼ਿਲ ਨੂੰ ਗਲਵਕੜੀ ਪੈਂਦੀ, ਸੁਪਨੇ ਸੱਚ ਹੋ ਜਾਣੇ ਸੀ। ਆਪਣਿਆਂ ਨੇ ਪਿੱਠ ਮੇਰੀ ਤੇ ਜੇ ਖੰਜਰ ਨਾ ਚੋਬੇ ਹੁੰਦੇ, ਜੇ ਖੰਜਰ ਨਾ ਚੋਬੇ ਹੁੰਦੇ।